ਅੱਛਾ, ਗੱਡੀ ਚਲਾਉਣੀ ਆ ਬਿਲਕੁਲ ਧਿਆਨ ਨਾਲ, ਕਿਉਂਕਿ ਜ਼ਰੂਰੀ ਨਹੀਂ ਹੈਗਾ ਵੀ ਸਾਡੀ ਫੋਟੋ ਵੀ ਨਾਲ ਵੇਖਣੀ ਹੋਵੇ। ਤੁਸੀਂ ਨਾਲ ਸੁਣਦੇ ਵੀ ਪ੍ਰੋਗਰਾਮ ਸੁਣ ਸਕਦੇ ਹੋ ਅਤੇ ਚਲਾਉਂਦੇ ਵੀ। ਅਤੇ ਜੇ ਰਸੋਈ 'ਚ ਕੰਮ ਧੰਦਾ ਤੇ ਉਹ ਵੀ ਤੁਸੀਂ ਕਰੀ ਜਾਓ, ਐਵੇਂ ਚਾਕੂ ਛੁਰੀ ਕੋਈ ਕਰਦ ਹੱਥ 'ਤੇ ਵੱਜੂਗੀ। ਇਸ ਕਰਕੇ ਗੱਲਾਂ ਸਾਡੀਆਂ, ਆਵਾਜ਼ ਸਾਡੀ ਆਉਂਦੀ ਰਹੇ, ਧਿਆਨ ਸਬਜ਼ੀ 'ਚ। ਅਤੇ ਜੇ ਆਪਾਂ ਕੋਈ ਹੋਰ ਕੰਮ ਧੰਦਾ ਕਰਦੇ ਹਾਂ ਤਾਂ ਫਿਰ ਧਿਆਨ ਉਸ ਕੰਮ 'ਚ ਪਹਿਲਾਂ ਰੱਖਣਾ ਚਾਹੀਦਾ। ਅਸੀਂ ਤਾਂ ਮਗਰੋਂ ਚਲੋ ਗੱਲਬਾਤ ਤੁਹਾਨੂੰ ਸੁਣਾਈ ਜਾਣੀ ਆ। ਅਤੇ ਜੇ ਤੁਸੀਂ ਟੈਲੀਵਿਜ਼ਨ ਅੱਗੇ ਬਹਿ ਕੇ ਵੇਖਦੇ ਹੋ ਫਿਰ ਉਸ ਹਿਸਾਬ ਨਾਲ ਤੁਸੀਂ ਵੇਖ ਸਕਦੇ ਹੋ। ਤੁਸੀਂ ਦੇਖ ਰਹੇ ਹੋ ਇਸ ਵਕਤ ਪ੍ਰੋਗਰਾਮ ਪ੍ਰਾਈਮ ਫੋਕਸ, ਚੈਨਲ ਉਹੀ ਪ੍ਰਾਈਮ ਏਸ਼ੀਆ TV। ਮੈਂ ਵੀ ਉਹੀ ਗੁਰਪ੍ਰੀਤ ਸਿੰਘ ਸੰਧਾ ਵਾਲੀਆ, ਨਾਲ ਵਾਲਾ ਬੰਦਾ ਵੀ ਉਹੀ ਪਰਮਵੀਰ ਬਾਠ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਕੀ ਹਾਲ ਨੇ? ਹਾਲ ਬੜੇ ਵਧੀਆ ਨੇ, ਤੁਸੀਂ ਸੁਣਾਓ। ਕੁਛ ਤੇ ਬਦਲੋ ਯਾਰ ਬਾਠ ਸਾਹਿਬ। ਰੋਜ਼ ਤੁਸੀਂ ਦੇਖੋ ਵੀ TV ਵੀ ਆਉਂਦਾ ਨਾ ਵੀ ਯਾਰ ਇਸ ਵੇਲੇ ਆ ਦੋ ਬੰਦੇ ਉਹੋ ਹੀ ਆਣ ਪੈਂਦੇ ਯਾਰ। ਨਹੀਂ, ਅੱਜ ਮੈਂ ਜਿਹੜੀ ਗੱਲ ਸੁਣਾ ਦੇਣੀ ਨਾ, ਹਾਂ, ਸਾਰਾ ਕੁਛ ਹੀ ਬਦਲ ਜਾਣਾ। ਅੱਛਾ, ਪਰਿਵਰਤਨ ਦੀ ਵੱਡੀ ਲਹਿਰ ਚੱਲ ਪੈਣੀ ਆ। ਉਹ ਤੁਹਾਡਾ ਭਲਾ ਹੈ। ਐਸਾ ਕੀ ਏਲੀਅਨ ਫੜ ਲੈਂਦਾ ਅੱਜ? ਤੁਸੀਂ ਵਿੱਚ ਬਸ ਬੋਲਣਾ ਨਹੀਂ, 50 ਸਕਿੰਟ ਨਹੀਂ ਮੈਂ ਮੈਨੂੰ ਗੱਲ ਮੁਕੰਮਲ ਕਰਨ ਦੇਣਾ। ਪੂਰੀ ਕਰ ਲਓ, ਉਸ ਤੋਂ ਬਾਅਦ ਫਿਰ ਮੈਂ ਬੋਲਾਂਗਾ। ਮੈਂ ਜਿੱਦਾਂ ਕੱਲ ਐਤਵਾਰ ਸੀ ਤੇ ਸਵੇਰੇ ਮੈਂ ਜਲਦੀ ਉੱਠਣਾ ਹੁੰਦਾ। ਤੁਸੀਂ ਜਿੱਦਾਂ ਲੇਟ ਸੌਂਦੇ ਹੋ, ਲੇਟ ਉੱਠਦੇ ਹੋ, ਮੈਂ ਉੱਠ ਕੇ ਚਾਹ ਧਰਨੀ। ਐਤਵਾਰ ਕੈਨੇਡਾ ਦੇ ਹਿਸਾਬ ਨਾਲ? ਕੈਨੇਡਾ ਦੇ ਹਿਸਾਬ ਨਾਲ। ਹਾਂ, ਮੈਂ ਤਾਂ ਹੀ ਕਿਹਾ ਵੀ ਇਹ ਨਾ ਹੋਏ ਅਗਲਾ ਆਖੇ ਵੀ ਯਾਰ ਇਹ ਬੰਦੇ ਨੂੰ ਇਹ ਹੋਰ ਹੀ ਕਿਤੇ ਤੁਰਿਆ ਫਿਰਦਾ ਹੀ। ਪਰਿਵਰਤਨ ਦੀ ਵੱਡੀ ਲਹਿਰ ਚੱਲ ਪਈ। ਥੱਲੇ ਟਿੱਪਣੀਆਂ ਨਾਲ ਹੀ ਸ਼ੁਰੂ ਹੋ ਜਾਣੀਆਂ ਵੀ ਇਹਦਾ ਅਜੇ ਐਤਵਾਰ ਹੀ ਚੱਲਦਾ ਹੀ। ਹੁਣ ਸੰਧਾਲੀਆ ਸਾਹਿਬ ਹੋਇਆ ਕੀ, ਕਿਉਂਕਿ ਮੈਂ ਸਵੇਰੇ ਉੱਠਿਆ, ਮੈਂ ਨਹੁੰ ਕੱਟਣਾ ਲੱਭਿਆ। ਨਹੁੰ ਕੱਟਣੇ ਨਾਲ ਨਹੁੰ ਕੱਟ ਕੇ ਉਹਨੂੰ ਰੇਤੀ ਰੂਤੀ ਜੀ ਫੇਰ ਕੇ ਵੀ ਮੈਂ ਕਿਹਾ ਵੀ ਚੰਗਾ ਲੱਗਦਾ, ਸਰਦਾਰ ਬੰਦੇ ਲਈ ਚਾਹ ਲੈ ਕੇ ਜਾਣੀ ਆ, ਵੱਡੇ ਵੱਡੇ ਨਹੁੰ ਚੰਗੇ ਲੱਗਣਗੇ। ਆਹਾ, ਤੇ ਚਲੋ ਠੀਕ ਹੈ, ਤੁਹਾਨੂੰ ਚਾਹ ਦਿੱਤੀ, ਤੁਸੀਂ ਕਿਹਾ ਵੀ ਹੁਣ ਮੈਂ ਸੈਰ ਕਰਾਂਗਾ। ਫਿਰ ਤੁਸੀਂ ਪੋਲੇ ਪੋਲੇ ਪੈਰੀ 50 ਕਦਮ ਚੱਲ ਕੇ ਆਏ, ਫਿਰ ਨਿੰਬੂ ਪਾਣੀ ਪੀਤਾ ਸ਼ਹਿਦ ਪਾ ਕੇ ਵਿੱਚ। ਤੇ ਉਹਦੇ ਤੋਂ ਬਾਅਦ ਚਲੋ ਤੁਸੀਂ ਕਿਹਾ ਵੀ ਹੁਣ ਬ੍ਰੇਕਫਾਸਟ ਦੇ ਵਿੱਚ ਮੈਂ ਕੀ ਖਾਵਾਂਗਾ। ਫਿਰ ਤੁਸੀਂ ਸ਼ਹਿਦ ਨਾਲ ਕਈ ਚੀਜ਼ਾਂ ਦੱਸੀਆਂ। ਫਿਰ ਉਹ ਤੋਂ ਬਾਅਦ ਦੁਪਹਿਰੋਂ ਬਾਅਦ ਫਿਰ ਕਦੇ ਤੁਹਾਡਾ ਜੀ ਕੀਤਾ, ਮੈਨੂੰ ਸਮਝ ਨਾ ਆਵੇ, ਕਹਿੰ ਨੇਲ ਕੱਟ ਲਿਆਓ, ਮੈਂ ਨੇਲ ਫੋਇਲ ਕਰਨੇ, ਮੈਨੂੰ ਸਮਝ ਨਾ ਆਵੇ ਵੀ ਯਾਨੀ ਮੈਂ ਸਵੇਰੇ ਨਹੁੰ ਕੱਟਣੇ, ਨਹੁੰ ਕੱਟ ਗਿਆ, ਇਹ ਹੁੰਦਾ ਕੀ? ਨੇਲ ਫੋਇਲ ਕਿੱਦਾਂ ਕਰਦੇ ਹੋ ਤੁਸੀਂ? ਪਤਾ ਕੋਈ ਨਹੀਂ, ਮੈਨੂੰ ਤੇ ਆਪ ਨਹੀਂ ਸਮਝ ਆਈ ਵੀ ਨੇਲ ਫਾਇਲ ਕਿੱਥੋਂ ਇੱਥੇ ਆ ਕੇ ਸੁਣਿਆ ਸਣਿਆ ਹੈ ਨਾ। ਮੈਂ ਉਹੀ ਸੋਚਦਾ ਵੀ ਸਾਡੇ ਤੇ ਉਹ ਇੱਕੋ ਹੀ ਕੰਮ। ਇੱਕ ਨਾ ਉਸ ਦਾ ਟਿੱਪਣੀ ਜ਼ਰੂਰ ਕਰੋ, ਤੁਸੀਂ ਵੀ ਦੱਸਿਓ। ਮਤਲਬ ਇਹ ਵੀ ਕਿਤੇ ਮਤਲਬ ਹੋਊਗਾ ਕਿਤੇ ਮਤਲਬ ਲਿਖਿਆ ਵੀ ਯਾਰ ਇੱਕ ਪੰਜਾਬ ਆ, ਪੰਜਾਬ 'ਚ ਸਕੂਲਾਂ 'ਚ ਨਿਆਣੇ ਪੜ੍ਹਦੇ ਆ, ਉਹਨਾਂ ਵਿਚਾਰਿਆਂ ਨੂੰ ਨਹੁੰ ਕੱਟਣ ਖੁਣੋਂ ਵੀ ਛਿੱਤਰ ਪੈਂਦੇ ਆ। ਸਹੀ ਗੱਲ। ਸਵੇਰ ਨਾ ਉਹ ਪ੍ਰੇਅਰ 'ਚ ਕਢਾ ਲੈਣਾ ਉਹਨਾਂ ਨੇ। ਤੇ ਬੰਦਾ ਪੁੱਛੇ ਵੀ ਅਜੇ ਪਹਿਲੀ ਗੱਲ ਤਾਂ ਇਹ ਹੁੰਦੀ ਵੀ ਉਹਦਾ ਦਿਨ ਵੀ ਸੋਮਵਾਰ ਦਾ ਰੱਖਿਆ ਹੁੰਦਾ ਮੋਸਟਲੀ, ਵੀ ਐਤਵਾਰ ਛੁੱਟੀ ਆ, ਅਤੇ ਛੁੱਟੀ ਵਾਲੇ ਦਿਨ ਬੱਚਿਓ ਤੁਸੀਂ ਸਰੀਰ ਦੀ ਸਫਾਈ ਕਰਨੀ ਹੈ, ਆਹ ਕਰਨਾ ਉਹ ਕਰਨਾ। ਅਤੇ ਸੋਮਵਾਰ ਇੱਕ ਤੇ ਉਹ ਦਿਨ ਐਸਾ ਹੁੰਦਾ ਹੈ ਵੀ ਜਾਣ ਨੂੰ ਜੀ ਨਾ ਕਰਨਾ ਸਕੂਲੇ, ਦੂਜਾ ਡਾਂਗ ਖੜਕਣੀ ਉੱਤੇ ਸਵੇਰੇ ਤੁਸੀਂ ਮਤਲਬ ਅਜੇ ਦਿਨ ਤੁਸੀਂ ਦੇਖੋ ਇੱਕ ਹੁੰਦੀ ਪੰਜਾਬੀ ਬੋਣੀ ਜਿਹਦੀ ਇਦਾਂ ਦੀ ਹੋ ਜਾਣੀ ਆ। ਉਹ ਦਿਨ ਕਿੱਦਾਂ ਦਾ ਲੰਘਣਾ ਦੱਸੋ ਫਿਰ ਸਰਦਾਰ ਜੀ ਬਚਣਾ ਕੀ ਹੈ? ਉਹੀ ਤਾਂ ਗੱਲ ਹੈ। ਪਰ ਚਲੋ ਅਖੀਰ ਉੱਥੋਂ ਦੇ ਛਤਰ ਖਾਂਦੇ ਆਪਾਂ ਇੱਥੇ ਆਣ ਪਹੁੰਚੇ। ਪਰ ਮੈਂ ਇਹ ਗੱਲ ਵੈਸੇ ਹੈਰਾਨ ਆ, ਨੇਲ ਫਾਈਲ ਕਰਨੇ ਕਹਿੰਦੇ। ਹਾਂਜੀ। ਅਤੇ ਮੈਂ ਸੋਚਿਆ ਵੀ ਸਾਡੀ ਤਾਂ ਜ਼ਿੰਦਗੀ ਫਾਈਲਾਂ 'ਚ ਹੀ ਲੰਘ ਗਈ। ਪਹਿਲਾਂ ਕਹਿੰਦੇ ਵੀ ਇੱਧਰ ਉੱਧਰ ਕਿਤੇ ਨੌਕਰੀ ਲਈ ਫਾਈਲ ਲਾ ਲਓ, ਉਹਦਾ ਕੁਛ ਨਹੀਂ ਬਣਿਆ। ਫਿਰ ਕਹਿੰਦੇ ਦੀ ਬਾਹਰ ਦੀ ਫਾਈਲ ਲਾ ਦਿਓ। ਨਾ ਪਾਸਪੋਰਟ ਦੀ ਫਾਈਲ ਲਾ ਦਿਓ। ਬਾਹਰ ਦੀ ਪਾਸਪੋਰਟ ਦੀ ਫਾਈਲ ਪਹਿਲਾਂ ਲੱਗਦੀ ਹੈ, ਫਿਰ ਪਾਸਪੋਰਟ ਆਉਂਦਾ, ਫਿਰ ਦੂਜੀ ਬਾਹਰ ਦੀ ਫਾਈਲ ਲਾ ਲਓ। ਫਿਰ ਬਾਹਰ ਦੀ ਫਾਈਲ ਆਉਣ ਤੋਂ ਬਾਅਦ ਬੰਦਾ ਜਦੋਂ ਬਾਹਰ ਪਹੁੰਚ ਜਾਂਦਾ ਫਿਰ ਵੀ ਪਿੰਡ ਫੋਨ 'ਤੇ ਗੱਲਾਂ ਪਤਾ ਕੀ ਹੁੰਦੀਆਂ, ਹੁਣ ਕਿੱਦਾਂ ਫਾਈਲ ਲਾਈਏ ਗਾਂ, ਉਹਦੀ ਗਾਂ ਫਾਈਲ ਲੱਗੀ ਰਹਿੰਦੀ। ਫਿਰ ਨੌਕਰੀ ਲਈ ਫਾਈਲ ਲਾਈ ਆ, ਹੁਣ ਨਿਆਣਿਆਂ ਦੀ ਫਾਈਲ ਲਾਈ ਆ। ਕੁੱਲ ਮਿਲਾ ਕੇ ਜ਼ਿੰਦਗੀ ਬਸ ਫਾਈਲ ਹੀ ਹੋਈ ਪਈ। ਨਹੀਂ, ਮੁੜ ਕੇ ਫਾਈਲ ਬੰਦ ਹੋ ਜਾਂਦੀ ਆ। ਉਹ ਐ ਨਾ ਉੱਪਰ ਚਿੱਟੇ ਜਿਹੇ ਕੱਪੜੇ ਐਂ ਕਰਕੇ ਤਾਂ ਐ ਮੁੜ ਕੇ 1.5 ਗੰਢ ਦੇ ਦਿੰਦੇ ਉਹਨੂੰ, ਇਹਨੂੰ ਹੁਣ ਯਾਰ ਪਰੇ ਰਾਹ ਦੇ, ਫਾਈਲ ਬੰਦ ਹੋ ਗਈ ਕਹਿੰਦੇ। ਵੈਸੇ ਸੰਧਾਲੀਆ ਸਾਹਿਬ, ਮੈਂ ਇੱਕ ਹੋਰ ਸੋਚਦਾ ਸੀ, ਮੈਨੂੰ ਨਾ ਤੁਹਾਡੇ ਨਹੁੰ ਕੱਟਣੇ ਤੋਂ, ਨੇਲ ਫਾਇਲ ਤੋਂ, ਜੋ ਵੀ ਸੀ। ਮੈਂ ਇੱਕ ਬੇਨਤੀ ਕਰਾਂ, ਤੁਸੀਂ ਤਸਵੀਰ ਵਧੀਆ ਬਣਦੇ ਹੋ। ਮੈਂ ਵੀ ਕਈ ਵਾਰ ਸੋਚਦਾ ਨਾ ਵੀ ਯਾਰ ਕਿਤੇ ਇੱਦਾਂ ਜੇ ਮਤਲਬ 50 ਕਦਮ ਤੁਰ ਕੇ ਹੈ ਨਾ, ਮਤਲਬ ਵੀ ਕਾਫੀ ਕੁਛ ਖਾਣੇ 'ਚ ਹੋਵੇ। ਹਾਂ, ਨਹੀਂ, ਦੋ ਜਣੇ ਬਾਹਾਂ ਤੁਹਾਡੀਆਂ ਫੜ ਕੇ ਮਾਲਸ਼ ਕਰਦੇ ਹੁਣ ਤੇਜ਼ ਓਏ ਬੰਦਾ ਉਦੋਂ ਸੌਂ ਜਾਵੇ ਤਾਂ ਇੱਕ ਜਣਾ ਮੱਥੇ ਦੇ ਹੱਥ ਰੱਖ ਲਵੇ, ਸਾਹ ਸੁੱਤੇ ਆ ਹੈ ਨਾ। ਕਿਤੇ ਹੋਵੇ ਕਿਤੇ ਐਵੇਂ ਧੌਣ ਬਹੁਤ ਹੀ ਟੇਢੀ ਹੋ ਕੇ ਵਲ ਨਾ ਪੈ ਜੇ ਕਿਤੇ ਨੂੰ। 3 ਕੁ ਬੰਦੇ 4 ਬੰਦੇ ਫਿਰ ਤੁਹਾਨੂੰ ਉੱਤੇ ਪੀਂਘ ਜੀ ਚੜਾਉਂਦੇ। ਹੁਣ ਸਰੀਰ ਤੁਹਾਡਾ ਵੀ ਸੁੱਖ ਨਾਲ ਉੱਡਾ ਹੀ ਆ। ਚਲੋ ਇਹ ਕੰਮ ਕਰਨਾ ਨਾ, ਬਾਬੇ ਬਣਨਾ ਪੈਣਾ ਆਪਾਂ ਨੂੰ। ਅੱਜ ਕੱਲ੍ਹ ਉਹ ਨਜ਼ਾਰੇ ਲੈਂਦੇ ਇੱਦਾਂ, ਜਿਹਦੇ ਕੋਈ ਪੀਂਘ ਝੂਟ ਲਈ, ਕਿਤੇ ਕੋਈ ਸੇਵਾ ਕਰਾ ਲਈ, ਮਾਲਸ਼ ਕਰਾ ਲਈ, ਵੰਸਵਨੇ ਲੀੜੇ ਪਾ ਕੇ ਫੋਟੋਆਂ ਲਵਾ ਲਈਆਂ। ਆਹ ਤੇ ਪਤਾ ਨਹੀਂ ਸਾਰੀ ਜ਼ਿੰਦਗੀ ਆ 3-4 ਕੋਟਾਂ 'ਚ ਹੀ ਲੰਘ ਗਈ। ਪਰ ਮੈਂ ਸੋਚਦਾ ਸੀ ਸੰਧਾਲੀਆ ਸਾਹਿਬ, ਇੱਕ ਨਾ ਤੂੜੀ ਛਾਣੀ ਦੀ ਸੀ ਅੱਗੇ। ਮੈਂ ਨਾ ਵੀ ਅੱਜ ਕਿਤੇ ਆਪਣੇ ਦੇਖਣ ਸੁਣਨ ਵਾਲੇ ਨਹੀਂ ਕਹਿੰਦੇ ਵੀ ਬੜੇ ਦੁਖੀ ਲੱਗਦੇ ਯਾਰ। ਦੁਖੀ ਤਾਂ ਹੈ ਨਹੀਂ, ਮੈਨੂੰ ਲੱਗਦਾ ਮੈਂ ਦੁਖੀ ਜ਼ਰੂਰ ਹਾਂ, ਕਿਉਂਕਿ ਮੈਂ ਸਾਰੀ ਉਮਰ ਇੱਕੋ ਨੇਲ ਕੱਟਣਾ ਨਹੁੰ ਕੱਟਦਾ ਰਿਹਾ। ਤੁਸੀਂ ਮੈਂ ਦੇਖਿਆ ਵੀ ਕਮਾਲ ਹੈ। ਮੈਂ ਇਹਨੂੰ ਕਿਹਾ ਵੀ ਕੱਟ ਦੇਣਾ ਸਰਦਾਰ ਸਾਹਿਬ, ਨਹੁੰ ਕੱਟ ਦੇਣੇ ਤੁਹਾਡੇ।
ਇਹ ਕਹਿੰਦੇ ਨਹੀਂ, ਇਹਨਾਂ ਨੇ ਫੇਕ ਨੇਲ ਕੱਟ ਲਿਆ, ਉਹਨਾਂ ਪਹਿਲਾਂ ਸਿੱਧੇ ਕੱਟੇ, ਫਿਰ ਕੋਨੇ ਦੂਸਰੇ ਨਾ ਬਣਾਏ। ਪਤਾ ਨਹੀਂ ਆਇਆ ਨਾ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਟੀਵੀ ਤੇ ਪ੍ਰਭਾਵ ਜਿਹਾ ਬਣਿਆ ਰਹਿੰਦਾ। ਜਿੱਦਣ ਆਪਾਂ ਨੂੰ ਕੋਈ ਵੈਸੇ ਮਿਲ ਪੈਂਦਾ ਨਾ, ਉਹ ਕਹਿੰਦੇ ਪ੍ਰੈਸ ਤਾਂ ਕਰ ਲੈਂਦੇ, ਪੈਂਟ ਤਾਂ ਪ੍ਰੈਸ ਕਰ ਲੈਂਦੇ। ਭਾਜੀ ਕੋਈ ਚਪਲਾਂ ਹੀ ਤੁਰੇ ਫਿਰਦੇ, ਕੋਈ ਜੁੱਤੀ ਜਾਤੀ ਪਾ ਲਓ ਕਿਤੇ। ਕਿੰਨੇ ਬੰਦੇ ਮਿਲ ਪੈਂਦੇ ਯਾਰ, ਟੀਵੀ ਤੇ ਬੜੇ ਸੋਹਣੇ ਲੱਗਦੇ ਹੁੰਦੇ ਆ। ਉਹ ਇਸੇ ਕਰਕੇ ਸੋਹਣੇ ਲੱਗਦੇ। ਹੁਣ ਦੇਖੋ ਬੱਤੀਆਂ ਲਾਈਆਂ ਸੁਖਨਾ, ਤੇ ਮਾਲਕ ਵੀ ਆਂਦੇ ਵੀ ਪਹਿਲਾਂ ਮੂੰਹ ਧੋ ਕੇ ਆਉਣਾ ਫਿਰ ਬਹਿਣਾ। ਉੱਥੇ ਫਿਰ ਕਿਤੇ ਉੱਦਾਂ ਟੱਕਰ ਜਾਈਦਾ, ਫਿਰ ਤੁਹਾਨੂੰ ਲੱਗਦਾ ਵੀ ਯਾਰ ਉੱਥੇ ਹੋਰ ਤਰ੍ਹਾਂ ਲੱਗਦੇ ਆ ਤੁਸੀਂ। ਸੰਧਾਲੀਆ ਸਾਹਿਬ ਕਈ ਚੀਜ਼ਾਂ ਜਿਹੜੀਆਂ ਨਾ ਉਹਨਾਂ ਦਾ ਤੁਹਾਨੂੰ ਪੂਰਾ ਗਿਆਨ ਨਹੀਂ। ਨਹੀਂ ਮੈਨੂੰ ਤੇ ਕਿਸੇ ਚੀਜ਼ ਦਾ ਵੀ ਨਹੀਂ ਹੈਗਾ, ਮੈਂ ਤਾਂ ਕਹਿਣਾ ਨਹੀਂ ਕਈ ਚੀਜ਼ਾਂ ਦਾ, ਕਿਉਂਕਿ ਤੁਸੀਂ ਤੁਹਾਡਾ ਕੰਮ ਹੁੰਦਾ ਕਿ ਜਦੋਂ ਮੱਝਾਂ 40-50 ਜਿਹੜੀਆਂ ਐਂ ਕਰਕੇ ਲੱਖ ਰੁਪਏ ਵਾਲੀਆਂ ਬੰਨੀਆਂ ਤੁਹਾਡੀ ਉੱਥੇ ਹਵੇਲੀ 'ਚ, ਤੁਹਾਡਾ ਕੰਮ ਹੁੰਦਾ ਸੀ ਕਿ ਤੁਸੀਂ ਉੱਥੇ ਉਦੋਂ ਜਾਣਾ ਜਦੋਂ ਉਹਨਾਂ ਨੇ ਗੋਹਾ ਹਟਾ ਲਿਆ ਆ, ਮੱਝਾਂ ਨਲਾਤੀਆਂ, ਸਫਾਈ ਹੋਈ ਪਈ ਆ, ਤੇ ਤੁਸੀਂ ਫਿਰ ਪਿੱਛੇ ਇਹਦਾ ਹੱਥ ਰੱਖ ਕੇ ਪਿੱਠ ਦੇ ਪਿੱਛੇ ਤਾਂ ਐਂ ਤੁਰਨਾ। ਵਿੱਚ ਇੱਕ ਦੀ ਨੂੰ ਥਾਪੀ ਦੇਤੀ ਤਾਂ ਮੁੜ ਕੇ ਉਹਨਾਂ ਨੇ ਹੱਥ ਧਵਾਤੇ। ਤੁਹਾਨੂੰ ਉਹਨਾਂ ਗੱਲਾਂ ਦਾ ਨਹੀਂ ਪਤਾ। ਮੈਂ ਗੱਲ ਕਰਨ ਲੱਗਾ ਤੂੜੀ ਛਾਨਣ ਦੀ। ਜਿਹੜਾ ਆਮ ਬੰਦਾ ਸਾਡੇ ਵਰਗਾ ਹੁੰਦਾ ਨਾ, ਇੱਕ ਵਾਰੀ ਮਹੀਂ ਤਾਂ ਇੱਕ ਛਾਣਨਾ ਬਣਾਉਣਾ, ਉਹ ਤੋਂ ਪਹਿਲਾਂ ਲੱਕੜਾਂ ਇਕੱਠੀਆਂ ਕਰਨੀਆਂ, ਯਾਰ ਇਹਦਾ ਛਾਣਨਾ ਬਣਾਵਾਂਗੇ। ਉਹਦੇ ਤੋਂ ਬਾਅਦ ਫਿਰ ਨਾ ਜਾਣੀ ਮਹਿੰਗੇ ਭਾਅ ਦੀ ਉਹਦੇ ਵਿੱਚ ਲਾਉਣ ਲਈ ਜਾਲੀ ਲੈ ਕੇ ਆਉਣੀ। ਉਹ ਜਾਲੀ ਜਦੋਂ ਉਹਨਾਂ ਨੇ ਲਪੇਟ ਕੇ ਦੇਣੀ ਤਾਂ ਚਲੋ ਸਾਈਕਲ 'ਤੇ ਰੱਖ ਕੇ ਲੈ ਆਉਣੀ। ਫਿਰ ਹੌਲੀ ਕਰਕੇ ਜਾਲੀ ਉਹ ਨਾ ਇੱਕ ਪਾਸੇ ਟੁੱਟ ਜਾਂਦੀ ਹੁੰਦੀ ਆ। ਉਹ ਟੋਕਰਾ ਪੂਰਾ ਤਾਂ ਛਾਣ ਨਹੀਂ ਹੁੰਦਾ, ਕਿਉਂਕਿ ਤੂੜੀ ਫਿਰ ਸਿੱਧੀ ਥੱਲੇ ਚਲ ਜਾਣੀ। ਉਹ ਅੱਧਾ ਟੋਕਰਾ ਕਰਕੇ ਉਰਲੇ ਪਾਸੇ ਹੀ ਛਾਣੀ ਜਾਣੀ 3-4 ਸਾਲ। ਨਹੀਂ ਉਹਦਾ ਮੈਂ ਤੁਹਾਨੂੰ ਪੂਰਾ ਦੱਸਦਾ। ਹੁਣ ਜੇ ਤੁਸੀਂ ਗੱਲ ਛੇੜ ਹੀ ਲਈ ਹੈ, ਪਹਿਲੀ ਗੱਲ ਤਾਂ ਇਹ ਵੀ ਉਹਦੇ 'ਚ ਨਾ ਰੋਜ਼ ਵੇਖਣਾ ਵੀ ਯਾਰ ਇੱਥੇ ਇੱਕ ਮੇਖ ਹੱਥ 'ਚ ਵੱਜਦੀ, ਭਲਾ ਕਿੱਥੇ ਆਓ। ਜਦੋਂ ਮੇਖ ਨਾ ਲੱਭਣੀ ਫੇਰ ਪਤਾ ਲੱਗਣਾ ਹੁਣ ਇਹ ਜਾਲੀ ਟੁੱਟ ਗਈ, ਉਹਦੀ ਤਾਰ ਸੀਗੀ ਉਹ ਵੱਜਦੀ ਹੱਥ 'ਚ। ਫਿਰ ਆਖਣਾ ਵੀ ਚੱਲ ਕੋਈ ਨਹੀਂ, ਚੱਲ ਇਹਦਾ ਟਾਈਮ ਪਾਸ ਹੋ ਗਿਆ, ਥੋੜਾ ਸਾਰ ਲਓ, ਥੋੜਾ ਚਿਰ ਤਾਂ ਇੱਧਰ ਸਾਰ ਲਓ, ਉੱਪਰੋਂ ਰੋਲ ਕੇ ਪਾ ਲੈਨੇ। ਹਾਂ ਫਿਰ ਚੱਕਰ ਨਿਕਲਣਾ, ਕਹਿੰਦੇ ਯਾਰ ਇਦਾਂ ਸਰਨਾ ਨਹੀਂ, ਇਹਦਾ ਕੁਛ ਕਰੀਏ। ਫਿਰ ਮਨ ਬਣਨਾ ਵੀ ਯਾਰ ਜਾਲੀ ਨਾ ਬਦਲਦੀ। ਆਖਣਾ ਯਾਰ ਜਾਲੀ ਮਹਿੰਗੀ ਬੜੀ ਆ, ਨਾਲੇ ਨੂੰ ਸਾਰੇ ਨੂੰ ਖੋਲਾਂਗੇ, ਇਹਦੀ ਹੁਣ ਲੱਕੜ ਗਲ ਗਈ, ਨਹੀਂ ਤੇ ਦੋਰੇ ਕੋਈ ਇੱਕ ਦੀ ਫੱਟੀ ਟੁੱਟ ਗਈ ਤੇ ਹੋਰ ਸਿਆਪਾ ਪਊ। ਕਰੀਏ ਕੀ? ਕਰਨਾ ਕੁਛ ਨਹੀਂ, ਜਿੰਨੀ ਕਿ ਇੱਧਰਲੇ ਪਾਸਿਓਂ ਜਾਲੀ ਟੁੱਟੀ ਆ ਉਨੀ ਕੁ ਵਧੀਆ ਜੀ ਪੱਲੀ ਲੈ ਕੇ ਤੇ ਪੱਲੀ ਸੀ ਦਿੰਦੇ ਉਹਦੇ ਤੇ, ਹੈ ਨਾ। ਉਹਦੇ ਨਾਲ ਇਹ ਆ ਵੀ ਉਹ ਸਿੱਧੀ ਤੂੜੀ ਡਿੱਗਣੋਂ ਹਟ ਗਈ ਤੇ ਘੱਟੋ ਘੱਟ ਜਾਲੀ ਵੱਜ ਗਈ। ਛਾਣਨੇ ਦੀ ਹੋਰ ਕੁਛ ਨਹੀਂ ਤੇ 6 ਮਹੀਨੇ ਉਮਰ ਬਣ ਜਾਂਦੀ। ਸੰਧਾਲੀਆ ਸਾਹਿਬ ਮੈਂ ਦੇਖੋ ਕਈ ਵਾਰੀ ਨਾ ਇਹ ਉੱਦਾਂ ਹੀ ਆ, ਮਤਲਬ ਜਿੱਦਾਂ ਦੰਦਾਂ ਵਾਲੇ ਡਾਕਟਰ ਕੋਲ ਜਾ ਕੇ ਉਹ ਕਹਿੰਦਾ ਦਾਲ ਕਢਾਉਣੀ ਆ ਤੇ ਇੰਨੇ ਪਏ, ਉਹ ਕਹਿੰਦੇ ਨੇ ਭਰ ਦਿਓ ਡਾਕਟਰ ਸਾਹਿਬ, ਕੋਈ ਨਹੀਂ 6 ਮਹੀਨੇ ਤੇ ਕੱਢੀਏ। ਹੁਣ ਸੰਧਾਲੀਆ ਸਾਹਿਬ ਉਹਦੇ ਵਿੱਚੋਂ ਆਪਾਂ ਪਿੰਡਾਂ ਵਾਲੇ ਲੋਕ ਕਿੰਨੇ ਕੰਮ ਕਰ ਲੈਂਦੇ ਸੀ। ਪਹਿਲੀ ਗੱਲ ਹੈ ਕਿ ਜਿਹੜੀ ਤੂੜੀ ਹੈ, ਤੂੜੀ ਪਸ਼ੂਆਂ ਨੂੰ ਪਾਈਦੀ ਹੈ। ਛਾਣ ਕੇ ਜਿਹੜਾ ਥੱਲੇ ਛਾਣ ਨਿਕਲਿਆ ਉਹ ਸੁੱਕ ਦੇ ਰੂਪ ਦੇ ਵਿੱਚ ਜਦੋਂ ਪਸ਼ੂਆਂ ਦਾ ਸਿਆਲਾਂ ਨੂੰ ਗਿੱਲਾ ਜਿਹਾ ਹੋ ਜਾਂਦਾ ਤੇ ਉਹਨਾਂ ਦੇ ਥੱਲੇ ਸੁੱਟ ਦੇਣੀ। ਉਸੇ ਹੀ ਜਗਾੜ ਜਿਹਾ ਨੂੰ ਇਕੱਠਾ ਕਰਕੇ ਉਹਨਾਂ ਨੂੰ ਗਰਮੀਆਂ ਨੂੰ ਧੂੰਆਂ ਕਰ ਦੇਣਾ ਵੀ ਮੱਛਰ ਇੱਧਰ ਉੱਧਰ ਹੋ ਜਾਵੇ। ਜਾਣੀ ਇੱਕ ਕੰਮ ਨਹੀਂ, ਬੜੇ ਪਾਥੀਆਂ 'ਚ ਵੀ ਪੈਂਦੀ, ਪਾਥੀਆਂ 'ਚ ਵੀ ਪੈਂਦੀ ਹੈ। ਉਹ ਤਾਂ ਪੈਂਦੀ ਨੇ ਜੇ ਗੋਹਾ। ਨਹੀਂ ਮਹਿੰਗੀਆਂ ਭਾਅ ਪਾਥੀਆਂ ਅੱਜ ਕੱਲ੍ਹ ਤੇ ਐਮਾਜ਼ੋਨ ਤੇ ਮਿਲਦੀਆਂ ਨੇ। ਆਮ ਬੰਦੇ ਤੇ ਨਹੀਂ ਪਾਉਣਾ ਪੈਂਦਾ ਉਹ, ਕਿਉਂਕਿ ਆਮ ਬੰਦੇ ਨੇ ਤਾਂ ਉਹਦੇ ਵਿੱਚ ਤੂੜੀ ਰਲਾ ਕੇ ਪੱਠੇ ਪਾਉਣੇ, ਤਾਂ ਫਿਰ ਗੋਹਾ ਠੀਕ ਹੀ ਹੁੰਦਾ। ਉਹ ਤੁਹਾਡੇ ਵਰਗੇ ਸਰਦਾਰਾਂ ਦੇ ਇਹਨਾਂ ਨੇ ਇਕੱਲਾ ਹਰਾ ਹੀ ਪਾਉਣਾ। ਨਹੀਂ ਉਹ ਤਾਂ ਵੀ ਥੋੜ੍ਹੀ ਜਿਹੀ ਨਾ ਤੂੜੀ ਤਾੜੀ ਪਾ ਕੇ ਠੀਕ ਪੱਥਿਓ। ਪਾਥੀਆਂ ਵੇਖੋ ਕਿੰਨੇ ਡਿਜ਼ਾਈਨ ਦੀਆਂ ਨਾ ਪੰਜਾਬ 'ਚ। ਤੁਸੀਂ ਦੇਖੋ ਵੀ ਜੇ ਇੱਕ ਆਮ ਪਥਕਣ ਹੁੰਦੀ ਆ, ਪਥਕਣ ਦੇ ਵਿੱਚ ਚਲੋ ਥਾਂ ਮੱਲਿਆ ਹੁੰਦਾ, ਪਹਿਲਾਂ ਥੱਲੇ ਪਾਥਲੀਆਂ, ਫਿਰ ਉਹ ਥੋੜ੍ਹੀ ਇੱਕ ਉਹਨਾਂ ਦੀ ਲੈਣ ਲਾਤੀ, ਫਿਰ ਜਦੋਂ ਦੋਹਰੇ ਸੁੱਕ ਗਈਆਂ ਫਿਰ ਘੀਰਾ ਬਣਾ ਲਿਆ, ਫਿਰ ਘੀਰਾ ਲਿਪਤਾ। ਦੂਜੇ ਪਾਸੇ ਆਪਾਂ ਇਹ ਵੀ ਵੇਖਦੇ ਪੰਜਾਬ ਦੇ ਵਿੱਚ ਉਹ ਵੀ ਕੰਮ ਹੈ ਵੀ ਜਿੱਥੇ ਉਹ ਕਹਿੰਦੇ ਵੀ ਯਾਰ ਹੁਣ ਥੱਲੇ ਜਗ੍ਹਾ ਘੱਟ ਹੈ, ਫਿਰ ਕੰਧ 'ਤੇ ਆਉਣ ਦੇ, ਫਿਰ ਕੰਧ 'ਤੇ ਪਾਥੀਆਂ, ਫਿਰ ਕੰਧ ਤੋਂ ਮੁੜ ਕੇ ਲਾਉਣੀਆਂ, ਫਿਰ ਉਹਦੇ ਬਾਅਦ ਦੁਬਾਰਾ ਫਿਰ ਕੰਧ 'ਤੇ ਫਿਰ ਅਗਲੀ ਜਿਹੜੀ ਉਹ ਪੱਥਣੀਆਂ। ਮਤਲਬ ਇਹ ਵੀ ਇੱਕ ਕੰਮਾਂ 'ਚੋਂ ਕੰਮ ਹੁੰਦਾ ਹੈ। ਮੈਂ ਸੋਚਦਾ ਵੀ ਦੇਖੋ ਇਹ ਕੰਮ ਜਿਹੜਾ ਉਹ ਵੀ ਐਮਾਜ਼ੋਨ ਵਾਲਿਆਂ ਨੇ ਲੈ ਲਿਆ ਵੀ ਵੀਰ ਪਾਥੀਆਂ ਚਾਹੀਦੀਆਂ ਤੇ ਆਰਡਰ ਕਰ ਦਿਓ, ਅਸੀਂ ਭੇਜ ਦਿਆਂਗੇ। ਸੰਧਾਲੀਆ ਸਾਹਿਬ ਮੈਂ ਇੱਕ ਵਾਰੀ ਯੂਪੀ ਗਿਆ, ਹੁਣ ਤਾਂ ਸ਼ਾਇਦ ਉਹ ਇਲਾਕਾ ਥੋੜ੍ਹਾ ਜਿਹਾ ਉੱਤਰਾਖੰਡ ਦੇ ਵਿੱਚ ਆ ਗਿਆ ਹੋਣਾ। 15 ਸਾਲ ਪੁਰਾਣੀ ਗੱਲ ਹੋਣੀ ਆ। ਮੈਂ ਪੁਰਾਣੇ ਯੂਪੀ ਜਾਂਦੇ ਤੁਸੀਂ ਤਾਂ ਮਤਲਬ ਯੂਪੀ ਦਾ ਮਾਰਾ ਜਾਣਾ ਹੀ ਪੈਂਦਾ। ਨਹੀਂ ਹੈ ਗੱਲ, ਉਹਦਾ ਨਾਂ ਐਵੇਂ ਮੇਰਾ ਬਦਨਾਮ ਕਰ ਛੱਡਿਆ। ਬੰਦਾ ਪੁਰਾਣਾ ਯੂਪੀ ਆਉਂਦਾ, ਯੂਪੀਓਂ ਹੀ ਆਉਂਦਾ ਸਮਾਨ। ਸਰਦਾਰੋ ਤੁਹਾਡਾ ਫਾਰਮ ਉੱਥੇ ਵੀ ਸੀਗਾ ਤੇ ਤੁਸੀਂ ਭੇਜ ਦੇਣਾ ਵੀ ਹੁਣ ਉੱਥੇ ਕੰਮ ਆ, ਉੱਥੇ ਚੱਲ ਜਾ ਤੇ ਇੱਧਰਲੇ ਪਾਸੇ ਨੂੰ ਆ ਜਾ, ਟਿਕਟ ਲੈ ਦੇਣੀ ਜਨਰਲ ਡੱਬੇ ਦੀ, ਸਭ ਫੜੇ ਜਾਣਗੇ। ਅੱਛਾ ਉੱਥੇ ਹੋਇਆ ਕਿ ਮੈਂ ਪਹਿਲੀ ਵਾਰੀ ਦੇਖਿਆ, ਮੈਂ ਕਹਾਂ ਕਿ ਆ ਘਰਾਂ ਦੇ ਨਾਲ ਨਾ ਕੰਧਾਂ ਦੇ ਉਹਨਾਂ ਨੇ ਜਿਹੜੀ ਐਡੇ ਲੰਮੇ ਡੰਡੇ ਲੈ ਕੇ ਉਹਨਾਂ ਦੇ ਆਲੇ ਦੁਆਲੇ ਗੋਹਾ ਲਾ ਕੇ ਉਹ ਖੜੇ ਕੀਤੇ। ਉਹ ਪਾਥੀ ਨਹੀਂ ਸੀ ਪੱਥਦੇ। ਮੈਨੂੰ ਉਹਨਾਂ ਦੀ ਤਰਕੀਬ ਪੰਜਾਬ ਦੇ ਲੋਕਾਂ ਦੇ ਨਾਲ ਠੀਕ ਲੱਗੀ ਕਿ ਉਹਨਾਂ ਨੇ ਡੰਡੇ ਦੇ ਨਾਲ ਇਹਦਾ ਗੋਹਾ ਲਾ ਕੇ ਏਡਾ ਕੁ ਮੋਟਾ ਉਹ ਕਰ ਦੇਣਾ ਤੇ ਉਹਨੂੰ ਸਾਰੇ ਰੱਖ ਕੇ ਤੇ ਕੰਧ ਦੇ ਨਾਲ ਖੜੇ ਕਰਕੇ ਸੁਕਾ ਲੈਣਾ। ਆਪਣੀਆਂ ਬੀਬੀਆਂ ਪਾਥੀ ਲਿਆ, ਪਾਥੀ ਭੰਨ, ਗੋਟਾ ਬਣਾ, ਰੇਣ ਲਾ, ਉਹ ਕੁਛ ਨਹੀਂ ਸੀ ਕਰਦੇ। ਉਹਨਾਂ ਨੇ ਹੌਲੀ ਹੌਲੀ ਡੰਡਾ ਗਾਹ ਨੂੰ ਕਰੀ ਜਾਣਾ। ਬਲਣਾ ਤਾਂ ਗੋਹੇ ਨੇ ਹੈਗਾ ਹੀ ਆ ਤੇ ਉਹਨਾਂ ਦਾ ਤਰੀਕਾ ਬੜਾ ਵਧੀਆ ਸੀ। ਉਹ ਤਾਂ ਹੀ ਯੂਪੀ ਪਿੱਛੇ ਰਹਿ ਗਿਆ ਬਾਟ ਸਾਹਿਬ,
ਜਿਹੜੀ ਤਕਨੀਕ ਪੰਜਾਬ ਦੀ ਹੁਣ ਮੈਂ ਪਾਥੀਆਂ ਬਦਲੇ ਮਾਈਆਂ ਥੋੜਾ ਸਾਡੀਆਂ ਪਿੱਛੇ ਪੈਣ ਦੂੰਗਾ ਯਾਰ, ਇਦਾਂ ਥੋੜਾ ਗੱਲ ਹੁੰਦੀ। ਇਹਦਾ ਕਹ ਲਓ ਡੰਡਾ ਖਰਾਬ ਕਰਦੇ, ਲੱਕੜ ਖਰਾਬ ਕਰਦੇ। ਆਹੋ ਵੀ ਜੇ ਡੰਡਾ ਹੀ ਬਾਲਣਾ ਉਹਨੂੰ ਗੋਹਾ ਕਾਨੂੰ ਲਾਉਣਾ, ਦੱਸੋ ਹੱਦ ਹੋ ਗਈ। ਚਲੋ ਸੰਧਾਲੀਆ ਲੱਕੜ ਬਚਾ ਲਈਦੀ, ਨਹੀਂ ਬਚਾ ਲਈ। ਆਹ ਤੇ ਇਹ ਪਾਥੀਆਂ ਬਾਲ ਲਈਦੀਆਂ। ਅਜੀ ਆਪਾਂ ਕੱਲ ਪਰਸੋਂ ਹੀ ਸੰਧਾਲੀਆ ਸਾਹਿਬ ਗੱਲ ਕਰਦੇ ਸੀ ਕਿ ਹਰਦੀਪ ਸਿੰਘ ਪੁਰੀ ਸਾਹਿਬ ਕਹਿੰਦੇ ਕੋਈ ਗੱਠ ਜੁੜ ਨਹੀਂ, ਜਦ ਰਿਸ਼ਤਾ ਹੀ ਟੁੱਟ ਗਿਆ ਤਾਂ ਸਮਾਗਮਾਂ ਦੇ ਵਿੱਚ ਸੱਦਾ ਪੱਤਰ ਕਾਹਦੇ, ਜਦ ਰਿਸ਼ਤਾ ਹੀ ਟੁੱਟ ਗਿਆ ਪਰਿਵਾਰ ਹੀ ਇੱਕ ਨਾ ਰਿਹਾ ਤਾਂ ਫਿਰ ਪ੍ਰੀਤੀ ਭੋਜ ਤੇ ਸੱਦੇ ਕਾਹਦੇ। ਇਦਾਂ ਨਹੀਂ ਹੋ ਸਕਦਾ। ਅਕਾਲੀ ਦਲ ਦਾ ਆਪਣਾ ਰਾਹ, ਸਾਡਾ ਆਪਣਾ। ਅਕਾਲੀ ਦਲ ਦੇ ਉਹ ਕਹਿੰਦੇ ਸੀ ਲੀਡਰ ਸਾਡੇ ਚ ਆਉਣ ਨੂੰ ਤਿਆਰ ਆ। ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ, ਬੜੀ ਪਵਿੱਤਰ ਧਰਤੀ ਹੈ। ਮੀਟਿੰਗ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਲਈ। ਉਹਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ ਤੇ ਹਰ ਹਲਕੇ ਦਾ ਬੀਜੇਪੀ ਦਾ ਲੀਡਰ ਸੱਦਿਆ। ਤੇ ਚੇਚਾ ਜਲੰਧਰੋਂ ਚੱਲ ਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਗਏ ਜਿਹੜੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਆ, ਪੰਜਾਬ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਆ, ਤੇ ਨਾਮ ਉਹਨਾਂ ਦਾ ਮਨੋਰੰਜਨ ਕਾਲੀਆ ਸਾਹਿਬ ਉੱਥੇ ਗਏ। ਬਾਕੀ ਵੀ ਲੀਡਰ ਬੈਠੇ ਸੀ, ਕਿਉਂਕਿ ਜਦੋਂ ਵੱਡਾ ਲੀਡਰ ਜਾਵੇ ਤਾਂ ਸੰਬੋਧਨ ਕਰਨਾ ਹੁੰਦਾ। ਉਹਨਾਂ ਨੇ ਲੀਡਰਾਂ ਨੂੰ, ਵਰਕਰਾਂ ਨੂੰ ਕਿਹਾ ਕਿ ਭਾਈ ਤਕੜੇ ਹੋ ਜਾਓ, ਆਪਾਂ ਐਂ ਕਰਨਾ। ਫਿਰ ਪੱਤਰਕਾਰਾਂ ਨੇ ਗੱਲਬਾਤ ਤਾਂ ਕਰਨੀ ਸੀ, ਪੱਤਰਕਾਰਾਂ ਨੇ ਸਵਾਲ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਚੱਲੀ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਕੁਝ ਹਲਚਲ ਹੈ। ਜਦੋਂ ਦੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਸੰਜੇ ਸਿੰਘ, ਰਾਘਵ ਚੱਡਾ ਤੇ ਬੀਬੀ ਆਤਸ਼ੀ, ਇਹ 5 ਬੰਦੇ ਜਾ ਕੇ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਤਾਲਮੇਲ ਕਰ ਰਹੇ ਕਿ ਇਕੱਠੇ ਹੋ ਜਾਈਏ, ਭਾਜਪਾ ਐਂ ਕਰਦੀ ਹੈ। ਡਰਾਉਣਾ ਹੀ ਹੁੰਦਾ ਅਗਲੇ ਨੂੰ ਕਿ ਤੁਹਾਡੀਆਂ ਸਰਕਾਰਾਂ ਨੂੰ ਵੀ ਐਂ ਕਰ ਦੂ। ਪਾਰਟੀਆਂ ਇਕੱਠੀਆਂ ਹੋਣ ਲੱਗ ਪਈਆਂ ਸੀ। ਉਧਰ ਕਾਂਗਰਸ ਪਾਰਟੀ ਵਾਲੇ ਵੀ ਕਹਿਣ ਲੱਗ ਪਏ ਸੀ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ, ਗੱਲ ਕਿਹੜੀ ਆ ਬਾਅਦ 'ਚ ਦੇਖ ਲਾਂਗੇ, ਪ੍ਰਧਾਨ ਮੰਤਰੀ ਕੌਣ ਬਣੂ। ਬੀਜੇਪੀ ਦੇ ਅੰਦਰ ਚਰਚਾ ਚੱਲਦੀ ਸੀ ਕਿ ਜੇ ਉਹ ਸਾਰੀਆਂ ਧਿਰਾਂ ਕਿਸੇ ਸਾਂਝੇ ਪ੍ਰੋਗਰਾਮ ਦੇ ਉੱਤੇ ਇਕੱਠੀਆਂ ਹੋ ਗਈਆਂ, ਅਸੀਂ ਰਾਜ ਸਭਾ ਦੇ ਵਿੱਚ ਹੀ ਉਹ ਆਰਡੀਨੈਂਸ ਪਾਸ ਨਾ ਕਰਾ ਸਕੇ ਤਾਂ ਇਹ ਲੋਕ ਸਭਾ ਦੀ ਚੋਣ ਤੱਕ ਸੇਕ ਜਾਊ। ਉਹਨਾਂ ਦੇ ਅੰਦਰ ਵੀ ਚਰਚਾ ਚੱਲਦੀ ਹੈ ਕਿ ਕਿਉਂ ਨਾ ਆਪਾਂ 2-4 ਛੋਟੀਆਂ ਪਾਰਟੀਆਂ ਨੂੰ ਆਪਣੇ ਨਾਲ ਜੋੜੀਏ, ਜੇ 15, 20, 25 ਸੀਟਾਂ ਘਟਦੀਆਂ ਤਾਂ ਉਹਨਾਂ ਦੀਆਂ ਰਲਾ ਕੇ ਸਰਕਾਰ ਤਾਂ ਬਣ ਜੂ। ਹੁਣ ਐਨਡੀਏ ਨੂੰ 25 ਸਾਲ ਹੋ ਚੱਲੇ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਕਿ ਵਾਜਪਾਈ ਸਾਹਿਬ ਦੇ ਸਮੇਂ ਬਣਿਆ ਸੀ ਗੱਠਜੋੜ, ਸ਼ਿਵ ਸੈਨਾ ਉਹਦੇ ਵਿੱਚ, ਅਕਾਲੀ ਦਲ ਉਹਦੇ ਵਿੱਚ, ਨਿਤਿਸ਼ ਕੁਮਾਰ ਦੀ ਪਾਰਟੀ ਉਹਦੇ ਵਿੱਚ, ਬਹੁਤ ਸਾਰੀਆਂ ਧਿਰਾਂ ਨੂੰ ਨਾਲ ਜੋੜ ਲਿਆ ਸੀ ਬੀਜੇਪੀ ਨੇ। ਹੁਣ ਕਹਿੰਦੇ ਆ ਜੀ ਉਹਦੀ 25ਵੀਂ ਵਰ੍ਹੇਗੰਢ ਮਨਾਉਣੀ ਹੈ। 25ਵੀਂ ਵਰ੍ਹੇਗੰਢ ਮਨਾਉਣੀ ਹੈ ਤੇ ਚਰਚਾ ਚੱਲ ਪਿਆ ਕਿ ਅੱਜ ਤੱਕ ਜਿੰਨੇ ਵੀ ਬੀਜੇਪੀ ਦੇ ਸਹਿਯੋਗੀ ਹੋਏ ਆ ਸਾਰਿਆਂ ਨੂੰ ਸੱਦਾ ਦੇ ਦਿਓ। ਜੇ ਬੀਜੇਪੀ ਇਹ ਫੈਸਲਾ ਕਰਦੀ ਹੈ ਕਿ ਜਿਨ੍ਹਾਂ ਨੇ ਐਨਡੀਏ ਦੇ ਵਿੱਚ ਕਦੇ ਵੀ ਪਾਰਟਿਸਿਪੇਟ ਕੀਤਾ ਸੀ ਉਹਨਾਂ ਨੂੰ ਸੱਦਾ ਦੇਣਾ, ਫਿਰ ਤਾਂ ਸ਼ਿਵ ਸੈਨਾ ਵੀ ਆਊ, ਫਿਰ ਤਾਂ ਸੱਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਊ, ਫਿਰ ਤਾਂ ਭਾਵੇਂ ਲਾਲੂ ਪ੍ਰਸਾਦ ਯਾਦਵ ਦੇ ਪੁੱਤ ਦੇ ਨਾਲ ਸਾਂਝ ਜਾਂ ਨਿਤਿਸ਼ ਕੁਮਾਰ ਨੂੰ ਵੀ ਸੱਦਾ ਜਾਊ, ਹੋਰ 20 ਪਾਰਟੀਆਂ ਹੋ ਸਕਦੀਆਂ, ਮਮਤਾ ਬੈਨਰਜੀ ਜਾਊ। ਹੁਣ ਸੱਦਾ ਜਾਊ, ਇਹ ਜਾਂਦੇ ਆ ਕਿ ਨਹੀਂ ਜਾਂਦੇ ਇਹਨਾਂ ਦੇ ਉੱਤੇ ਡਿਪੈਂਡ ਕਰਦਾ। ਪਰ ਜਦੋਂ ਇਹ ਚਰਚਾ ਚੱਲ ਪਈ ਤਾਂ ਮਨੋਰੰਜਨ ਕਾਲੀਆ ਸਾਹਿਬ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਪੁੱਛ ਲਿਆ, ਜੀ ਤੁਸੀਂ ਦੱਸੋ। ਉਹ ਕਹਿੰਦੇ ਜੀ ਦੇਖੋ, ਇਹ ਗੱਲ ਠੀਕ ਹੈ ਕਿ ਬੀਜੇਪੀ ਦੀ ਹਾਈ ਕਮਾਂਡ ਮੰਥਨ ਕਰ ਰਹੀ ਹੈ ਕਿ ਆਪਾਂ ਐਨਡੀਏ ਦੇ ਜਿਹੜੇ ਪੁਰਾਣੇ ਨਵੇਂ ਭਾਈਵਾਲ ਨੇ ਉਹਨਾਂ ਦੇ ਵਿੱਚੋਂ ਕਿਹਨੂੰ ਸੱਦਣਾ, ਕਿਹਨੂੰ ਨਹੀਂ ਸੱਦਣਾ, ਤੇ ਹਾਈ ਕਮਾਂਡ ਛੇਤੀ ਫੈਸਲਾ ਲੈ ਲੂ। ਫਿਰ ਪੁੱਛ ਲੈਣ ਜੀ ਅਕਾਲੀ ਦਲ ਦਾ ਦੱਸੋ। ਉਹ ਕਹਿੰਦੇ ਜੀ ਸਿਆਸਤ ਹੈ ਤੇ ਇਹਦੇ ਵਿੱਚ ਸਾਰੇ ਫੈਸਲੇ ਸੋਚ ਵਿਚਾਰ ਕੇ ਹੁੰਦੇ ਆ। ਅਕਾਲੀ ਦਲ ਦੇ ਬਾਰੇ ਵੀ ਚਿੰਤਨ ਮੰਥਨ ਚੱਲ ਰਿਹਾ ਬੀਜੇਪੀ ਦੀ ਹਾਈ ਕਮਾਂਡ ਕੋਲ। ਹੁਣ ਜਦੋਂ ਉਹਨਾਂ ਨੇ ਸਿੱਧਾ ਜਾਂ ਇਧਰਲੇ ਪਾਸੇ ਨੂੰ ਕਹਿਤਾ ਤੇ ਮੈਨੂੰ ਕਦੇ ਐਂ ਲੱਗਦਾ ਹੁੰਦਾ ਕਿ ਹਵਾ ਹੀ ਤਾਂ ਨਹੀਂ ਲੋਕਾਂ ਦੀ ਚੈੱਕ ਕਰੀ ਜਾਂਦੇ। ਨਹੀਂ, ਹਵਾ ਵੀ ਚੈੱਕ ਕਰਦੇ ਆ, ਪਰ ਮੈਨੂੰ ਲੱਗਦਾ ਵੀ ਇਹਦੇ ਤੋਂ ਇੱਕ ਗੱਲ ਦਾ ਤੇ ਪਤਾ ਲੱਗਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਪਾਰਟੀ ਵਾਲੇ ਪਾਸਿਓਂ ਰਾਹੁਲ ਗਾਂਧੀ ਸਾਹਿਬ ਕਹਿੰਦੇ ਵੀ ਮੈਂ ਪਦ ਯਾਤਰਾ ਕੀਤੀ ਹੈ ਜੀ, ਮੈਂ ਪੈਦਲ ਯਾਤਰਾ ਨਾਲ ਪੂਰਾ ਭਾਰਤ ਗਾਹਤਾ, ਅਗਲੀ ਹੈ ਜੀ ਉਹਨਾਂ ਨੇ ਕਰਨੀ ਆ, ਤੇ ਉਹਦੇ 'ਚ ਵੀ ਕਈ ਲੋਕਾਂ ਦਾ ਹੁੰਗਾਰਾ ਸੀ, ਕਈ ਲੀਡਰ ਨਿੱਕੀਆਂ ਪਾਰਟੀਆਂ ਦੇ ਉਹਨਾਂ ਨੂੰ ਮਿਲ ਵੀ ਰਹੇ ਸੀ। ਤੇ ਜਿੱਦਾਂ 2 ਸਟੇਟਾਂ ਜਿੱਤ ਲਈਆਂ, ਹਿਮਾਚਲ ਤੇ ਕਰਨਾਟਕ, ਉਸ ਤੋਂ ਬਾਅਦ ਤੇ ਅਗਲੀਆਂ 2 ਸਟੇਟਾਂ ਜੋ ਕਹਿੰਦੇ ਵੀ ਦੁਬਾਰਾ ਅਸੀਂ ਤਕੜੀ ਟੱਕਰ ਦੇਣੀ ਆ, ਉਹਦੇ ਤੋਂ ਵੀ ਹੋ ਸਕਦਾ ਬੀਜੇਪੀ ਨੂੰ ਲੱਗਾ ਹੋਵੇ ਵੀ ਯਾਰ ਇਹ ਉੱਠ ਪੈਣ ਲੱਗੀ। ਇੱਦਾਂ ਦਾ ਨਾ ਵੀ ਜਿੱਦਾਂ ਭਲਵਾਨ ਪਹਿਲਾਂ ਚੰਗਾ ਦਬਲਿਆ ਹੋਵੇ ਤੇ ਉਧਰੋਂ ਵੀ ਢੋਲ ਢਾਲ ਵੱਜ ਹਟਿਆ ਹੋਵੇ ਵੀ ਯਾਰ ਹੁਣ ਇਹ ਗਿਆ ਈ, ਅਚਾਨਕ ਉਹਦਾ ਹੱਥ ਹੁੱਥ ਜਿਹਾ ਹਿੱਲੇ, ਪਾਸਾ ਜਾ ਉਹ ਲਵੇ ਤੇ ਫਿਰ ਨਿਗਾਹ ਜੀ ਤੇ ਪੈਂਦੀ ਵੀ ਨਹੀਂ, ਅਜੇ ਹਿਲਦਾ ਹੀ ਅਜੇ ਹੈਗਾ ਹੀ। ਦੂਸਰੇ ਪਾਸੇ ਹੁਣ ਨਵਾਂ ਭਲਵਾਨ ਇੱਕ ਹੋਰ ਆ ਜਾਵੇ, ਉਹ ਅਜੇ ਅਖਾੜੇ 'ਚ ਭਾਵੇਂ ਨਾ ਵੜਿਆ ਹੋਵੇ ਤੇ ਉਹ ਘੇਰੇ ਢੋਲ ਵਾਲੇ ਦੇ ਨਾਲ ਹੀ ਹੈ ਨਾ, ਇੱਕ ਨਾਲ ਉਹਦੇ ਝੰਡੇ ਵਾਲਾ ਹੁੰਦਾ ਤੇ ਇੱਕ ਉਸ ਤੋਂ ਬਾਅਦ ਡਾਂਗ ਵਾਲਾ ਹੁੰਦਾ, ਤੇ ਉਹ ਅਖਾੜੇ ਦੇ ਘੇਰੇ ਚੱਕਰ ਲਾਉਣ। ਉੱਦਾਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਕੰਮ ਸ਼ੁਰੂ ਕਰਤਾ ਹੈ ਵੀ ਕਦੀ ਇੱਥੇ ਚੱਲ ਗਏ, ਕਦੇ ਉੱਥੇ ਚੱਲ ਗਏ, ਫਲਾਣੇ ਨੇ ਵੀ ਸਪੋਰਟ ਦੇਤੀ, ਢੀਂਡੇ ਨੇ ਵੀ ਸਪੋਰਟ ਦੇਤੀ। ਹੁਣ ਜਿਨ੍ਹਾਂ ਦੀ ਭਾਈ ਸਾਹਿਬ ਪਹਿਲਾਂ ਰਮਾਲੀ ਹੁੰਦੀ ਹੈ, ਜਿਨ੍ਹਾਂ ਦੀ ਅਗਲਿਆਂ ਕੋਲੇ ਅਵਾਰਡ ਹੁੰਦਾ, ਉਹ ਕਹਿੰਦੇ ਵੀ ਚਲੋ ਬਾਕੀ ਠੀਕ ਹੈ, ਇਹ ਮੁੰਡਾ ਭਾਵੇਂ ਕੱਲ੍ਹ ਦਾ ਲੱਗਦਾ, ਅਜੇ ਹੋ ਸਕਦਾ ਕਾਰੇ ਸਰੀਰ ਦਾ ਹੋਵੇ, ਪਤਾ ਕੁਛ ਨਹੀਂ ਹੁੰਦਾ ਵੀ ਫੁਰਤੀ ਕਿੰਨੀ ਕਿਆ ਜੀ, ਵੀ ਆਪਾਂ ਵੀ ਆਪਣਾ ਚੈੱਕ ਕਰੀਏ ਜਰਾ ਵੀ ਗੋਡਿਆਂ ਜਾਨ ਹੈ ਕਿ ਨਹੀਂ ਹੈ। ਇਹਦੇ 'ਚ ਮੈਨੂੰ ਲੱਗਦਾ ਵੀ ਹੋਰ ਕਿਸੇ ਦਾ ਭਲਾ ਹੋਵੇ ਨਾ ਹੋਵੇ, ਪੁਰਾਣੇ ਭਾਈਵਾਲਾਂ ਦਾ ਭਲਾ ਹੋ ਸਕਦਾ, ਕਿਉਂਕਿ ਦੇਖੋ ਜਿਹੜੇ ਨਵੇਂ ਨਾਲ ਜੁੜਨੇ ਉਹਨਾਂ ਦੇ ਪਤਾ ਨਹੀਂ ਜੁੜਨ ਨਾ ਜੁੜਨ, ਪਰ ਜੇ ਸ਼ਿਵ ਸੈਨਾ ਜਿੱਦਾਂ ਅਗਲਿਆਂ ਨੇ ਜਮ੍ਹਾਂ ਪਾਸੇ ਕੀਤੀ ਸੀ, ਕੁਛ ਪਤਾ ਨਹੀਂ ਲੋੜ ਪੈਣ ਦੇ ਨਾਲ ਲਾ ਲੈਣ।
ਦੂਜੇ ਪਾਸੇ ਅਕਾਲੀ ਦਲ ਦਾ ਵੀ ਕੀ ਅਗਲੇ ਆਖਣ ਵੀ ਯਾਰ ਚਲੋ ਭਾਵੇਂ ਜਿਵੇਂ ਮਰਜ਼ੀ ਆ, ਹੁਣ ਇੰਨਾ ਕੁਝ ਹੋ ਗਿਆ, ਹੁਣ ਸ਼ਾਇਦ ਉਹ ਗੱਲ ਨਾ ਹੋਵੇ ਤੇ ਕੀ ਪਤਾ ਉੱਥੇ ਵੀ ਗੱਲ ਬਣ ਜਾਵੇ ਵੀ ਜਿਹੜੀ ਮੰਗ ਉਹ ਮੇਰਾ ਖਿਆਲ ਅੱਜ ਤੋਂ 10 ਸਾਲ ਪਹਿਲਾਂ ਕਰਦੇ, ਥੋੜ੍ਹੀਆਂ ਸੀਟਾਂ ਵਧਾਓ, ਸਾਡੀਆਂ ਥੋੜ੍ਹੀਆਂ ਵੱਧ ਸੀਟਾਂ ਦਿਓ, ਥੋੜ੍ਹਾ ਸਾਨੂੰ ਮਾਲਵੇ ਦੇ ਵਿੱਚ ਹੋਰ ਸੀਟਾਂ ਦਿਓ। ਉਦੋਂ ਤੇ ਮੇਰਾ ਖਿਆਲ ਅਕਾਲੀ ਦਲ ਵਾਲੇ ਪੈਰਾਂ 'ਤੇ ਪਾਣੀ ਨਹੀਂ ਪੈਣਾ, ਤੇ ਨਾ ਇੰਨੀਆਂ ਮਿਲਣੀਆਂ ਲੈਣੀਆਂ ਲਓ, ਨਹੀਂ ਤਾਂ ਨਾ ਸਹੀ। ਹੋ ਸਕਦਾ ਅਗਲੇ ਆਖਣ ਵੀ ਕਿੱਦਾਂ ਜੀ, ਉਹ ਆਖੇ ਸੀਟਾਂ ਜਿੰਨੀਆਂ ਮਰਜ਼ੀ ਲੈ ਲਓ ਭਾਜੀ, ਬੱਸੇ ਚੜਾ ਲਓ, ਮਗਰਲੀ ਸਾਡੇ ਵਾਲੀ ਪੈਂਚਰ ਜੀ ਦੇ ਟਾਇਰ ਨਵੇਂ ਮਿਲ ਨਹੀਂ ਡਏ। ਸੋ ਮੈਨੂੰ ਲੱਗਦਾ ਵੀ ਅਕਾਲੀ ਦਲ, ਸ਼ਿਵ ਸੈਨਾ ਜਾਂ ਜਿਹੜੀਆਂ ਮਤਲਬ ਉਹ ਪਾਰਟੀਆਂ ਜਿਹੜੀਆਂ ਸ਼ੁਰੂ 'ਚ ਉਸ NDA ਦੇ ਅਲਾਇੰਸ ਦਾ ਹਿੱਸਾ ਬਣੀਆਂ ਸੀਗੀਆਂ, ਜਦੋਂ UPA ਤੇ NDA ਦੋ ਅਲੱਗ-ਅਲੱਗ ਅਲਾਇੰਸ ਜਿਹੜੇ ਸੀ ਉਹ ਭਾਰਤ 'ਤੇ ਰਾਜ ਕਰਦੇ ਸੀ, ਉਦੋਂ ਤਾਂ ਮੈਨੂੰ ਲੱਗਦਾ ਹੈ ਵੀ ਹੋਰ ਕੁਝ ਬਣੇ ਨਾ ਬਣੇ, ਸ਼ਾਇਦ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਸਾਹਿਬ ਦਾ ਜਹਾਜ਼ 'ਤੇ ਫੂਕਿਆ ਤੇਲ ਜਿਹੜਾ ਉਹ ਅਕਾਲੀ ਦਲ ਦੇ ਕੰਮ ਆ ਜੀ। ਦੇਖੋ 4 ਸੀਟਾਂ ਨੇ ਜਿਹੜੀਆਂ ਅਕਾਲੀ ਦਲ ਤੇ ਭਾਜਪਾ ਦੇ ਕੋਲ ਨੇ ਲੋਕ ਸਭਾ ਦੀਆਂ। ਗੁਰਦਾਸਪੁਰ ਤੇ ਹੁਸ਼ਿਆਰਪੁਰ BJP ਕੋਲ ਹੈ, ਦੂਸਰੇ ਪਾਸੇ ਫਿਰੋਜ਼ਪੁਰ ਤੇ ਬਠਿੰਡਾ ਅਕਾਲੀ ਦਲ ਦੇ ਕੋਲ ਹੈ। 9 ਸੀਟਾਂ ਇਹਨਾਂ ਕੋਲ ਹੈ ਨਹੀਂ, ਉਹ ਕਾਂਗਰਸ ਪਾਰਟੀ ਦੇ ਕੋਲ ਨੇ। ਹੁਣ ਇਹ ਵੀ ਗੱਲ ਬੜੀ ਕਲੀਅਰ ਹੈ ਕਿ ਜੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਭਾਰਤੀ ਜਨਤਾ ਪਾਰਟੀ ਨੇ ਦੁਬਾਰਾ ਜਿੱਤਣੀ ਹੈ, ਸੌਖੀ ਨਹੀਂ ਉਹਨਾਂ ਲਈ। ਉਹਨਾਂ ਨੇ ਲੋਕ ਸਭਾ ਦੀ ਚੋਣ ਜਿਹੜੀ ਜ਼ਿਮਨੀ ਚੋਣ ਹੋਈ ਉਹ ਵੀ ਦੇਖ ਲਈ, ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਵੀ ਦੇਖ ਲਏ, ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਨਿਗਮ ਚੋਣਾਂ ਦੇ ਨਤੀਜੇ ਵੀ ਦੇਖ ਲੈਣੇ ਆ। ਜਾਣੀ ਇੱਕ ਤਾਂ ਖਬਰਾਂ ਇਹ ਚੱਲਣਗੀਆਂ ਕਿ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਪੁਰਾਣੀਆਂ ਸੀਟਾਂ ਬਰਕਰਾਰ ਰੱਖੀਆਂ, ਦੂਸਰਾ ਕਿ ਖਾਲੀ ਖਾਤਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਤਾ ਕਿ ਜੇ ਅਸੀਂ ਬਠਿੰਡਾ, ਕਿਉਂਕਿ ਬਠਿੰਡਾ ਤਾਂ ਪਿਛਲੀਆਂ 2 ਇਲੈਕਸ਼ਨਾਂ 20-20 ਹਜ਼ਾਰ ਦੇ ਫਰਕ ਨਾਲ ਅਕਾਲੀ ਦਲ ਜਿੱਤਿਆ, ਚਾਹੇ ਮਨਪ੍ਰੀਤ ਸਿੰਘ ਬਾਦਲ ਤੋਂ ਤੇ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ, ਤੇ ਉਹ 20 ਹਜ਼ਾਰ ਦਾ ਫਰਕ ਐਤਕੀ ਤਾਂ ਹੋਰ ਵੀ ਕਸੂਤੀਆਂ ਸਥਿਤੀਆਂ ਨੇ ਜਿਸ ਥਾਂ ਦੇ ਉੱਤੇ ਪਹੁੰਚ ਗਏ ਆ, ਤੇ ਉਹ 20 ਹਜ਼ਾਰ ਦਾ ਫਰਕ ਜਾਰੀ ਕਿੱਦਾਂ ਰੱਖਣਾ ਹੈ, ਉਹਨੂੰ ਜਿੱਤ 'ਚ ਕਿੱਦਾਂ ਤਬਦੀਲ ਕਰਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਾਲੀ ਫਿਰੋਜ਼ਪੁਰ ਦੀ ਸੀਟ ਜਿਹੜੀ ਹੈ ਉਹ ਵੀ ਐਤਕੀ ਸੁਖਾਲੀ ਨਹੀਂ। ਜੇ ਤਾਂ ਦੋਨੇ ਹੀ ਰਲਦੇ ਆ ਫਿਰ ਇਹਨਾਂ 4 ਸੀਟਾਂ ਦੇ ਉੱਤੇ ਦੁਬਾਰਾ ਟੱਕਰ ਦੇ ਦੇਣਗੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਜੇ ਦੋਨੇ ਧਿਰਾਂ ਨਹੀਂ ਰਲਦੀਆਂ, ਹੋ ਸਕਦਾ ਇੱਕ ਆ ਜਾਵੇ, ਹੋ ਸਕਦਾ ਉਹ ਵੀ ਨਾ ਆਵੇ, ਜੋ ਅੱਜ ਦੇ ਹਾਲਾਤ ਨੇ। ਇਸ ਕਰਕੇ ਸਿਆਸੀ ਤੌਰ ਦੇ ਉੱਤੇ ਜਮਾ ਗੁਣਾ ਘਟਾਓ ਉਹ ਸਾਰਾ ਕੁਛ ਹੀ ਕਰਦੇ ਹੋਣੇ ਆ। ਉਹਨਾਂ ਨੇ ਆਪੋ ਆਪਣੇ ਹਾਲਾਤ ਦੇਖੇ ਹੋ ਆ, ਤੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ, ਕਿਉਂਕਿ ਕਿਹਨੇ ਸੋਚਿਆ ਸੀ ਕਿ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋ ਜੂ, ਕਿਉਂਕਿ ਉਹ ਬਸਪਾ ਜਿਹੜੀ ਖਹਿਰਾ ਸਾਹਿਬ ਦੇ ਨਾਲ ਗੱਠਜੋੜ ਸੀ, ਕਿਸੇ ਵੇਲੇ ਕਾਂਗਰਸ ਦੇ ਨਾਲ ਗੱਠਜੋੜ ਸੀ, ਹਾਲੇ ਅਕਾਲੀਆਂ ਨਾਲ ਗੱਠਜੋੜ ਹੈ। ਜਾਣੀ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਵੇਲੇ ਵੀ ਕੁਝ ਸੰਭਵ ਹੋ ਸਕਦਾ। ਖਹਿਰਾ ਸਾਹਿਬ ਕਾਂਗਰਸ 'ਚ ਹੁੰਦੇ ਸੀ, ਆਪ ਚਾਹੇ ਆਪ 'ਚੋਂ ਵੱਖਰੀ ਪਾਰਟੀ ਬਣਾਈ, ਫਿਰ ਕਾਂਗਰਸ 'ਚ ਆ ਗਏ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਦੱਸਦੀਆਂ ਕਿ ਭਾਈ ਅਜੇ ਚਿੰਤਨ ਮੰਥਨ ਚੱਲ ਰਿਹਾ, ਅਜੇ ਫਾਈਨਲ ਕੁਝ ਨਹੀਂ ਕਿਹਾ ਜਾ ਸਕਦਾ। ਇਹਦੇ ਨਾਲ ਤੇ ਮੈਨੂੰ ਲੱਗਦਾ ਵੀ ਹੋ ਸਕਦਾ ਜਿੰਨਾ ਚਿਰ ਮਾਇਆਵਤੀ ਹੋਰਾਂ ਨੂੰ ਮੇਰਾ ਖਿਆਲ ਵੀ ਹੁਣ ਮੁੱਖ ਸਟੇਜ ਤੋਂ ਲਾਂਭੇ ਹੋਇਆਂ ਹੋ ਗਿਆ, ਤੇ UP ਦੇ ਵਿੱਚ ਚਲੋ ਜੋਗੀ ਸਾਹਿਬ ਦੀ ਸਰਕਾਰ ਚੱਲੀ ਜਾਂਦੀ ਹੈ, ਅਜੇ ਵੀ ਗਾਂਹ ਵੀ ਉਹਨਾਂ ਨੂੰ ਆਸ ਹੈ ਵੀ ਜਿੰਨਾ ਉੱਥੇ ਲੋਕਾਂ ਦਾ ਸਮਰਥਨ ਵੀ ਅਜੇ ਜੋਗੀ ਸਾਹਿਬ ਹਿਲਦੇ ਕਿਤੇ ਨਹੀਂ। ਹੁਣ ਜੇ ਹਿਲਦੇ ਕਿਤੇ ਨਹੀਂ ਹੋਵੇ ਤੇ ਅਖਿਲੇਸ਼ ਯਾਦਵ ਹੋਰਾਂ ਤੇ ਉਧਰ ਹਾਂ ਕਰਤੀ ਹੈ, ਪਰ ਅਜੇ ਮਾਇਆਵਤੀ ਹੋਰਾਂ ਹਾਂ ਨਹੀਂ ਕੀਤੀ। ਇਹਦਾ ਮਤਲਬ ਮਾਇਆਵਤੀ ਹੋਣੀ ਵੀ ਸੋਚਦੇ ਹੋਣਗੇ ਵੀ ਸਾਡਾ ਅਕਾਲੀ ਦਲ ਨਾਲ ਗੱਠਜੋੜ ਹੈ, ਚਲੋ ਜੇ ਸਿੱਧੀ ਟਿਕਟ ਨਾ ਮਿਲੇ, ਕਿਸੇ ਵੇਲੇ ਹੁੰਦਾ ਨਾ ਵੀ ਇੱਧਰੋਂ ਪਤਾ ਨਹੀਂ ਆਉਂਦੇ ਵੀ ਨਹੀਂ ਮਿਲਣੀ ਟਿਕਟ, ਤੇ ਤੂੰ ਪੁੱਤ ਆਨਲਾਈਨ ਲੈ ਲਈ। ਹੋ ਸਕਦਾ UP ਵਾਲੇ ਪਾਸੋਂ ਗੱਲ ਨਾ ਬਣੇ ਤੇ ਇੱਧਰ ਜੇ ਅਕਾਲੀ ਬਸਪਾ ਗੱਠਜੋੜ ਆ, ਜੇ ਕਿਤੇ ਬਹਿੰਦੇ ਖਲੋਂਦੇ ਗੱਲ ਚੱਲੇ ਤੇ ਆਖਣ ਵੀ ਚਲੋ ਬਾਕੀ ਠੀਕ ਹੈ, ਤੁਸੀਂ ਸਾਡੇ ਨਾਲ ਗੱਲ ਤੇ ਚਲਾਓ ਥੋੜ੍ਹੀ ਜਿਹੀ, UP 'ਚ ਵੀ ਥੋੜ੍ਹਾ ਬਹੁਤ ਆਪਾਂ ਤੁਹਾਡੇ ਨਾਲ ਜੁੜ ਜਾਂਦੇ ਹਾਂ, ਤੇ ਉਹ ਜਾਣੇ ਜੇ ਰਲਦੇ ਮਿਲਦੇ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਲਾਈ ਪਵਾਂਗੇ। ਜਿੱਦਾਂ ਕੈਲਕੂਲੇਸ਼ਨ ਤੁਸੀਂ ਪੰਜਾਬ ਦੀਆਂ 13 ਸੀਟਾਂ ਦੀ ਕਰਕੇ ਦੱਸੀ, UP ਤੇ ਸੁੱਖ ਨਾਲ ਸੀਟਾਂ ਬੜੀਆਂ ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਸੰਧਾਲੀਆ ਸਾਹਿਬ। ਚਲੋ ਬਾਕੀ ਦੇਖਦੇ ਹਾਂ, ਗਿਣਤੀਆਂ ਮਿਣਤੀਆਂ ਅਜੇ 5-7 ਵਾਰੀ ਇਦਾਂ ਉਤਰਾ ਚੜ੍ਹਾ ਵਾਲੀਆਂ ਖਬਰਾਂ ਆਉਣਗੇ, ਡਿਸੀਜਨ ਫਿਰ ਹੋਣਾ। ਨਹੀਂ, ਨਾਲੇ ਕਈ ਵਾਰ ਇਹ ਵੀ ਹੁੰਦਾ ਵੀ ਇਹ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਨਾ ਹਵਾ ਚੈੱਕ ਵਾਲੀ, ਹਾਂਜੀ, ਇਹ ਕਈ ਵਾਰ ਹਵਾ ਚੈੱਕ ਵਾਲੀਆਂ ਖਬਰਾਂ ਹੁੰਦੀਆਂ ਵੀ ਇੱਕ ਵਾਰ ਥੋੜਾ ਬਿਆਨ ਦੇ ਕੇ ਵੇਖੋ ਭਲਾ ਕੌਣ ਕਿੱਦਾਂ ਬੋਲਦਾ ਹੀ। ਹਾਂ, ਵੀ 2 ਵਾਰੀ ਉਹ ਟਿਊਬ ਜੀ ਪਾਣੀ ਦੇ ਵਿੱਚ ਦੀ ਲੰਘਾਓ, ਬੁਲਬੁਲੇ ਆਉਂਦੇ ਕਿਤੇ ਕਿ ਨਹੀਂ ਆਉਂਦੇ। ਅੱਛਾ ਸੰਧਾਲੀਆ ਸਾਹਿਬ, ਹੋਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੈਸੇ ਤਾਂ ਜਦੋਂ ਸ਼ੁਰੂਆਤੀ ਦੌਰ ਸੀ ਉਦੋਂ ਕਿਹਾ ਗਿਆ ਸੀ ਕਿ ਇੱਕ ਵਿਅਕਤੀ ਇੱਕ ਸੀਟ, ਇੱਕ ਅਹੁਦਾ, ਇੱਕ ਤਾਕਤ। ਪਰ ਕੇਜਰੀਵਾਲ ਸਾਹਿਬ ਜਦੋਂ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਨਵੀਨਰਸ਼ਿਪ ਨਹੀਂ ਸੀ ਛੱਡੀ। ਯੋਗੇਂਦਰ ਯਾਦਵ, ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਕਈ ਬੰਦੇ ਇਸ ਗੱਲੋਂ ਅੱਡ ਹੋ ਗਏ ਸੀ ਕਿ ਭਾਈ जिस बात को लेके चले थे वो बात पूरी तो करनी चाहिए ना। वो कहते पूरी पारी कोई नहीं, पर वो बंदे बाहर चले गए। ये 3 वारी लगातार मुख्य मंत्री बन गए। भगवंत मान साहब पंजाब के प्रधान, ये मुख्य मंत्री बन गया, ना किसी ने मंग की ते ना कोई गल अगे वधी। वो मुख्य मंत्री भी ते आम आदमी पार्टी की पंजाब इकाई के प्रधान भी। पर अचानक हुण जदों भगवंत मान साहब नूं वाहवा चक्कर केजरीवाल साहब दे नाल लाउणे पै रहे है, वो चीफ मिनिस्टर बन गए। किसी नूं चित चेता भी नहीं सी कि इदां होऊगा, पर आम आदमी पार्टी ने 5-6 अहुदेदार ऐलाने ते वो सारा कुछ लोक सभा दीआं चोणां नूं सामणे वेखदिआं होया। हुण तुसीं पहिलां देखो, आम आदमी पार्टी दे सब तो वध पढ़े लिखे
ਸਿਆਣੇ ਸੰਜੀਦਾ ਲੀਡਰ ਮੰਨੇ ਜਾਂਦੇ ਆ। ਚਲੋ ਬਾਕੀ ਤਾਂ ਹਲਕੇ ਦੇ ਲੋਕ ਦੱਸ ਸਕਦੇ ਆ। ਪ੍ਰਿੰਸੀਪਲ ਬੁੱਧਰਾਮ, ਉਹਨਾਂ ਨੂੰ ਤਾਂ ਬਹੁਤ ਸਾਰੇ ਲੋਕ ਮਿਨਿਸਟਰ ਵੀ ਗਿਣਦੇ ਸੀ ਕਿ ਇਹਨਾਂ ਨੂੰ ਮੰਤਰੀ ਜ਼ਰੂਰ ਬਣਾਉਣਗੇ ਬਈ। ਪ੍ਰਿੰਸੀਪਲ ਬੁੱਧਰਾਮ ਹੋਰੀ ਪਿਛਲੀ 17 ਚ ਵੀ ਜਿੱਤੇ, 22 ਚ ਵੀ ਇਲੈਕਸ਼ਨ ਜਿੱਤੇ। ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ, ਜਾਣੀ ਕਿ ਭਗਵੰਤ ਮਾਨ ਸਾਹਿਬ ਚੀਫ ਮਿਨਿਸਟਰ, ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ, ਪਰ ਕਾਰਜਕਾਰੀ ਪ੍ਰਧਾਨ ਇਹ ਜਾਣੀ ਜਦੋਂ ਭਗਵੰਤ ਮਾਨ ਸਾਹਿਬ ਇੱਥੇ ਨਹੀਂ ਹੋਣਗੇ ਜਾਂ ਭਗਵੰਤ ਮਾਨ ਸਾਹਿਬ ਸਰਕਾਰ ਦੇ ਕੰਮਾਂ 'ਚ ਬਿਜ਼ੀ ਹੋਣਗੇ, ਬੁੱਧਰਾਮ ਜੀ ਤੁਸੀਂ ਦੇਖਣਾ ਹੀ ਕੰਮ। ਇਹਦੇ ਤੋਂ ਬਾਅਦ ਕਿਉਂਕਿ ਪਿਛਲੇ ਦਿਨੀ ਚਰਚਾ ਬੜੀ ਚੱਲੀ ਸੀ ਜਗਰੂਪ ਸਿੰਘ ਸੇਖਵਾਂ ਦੀ, ਸੇਵਾ ਸਿੰਘ ਸੇਖਵਾਂ ਸਾਹਿਬ ਦੇ ਬੇਟੇ ਨੇ, ਕਾਦੀਆਂ ਤੋਂ ਐਤਕੀ ਚੋਣ ਲੜੇ ਸੀ, ਪ੍ਰਤਾਪ ਸਿੰਘ ਬਾਜਵਾ ਸਾਹਿਬ ਤੋਂ ਹਾਰੇ, ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ, ਇੱਕੋ ਜਨਰਲ ਸਕੱਤਰ। ਹੁਣ ਜਗਰੂਪ ਸਿੰਘ ਸੇਖਵਾਂ ਸਾਹਿਬ ਦਾ ਨੰਬਰ ਲੱਗ ਗਿਆ, ਉਹਦੇ ਪਿੱਛੇ ਕਾਰਨ ਕੀ ਨੇ ਆਪਾਂ ਅੱਗੇ ਜਾ ਕੇ ਫੋਲਦੇ ਹਾਂ ਕਾਰਨ। ਫਿਰ ਇੱਕ ਬੰਦੇ ਲਾਡੀ ਢੋਸ ਹੋਰਾਂ ਨੂੰ, ਉਹ ਇਸ ਵੇਲੇ MLA ਵੀ ਨੇ, ਉਹ ਧਰਮਕੋਟ ਤੋਂ ਯੂਥ ਵਿੰਗ ਦੇ ਉਹਨਾਂ ਨੂੰ ਪ੍ਰਧਾਨ ਬਣਾਤਾ ਪੰਜਾਬ ਦੇ, ਅਕਾਲੀ ਦਲ ਨੇ ਹੁਣੇ ਯੂਥ ਵਿੰਗ ਦਾ ਪ੍ਰਧਾਨ ਲਾਇਆ। ਇਹਦੇ ਤੋਂ ਬਾਅਦ ਇੱਕ ਸ਼ਹਿਰੀ ਜਿਹੜੇ ਕਲਸੀ ਹੋਣੇ ਨੇ, ਸ਼ਹਿਰੀ ਕਲਸੀ ਉਹਨਾਂ ਦਾ ਨਾਮ, ਉਹ ਬਾਬੇ ਬਕਾਲੇ ਤੋਂ MLA ਨੇ, ਬਟਾਲੇ ਤੋਂ MLA ਨੇ, ਬਟਾਲੇ ਤੋਂ MLA ਨੇ, ਉਹਨਾਂ ਨੂੰ ਮਾਝੇ ਦੇ ਕੋਟੇ ਦੇ ਵਿੱਚੋਂ ਮੀਤ ਪ੍ਰਧਾਨ ਬਣਾਇਆ। ਜਸਵੀਰ ਸਿੰਘ ਰਾਜਾ ਗਿੱਲ ਹੋ ਰਹੀ ਹੈ, ਉਹ ਹੁਸ਼ਿਆਰਪੁਰ ਦੇ ਉੜਮੁੜ ਟਾਂਡਾ ਵਿਧਾਨ ਸਭਾ ਹਲਕੇ ਤੋਂ ਜਿੱਤੇ ਨੇ, ਇੱਕ ਬੰਦਾ ਦੁਆਬੇ ਦੇ ਵਿੱਚੋਂ ਮੀਤ ਪ੍ਰਧਾਨ ਬਣਾਤਾ। ਇਸੇ ਤਰੀਕੇ ਖੰਨੇ ਤੋਂ ਜਿਹੜੇ ਜਿੱਤੇ ਨੇ ਉਹਨਾਂ ਨੂੰ ਵੀ ਬਣਾ ਦਿੱਤਾ, ਮੇਰੇ ਖਿਆਲ ਸੋਹ ਦਾ ਉਹਨਾਂ ਦਾ ਨਾਮ ਪਿੱਛੇ, ਉਹਨਾਂ ਨੂੰ ਬਣਾ ਦਿੱਤਾ ਮੀਤ ਪ੍ਰਧਾਨ। ਫਿਰ ਸਭ ਤੋਂ ਇੰਪੋਰਟੈਂਟ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ ਕਾਕਾ ਬਰਾੜੋਰੀ, ਉਹਨਾਂ ਨੂੰ ਵੀ ਮੀਤ ਪ੍ਰਧਾਨ ਬਣਾਇਆ। ਜਾਣੀ 2 ਬੰਦੇ ਮਾਲਵੇ ਚੋਂ, ਇੱਕ ਦੁਆਬੇ ਚੋਂ, ਇੱਕ ਮਾਝੇ ਚੋਂ, 4 ਬੰਦੇ ਮੀਤ ਪ੍ਰਧਾਨ। ਮਾਝੇ ਵਾਲੀ ਸੀਟ ਤੋਂ ਹੀ ਜਿਹੜੇ ਕਾਦੀਆਂ ਤੋਂ ਜਿੱਤੇ ਨਹੀਂ ਸੀ ਜਗਰੂਪ ਸੇਖਵਾਂ, ਉਹਨਾਂ ਨੂੰ ਜਨਰਲ ਸਕੱਤਰ ਮਾਝੇ ਚੋਂ 2 ਹੋ ਗਿਆ। ਉਹਦੇ ਪਿੱਛੇ ਮੈਨੂੰ ਕਾਰਨ ਵੀ ਵੱਡਾ ਲੱਗਦਾ, ਕਿਉਂਕਿ ਜਗਰੂਪ ਸੇਖਵਾਂ ਹੋਰੀ ਜਿਸ ਹਲਕੇ ਤੋਂ ਆਉਂਦੇ ਆ ਕਾਦੀਆਂ ਤੋਂ, ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਹਿੱਸਾ, ਉੱਥੋਂ BJP ਲਗਾਤਾਰ ਜਿੱਤਦੀ ਆ ਰਹੀ ਹੈ, ਉੱਥੇ ਹੀ ਅਮਿਤ ਸ਼ਾਹ ਸਾਹਿਬ ਪ੍ਰਚਾਰ ਕਰਨ ਆ ਰਹੇ ਨੇ। ਉਹਨਾਂ ਦੇ ਨਾਲ ਦੇ ਗੁਆਂਢੀ ਹਲਕੇ ਪਠਾਨਕੋਟ ਤੋਂ ਹੀ BJP ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਨੇ। ਜਾਣੀ ਕਿ BJP ਨੂੰ ਟੱਕਰ ਦੇਣ ਦੇ ਲਈ ਲੋਕਲ ਕੋਈ ਲੀਡਰ ਵੱਡਾ ਅਹੁਦੇ ਵਾਲਾ ਹੋਵੇ, ਉਹ ਵੀ ਕੰਮ ਕਰ ਦਿੱਤਾ। ਅਕਾਲੀ ਸਫਾਂ ਦੇ ਵਿੱਚੋਂ 4 ਬੰਦੇ ਖਿੱਚ ਕੇ ਵੀ ਲਿਆ ਸਕਦੇ ਆ। ਦੂਸਰੇ ਪਾਸੇ ਹੁਸ਼ਿਆਰਪੁਰ ਵਾਲੀ ਸੀਟ ਦਾ ਹਿੱਸਾ ਉੜਮੁੜ ਟਾਂਡਾ, ਜਿਹਦੇ ਵਿੱਚੋਂ ਜਸਵੀਰ ਸਿੰਘ ਰਾਜਾ ਗਿੱਲ ਹੋਰੀ ਜਿਹੜੇ ਆ ਉਹ MLA ਨੇ। ਹੁਸ਼ਿਆਰਪੁਰ ਸੀਟ ਵੀ ਭਾਜਪਾ ਦੀ ਆ, ਉੱਥੇ JP ਨੱਡਾ ਸਾਹਿਬ ਆਉਣ ਵਾਲੇ ਥੋੜੇ ਦਿਨਾਂ 'ਚ, ਉੱਥੋਂ BJP ਨੂੰ ਕੇਂਦਰ ਦੇ ਮੰਤਰੀ ਨੇ ਸੋਮ ਪ੍ਰਕਾਸ਼ ਕੈਂਥ ਹੋਰੀ, ਉਹਨਾਂ ਨੂੰ ਟੱਕਰ ਦੇਣ ਦੇ ਲਈ ਵੀ ਕੋਈ ਲੀਡਰ ਸਟੈਬਲਿਸ਼ ਕਰਨਾ ਹੈ, ਸੋ ਉਹਨਾਂ ਨੂੰ ਵੀ ਸਟੈਬਲਿਸ਼ ਕਰ ਦਿੱਤਾ। ਤੇ ਭਾਈ ਜਿਹੜੇ ਬੁੱਧਰਾਮ ਹੋਰੀ ਨੇ, ਉਹਨਾਂ ਦਾ ਹਲਕਾ ਤਾਂ ਬਠਿੰਡਾ ਫਿਰੋਜ਼ਪੁਰ ਸਾਰੇ ਪਾਸੇ ਮਾਰ ਕਰਦਾ, ਲਾਡੀ ਢੋਸ ਹੋਰੀ ਵੀ ਉਧਰਲੇ ਪਾਸੇ ਨੂੰ ਦੇਖਣਗੇ। ਸੋ ਲੋਕ ਸਭਾ ਦੀਆਂ ਚੋਣਾਂ ਨੂੰ ਸਾਹਮਣੇ ਰੱਖਦਿਆਂ ਆਮ ਆਦਮੀ ਪਾਰਟੀ ਨੇ ਆਪਣੇ ਮੋਰਚੇ ਦਾ ਵੱਟ ਲਿਆ। ਮਤਲਬ ਇਹ ਹੋ ਗਿਆ ਵੀ ਹੁਣ ਤੱਕ ਇਹ ਜਾਪਦਾ ਸੀ ਵੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਬਣ ਗਈ ਸਰਕਾਰ, ਤੇ ਲੋਕ ਆਮ ਆਦਮੀ ਪਾਰਟੀ ਤੇ ਸਰਕਾਰ ਨੂੰ ਇੱਕ ਸਮਝਦੇ ਸੀ ਜਿੱਦਾਂ ਇੱਕ ਪਾਰਟੀ ਆ, ਪਾਰਟੀ ਦੀ ਸਰਕਾਰ ਹੈ, ਤੇ ਗੱਲ ਠੀਕ ਹੈ, ਹੁਣ ਜੋ ਕਰਨਾ ਸਰਕਾਰ ਨੇ ਕਰਨਾ। ਪਰ ਜਿਹੜਾ ਪਾਰਟੀ ਦਾ ਢਾਂਚਾ ਉਹਨੂੰ ਦੇਖਣਾ ਵੀ ਕਿੱਥੋਂ ਹੁਣ ਨਵੇਂ ਬੰਦਿਆਂ ਨੂੰ ਐਡ ਕਰਨਾ, ਕਿੱਥੋਂ ਕਿਹਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਆ, ਕਿੱਥੇ ਹੁਣ ਨਵੀਆਂ ਰੈਲੀਆਂ ਕਰਨ ਦੀ ਲੋੜ ਆ, ਕਿੱਥੋਂ ਕਿਸ ਤਰ੍ਹਾਂ ਆਪਾਂ ਹੁਣ 2024 ਲਈ ਸਾਰੀ ਰਣਨੀਤੀ ਘੜਨੀ ਆ। ਇਹ ਗੱਲ ਠੀਕ ਹੈ ਮੇਰਾ ਖਿਆਲ ਵੀ ਹੁਣ ਜੇ ਮੁੱਖ ਮੰਤਰੀ ਸਾਹਿਬ ਨੂੰ ਦੇਖਿਆ ਜਾਵੇ ਤਾਂ ਉਹ ਪ੍ਰਧਾਨ ਜ਼ਰੂਰ ਨੇ, ਪਰ ਜੇ ਉਹ ਪੰਜਾਬ ਨੂੰ ਦੇਖਣਗੇ ਜਾਂ ਉਹ ਕੇਜਰੀਵਾਲ ਸਾਹਿਬ ਦੇ ਨਾਲ ਦੇਸ਼ ਨੂੰ ਦੇਖਣਗੇ ਜਾਂ ਫਿਰ ਉਹ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਦਾ ਸਟਰਕਚਰ ਢਾਂਚਾ ਉਹਨੂੰ ਵੇਖਣਗੇ, ਇੰਨੇ ਪਾਸੇ ਨਹੀਂ ਹੋਇਆ ਜਾਂਦਾ। ਮੇਰਾ ਖਿਆਲ ਪ੍ਰਿੰਸੀਪਲ ਬੁੱਧਰਾਮ ਹੋਰਾਂ ਨੂੰ ਜਦੋਂ ਉਹਨਾਂ ਨੇ ਵਰਕਿੰਗ ਪ੍ਰੈਜ਼ੀਡੈਂਟ ਬਣਾਤਾ ਵੀ ਕੰਮ ਤੁਸੀਂ ਕਰਨਾ, ਹੋ ਸਕਦਾ ਕਿ ਵੀ ਇਹਦੇ ਨਾਲ ਨਾਲ ਹੋਰ ਜ਼ਿੰਮੇਵਾਰੀਆਂ ਵੀ ਹੋਣ ਅੰਦਰ ਖਾਤੇ, ਜਿਹਦੇ ਨਾਲ ਉਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹ ਜਿਹੜੀ ਗੱਲ ਆਪਾਂ ਸੁਣਦੇ ਸੀ ਵੀ ਯਾਰ ਉਹਨਾਂ ਦਾ ਤਾਂ ਮੰਤਰੀ ਬਣਨਾ ਜ਼ਰੂਰੀ ਸੀ। ਆਪਾਂ ਨਹੀਂ ਕਹਿੰਦੇ ਬੰਦੇ ਉਹ ਜਿੱਦਾਂ ਦੇ ਸੁਭਾਅ ਦੇ ਨੇ ਨਾਰਾਜ਼ ਹੋਣ ਵਾਲੇ ਹੈ ਨਹੀਂ, ਪਰ ਕੁਛ ਨਹੀਂ ਪਤਾ ਹੁੰਦਾ, ਕਿਸੇ ਵੇਲੇ ਕੋਈ ਇੱਧਰੋਂ ਉੱਧਰੋਂ ਗੱਲ ਉੱਪਰ ਤੱਕ ਪਹੁੰਚਾਉਂਦਾ ਪਿਆ ਵੀ ਪ੍ਰਿੰਸੀਪਲ ਸਾਹਿਬ ਥੋੜ੍ਹਾ ਜਿਹਾ ਮਹਿਸੂਸ ਕਰਦੇ ਹੀ, ਥੋੜ੍ਹਾ ਜਿਹਾ ਦੇਖੋ। ਹੁਣ ਸਰਕਾਰ ਦੇ ਹਿਸਾਬ ਨਾਲ ਅਹੁਦੇਦਾਰੀਆਂ ਦੇਖੀਆਂ ਜਾਣ ਤੇ ਲਗਭਗ ਮੁਕੰਮਲ ਹੀ ਨੇ, ਹੁਣ ਤੇ ਅਜੇ ਹੈ ਕੋਈ ਨਹੀਂ। ਸੋ ਪਾਰਟੀ ਦੇ ਵਿੱਚ ਮੈਂ ਨਾ ਚਲੋ ਅਹੁਦਾ ਦਿੱਤਾ, ਹੁਣ ਆਪਾਂ ਦੇਖਦੇ ਹਾਂ ਵੀ ਇਹ ਜਿਹੜੇ ਨਵੇਂ ਅਹੁਦੇਦਾਰ ਲਾਏ ਨੇ, ਇਹ ਸਾਰੇ ਅਹੁਦੇਦਾਰ ਹੁਣ ਪਾਰਟੀ ਦੇ ਲਈ ਕੀ ਕੁਛ ਕਰਦੇ। ਬਾਕੀ ਜਿੱਦਾਂ ਇੱਕੋ ਇੱਕ ਜਨਰਲ ਸਕੱਤਰ ਜਗਰੂਪ ਸੇਖਵਾਂ ਨੂੰ ਬਣਾਇਆ, ਮੈਨੂੰ ਉਹ ਯਾਦ ਆ ਗਿਆ ਐਪੀਸੋਡ ਜਦੋਂ ਕੇਜਰੀਵਾਲ ਸਾਹਿਬ ਗਏ ਸੀ ਸੇਖਵਾਂ ਸਾਹਿਬ ਦੇ ਘਰ, ਤੇ ਉਹ ਮੇਰਾ ਖਿਆਲ ਉਦੋਂ ਕਾਫੀ ਬਿਮਾਰ ਸੀਗੇ। ਉਦੋਂ ਜਦੋਂ ਉਹਨਾਂ ਨੇ ਹੱਥ ਫੜਾ ਕੇ ਕੇਜਰੀਵਾਲ ਹੋਰਾਂ ਨੂੰ ਜਗਰੂਪ ਸੇਖਵਾਂ ਦਾ ਵੀ ਆਹ ਹੁਣ ਤੁਹਾਡਾ ਜੀ, ਇਹਨੂੰ ਹੁਣ ਤੁਸੀਂ ਦੇਖਣਾ ਜੇ ਬਸ ਹੈ। ਹੋ ਸਕਦਾ ਵੀ ਉਹ ਕਿਤੇ ਨਾ ਕਿਤੇ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋਵੇ ਕੇਜਰੀਵਾਲ ਸਾਹਿਬ ਦੀ ਵੀ ਯਾਰ ਸੇਖਵਾਂ ਸਾਹਿਬ ਜਾਂਦੇ ਜਾਂਦੇ ਫੜਾ ਗਏ ਸੀ ਹੱਥ, ਮੈਨੂੰ ਜ਼ਿੰਮੇਵਾਰੀ ਦੇ ਗਏ ਸੀ, ਤੇ ਕਿਉਂ ਨਾ ਫਿਰ ਆਪਾਂ ਪਰਿਵਾਰ ਨੂੰ ਨਾਲ ਤੋਰੀਏ। ਨਹੀਂ ਉਹ ਗੱਲ ਹੈਗੀ ਆ। ਬਾਕੀ ਦੱਸਣ ਵਾਲੇ ਤੇ ਵੀ ਦੱਸਦੇ ਆ ਕਿ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਜਿਹੜੀ ਭੰਨ ਤੋੜ ਬਾਕੀ ਸਿਆਸੀ ਪਾਰਟੀਆਂ 'ਚ ਆਮ ਆਦਮੀ ਪਾਰਟੀ ਨੇ ਕੀਤੀ ਹੈ, ਖਾਸ ਤੌਰ 'ਤੇ ਅਕਾਲੀ ਦਲ ਦੇ ਵਿੱਚ ਵੀ ਹੋਈ ਹੈ। ਕਹਿੰਦੇ ਆ ਕਿਉਂਕਿ ਜਗਰੂਪ ਸਿੰਘ ਸੇਖਵਾਂ ਸਾਹਿਬ ਦਾ ਪਰਿਵਾਰ, ਸੇਵਾ ਸਿੰਘ ਸੇਖਵਾਂ ਸਾਹਿਬ ਸਾਰੇ ਉਮਰ ਅਕਾਲੀ ਦਲ 'ਚ ਰਹੇ ਆ, ਪੁਰਾਣੇ ਸੰਬੰਧ ਸੀ,
ਕਹਿੰਦੇ ਆ ਕਿ ਇਹਨਾਂ ਨੇ ਭੂਮਿਕਾ ਚੰਗੀ ਨਿਭਾਈ ਹੈ। ਦੇਖੋ ਗੱਲ ਤੇ ਆਈ ਆ ਭੂਮਿਕਾ ਦਾ, ਪਰ ਭੂਮਿਕਾ ਇੱਧਰ ਨਿਭਾ ਗਏ ਆ, ਪਰ ਇਹਨੂੰ ਨਾਲ ਦੇ ਸਾਥੀ ਉਹਨਾਂ ਦੇ ਉਹ ਬੋਨੀਏ ਨਾਲੇ ਹੋਰੀ ਉਹ ਦੂਜੇ ਪਾਸੇ ਚੱਲ ਗਏ, ਪਤਾ ਨਹੀਂ ਉਧਰ ਭੂਮਿਕਾ ਕਿਉਂ ਨਿਭਾਈ ਗਈ। ਚਲੋ ਸਾਰੇ ਪਾਸੇ ਬੰਦੇ ਸਾਰੇ ਪਾਸੇ ਚਾਹੀਦੇ ਹੁੰਦੇ ਆ, ਆਉਣ ਜਾਣ ਬਣਿਆ ਰਹਿੰਦਾ। ਚਲੋ ਮਤਲਬ ਇਹ ਹੋ ਗਿਆ ਵੀ ਅਕਾਲੀ ਦਲ ਵਾਂਗੂ ਜਿੱਦਾਂ ਅਕਾਲੀ ਦਲ ਨੇ ਆਪਣੇ ਜਿਹੜੇ ਅਹੁਦੇਦਾਰ ਐਲਾਨਣੇ ਸ਼ੁਰੂ ਕਰ ਦਿੱਤੇ ਸੀ, ਵੱਖ-ਵੱਖ ਥਾਵਾਂ ਤੋਂ ਹਲਕਾ ਇੰਚਾਰਜ ਲਾ ਤੇ ਯੂਥ ਪ੍ਰਧਾਨ ਉਹਨਾਂ ਨੇ ਲਾਇਆ ਐਂਡ ਪ੍ਰਚਾਰਿਆ ਵੀ ਇਹ ਵੀ ਆਹ ਦੇਖੋ ਜੀ ਝੰਜਰ ਹੋਰੀ ਆਮ ਘਰ ਦੇ ਇੱਕ ਆਮ ਕਿਸਾਨ ਨੇ। ਤੇ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਨੂੰ ਵੀ ਹੋ ਸਕਦਾ ਚੇਤਾ ਆ ਗਿਆ ਉਹ ਗੁਰੂ ਆਮ ਤੇ ਆਪਾਂ ਹੁੰਨੇ ਹਾਂ, ਉਹ ਦੂਜੇ ਲਾਈ ਲੁਈ ਜਾਂਦੇ ਨੇ, ਆਪਾਂ ਵੀ ਕੁਝ ਕਰ ਲਈਏ। ਸੋ ਉਹਨਾਂ ਨੇ ਵੀ ਅਹੁਦੇਦਾਰੀਆਂ ਵੰਡਤੀਆਂ। ਹੁਣ ਹੋ ਸਕਦਾ ਵੀ ਇੱਧਰ ਰਾਜਾ ਵੜਿੰਗ ਸਾਹਿਬ ਵੀ ਦੇਖਣ ਯਾਰ ਮੈਂ ਵੀ ਕਾਗਜ਼ ਜੇ ਘੱਲੇ ਸੀ ਉੱਤੇ ਵਾਹਵਾ ਚਿਰ ਹੋ ਗਏ, ਉਹ ਅਹੁਦੇਦਾਰੀਆਂ ਉੱਤੋਂ ਗਾਂਧੀ ਪਰਿਵਾਰ ਵੱਲੋਂ ਖੜਗੇ ਸਾਹਿਬ ਵੱਲੋਂ ਜੇ ਮਾਰਕ ਕਰਕੇ ਘੱਲੀਆਂ ਨਹੀਂ ਵਾਪਸ। ਹੋ ਸਕਦਾ ਆਉਂਦੇ ਦਿਨਾਂ 'ਚ ਉਹਨਾਂ ਦੀ ਵੀ ਕੋਈ ਨਾ ਕੋਈ ਖਬਰ ਆ ਜਾਏ ਵੀ ਹਾਂਜੀ ਹੁਣ ਕਾਂਗਰਸ ਪਾਰਟੀ ਨੇ ਵੀ ਨੁਮਾਇੰਦਗੀਆਂ ਦੇ ਦਿੱਤੀਆਂ ਨੇ। ਮਤਲਬ ਉਹੀ ਜਿਹੜੀ ਗੱਲ ਆਪਾਂ ਅੱਗੇ ਕਹਿੰਦੇ ਹੁੰਦੇ ਆ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਗਈ 10 ਵਾਲੀਆਂ ਕਾਪੀਆਂ ਲੈਣੀਆਂ, ਉਹਦੇ ਹਰੇਕ ਪੱਲੇ ਦੇ ਉੱਪਰ ਉਹਨਾਂ ਨੇ ਦੇ ਪ੍ਰਧਾਨ ਦੇ ਸਕੱਤਰ ਦੇ ਹੈ ਨਾ ਕੱਲੇ ਕੱਲੇ ਨੂੰ ਐ ਪੀਪਾ ਬੰਨ ਦੇਣਾ ਪਿੱਛੇ ਪ੍ਰਧਾਨਗੀ ਦਾ। ਕਈ ਵਾਰੀ ਤਾਂ 60-70 ਬੰਦੇ ਦੀ ਲਿਸਟ ਇੱਕ ਵਾਰੀ ਜਾਰੀ ਕਰ ਦਿੰਦੇ ਆ ਲੋਕ। ਮਤਲਬ ਉਹ ਬੰਦਾ ਵੀ ਕਹਿੰਦਾ ਹੁੰਦਾ ਵੀ ਉਹ ਮੈਂ ਅਹੁਦੇਦਾਰ ਹੈਗਾ, ਉਹ ਕਹਿੰਦੇ ਯਾਰ ਤੇਰਾ ਨਾਂ ਕਿੱਥੇ ਭਾਜੀ, ਇੱਥੇ ਕਾਪੀ 'ਚ ਹੋਣਾ ਕਿਤੇ ਫਰੋਲ ਫਰਾਲ ਕੇ ਵੇਖੋ, ਮੈਨੂੰ ਕਿਹਾ ਉਹਨਾਂ ਨੇ ਤੇਰਾ ਨਾਂ ਹੈਗਾ। ਉਹ ਵੀ ਕਹਿੰਦੇ ਯਾਰ ਇਸ ਨਾਂ ਦੇ 4 ਆ, ਤੂੰ ਕਿਹੜਾ ਹੈ ਕਹਿ ਰਹੇ ਹੁੰਦਾ ਨਾ। ਹੁਣ ਵੋਟਾਂ ਨੇ ਹੁਣ ਅਹੁਦੇਦਾਰੀਆਂ ਤਾਂ ਮਿਲਣਗੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬਾਕੀ ਰਾਜਸਥਾਨ ਦੇ ਲੋਕਾਂ ਨੂੰ ਬਈ ਵਧਾਈਆਂ, ਬਹੁਤ ਮੁਬਾਰਕਾਂ। ਅੱਛਾ, ਕਿਉਂਕਿ ਦੋਨੇ ਹੀ ਪਾਰਟੀਆਂ ਜਿਹੜੀਆਂ ਨੇ ਉਹ ਫਿਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਕਰਨਾ ਹੁੰਦਾ, ਜਿਹਦਾ ਵਿਆਹ ਤੋਂ ਪਹਿਲਾਂ ਮਾਈਆਂ ਜ਼ਰੂਰ ਲੱਗਦਾ ਨਾ, ਵਿਆਹ ਤੋਂ ਪਹਿਲਾਂ ਗਾਉਣ ਜ਼ਰੂਰ ਬੈਠ ਹੁੰਦਾ, ਵਿਆਹ ਤੋਂ ਪਹਿਲਾਂ ਫਿਰ ਲੱਡੂ ਲੁੱਡੂ ਬਹੁਤ ਵੱਟ ਹੁੰਦੇ ਆ, ਵਿਆਹ ਤੋਂ ਪਹਿਲਾਂ ਭੱਠੀ ਪੱਟਣੀ ਹੁੰਦੀ ਆ, ਬਿਸਤਰੇ ਇਕੱਠੇ ਕਰਨੇ ਹੁੰਦੇ ਆ, ਉਹ ਸਾਰਾ ਕੰਮ ਰਾਜਸਥਾਨ ਦੇ ਵਿੱਚ ਹੋਣ ਲੱਗ ਪਿਆ। ਗਹਿਲੋਤ ਸਾਹਿਬ ਮੁੱਖ ਮੰਤਰੀ ਨੇ, ਮਤਲਬ ਸਾਰੇ ਕੰਮ ਵੈਸੇ ਤੁਸੀਂ ਵਿਆਹ ਦੇ ਉਹੀ ਦੱਸਿਆ ਜਿਹੜੇ ਜਿਨ੍ਹਾਂ ਤੋਂ ਬਾਅਦ ਨਾ ਜੇ ਬੰਦਾ ਬਿਲਕੁਲ ਹੀ ਉੱਦਾਂ ਆ ਜਾਵੇ ਉਹ ਕੋਈ ਵਿਆਹ ਹੀ ਯਾਰ ਐਵੇਂ ਕੁਛ ਨਹੀਂ ਹੀ ਯਾਰ ਵਿਆਹ ਉਹ ਨਹੀਂ ਫਿਰ ਮੈਂ ਆਪਣੇ ਹਿਸਾਬ ਨਾਲ ਦੱਸ ਦਿੰਦੇ ਆਪਣੇ ਹਿਸਾਬ ਨਾਲ ਆਹੋ ਉਹਦੇ ਕਿ ਬਹਿ ਬੂ ਕੇ ਆ ਗਏ ਆ ਕੁਝ ਨਹੀਂ ਐਵੇਂ ਠੰਡੀ ਜਿਹੀ ਦਾਲ ਹੀ ਮੁੜ ਕੇ ਨਾਲ ਗੋਭੀ ਜੀ ਲਈ ਫਿਰ ਨਹੀਂ ਉਧਰ ਬੁੜੀਆਂ ਨੇ ਉਧਰ ਸਿਰ ਖਾਦਾ ਸੀ, ਇਧਰਲੇ ਪਾਸੇ ਹਲਵਾਈ ਐਵੇਂ ਕੜਛੀ ਖੜਕਾਈ ਜਾਂਦਾ ਸੀ, ਮੈਂ ਤਾਂ ਫਿਰ ਆ ਗਿਆ ਕੱਚੀ ਦਾਲ ਸੜੀ ਚਾਹ ਤੇ ਬੂੰਦੀ ਜੀ ਲਈ, ਫਿਰ ਮੈਂ ਕਿਹਾ ਵੀ ਪਰਾਂ ਲੈ ਜਾ ਕੇ ਕੌਣ ਅੱਜ ਕੱਲ ਕੌਣ ਖਾਂਦਾ ਜੀ ਆ ਫਾਰਾ ਹੋਇਆ। ਤੇ ਉਹ ਜੇ ਕਿਤੇ ਦੂਜਾ ਸੌਦਾ ਹੋਵੇ ਤੇ ਕੈਨੀ ਵੀ ਭਾਵੇਂ ਉਹ ਮਿੱਟੀ ਦੇ ਤੇਲ ਵਾਲੀ ਹੋਵੇ ਜਾਂ ਹੋਰ ਕੁਝ ਨਹੀਂ, ਤੇ ਜਿਹੜੀ ਆਪਣੀ ਆਮ ਮਚੈਟੀ ਪਾਉਣ ਵਾਲੀ ਹੁੰਦੀ ਕਿਤੇ ਉਹ ਦੂਜੀ ਕੈਨੀ ਸੇਵਾ ਬੜੀ ਕੀਤੀ। ਓਹੋ ਉਹ ਫਿਰ ਅਸੀਂ ਗਾਂ ਨਹੀਂ ਗਏ, ਉਹਦੇ ਬਾਹਰ ਬਰਾਂਡਾ ਇਹ ਤੂੜੀ ਵਾਲਾ ਫਿਰ ਉੱਥੇ ਹੀ ਬਹਿ ਗਏ ਅੰਦਰ ਫਿਰ ਬੀਬੀਆਂ ਲੱਗੀਆਂ, ਉਹ ਮੈਂ ਉਹ ਲੱਗੀ ਬੜੀ ਬੰਦੇ ਸ਼ੁਰੂ ਤੋਂ ਵਧੀਆ ਇਹ ਬਹੁਤ ਮਜ਼ਾ ਆਇਆ। ਇਹ ਪੈਸਾ ਕੀ ਹੁੰਦਾ, ਪੈਸਾ ਨਹੀਂ ਕੋਈ ਵੀ ਹੁੰਦਾ, ਬੰਦਾ ਨਾਲ ਲੈ ਜਾਣਾ ਵੇ ਬੜੀ ਸੇਵਾ। ਅੱਛਾ ਉਹ ਭਾਵੇਂ ਸਾਰਾ ਕੁਝ ਅਗਲਿਆਂ ਨੇ ਸੋਫੇ ਤੇ ਬਿਠਾ ਕੇ ਖਵਾਇਆ ਹੋਵੇ ਤਾਂ ਵੀ ਸੇਵਾ ਨਹੀਂ। ਇੱਧਰ ਭਾਵੇਂ ਬਾਹਰ ਚੜੇ ਤੇ ਬਹਿ ਗਏ, ਉੱਥੋਂ ਚੜੇ ਚੋਂ ਲੀਟਰ ਨਾਲ ਹੰਗਾਲ ਕੇ ਨਾ ਪਾਣੀ ਥੋੜਾ ਸਾਫ਼ ਕਰਕੇ ਜਲੇ ਚੋਂ ਪਾ ਲਾ, ਹਰਿਆਈ ਜੀ ਭਰੇ ਕਰਕੇ ਉਹਦੇ ਨਾਲ ਹੀ ਸੇਵਾ ਲੱਗੀ ਜਾਂਦੀ ਰਹਿੰਦੀ ਆ ਵੀ ਲੈ ਵੀ ਬੱਲੇ ਬੱਲੇ ਬੜੀ ਸੇਵਾ ਕੀਤੀ ਤੇ ਖਰਾ ਬਹੁਤ ਸੀ ਸੌਦਾ। ਅੱਛਾ ਸੰਧਾਲੀਆ ਸਾਹਿਬ ਰੌਲਾ ਕੀ ਪਿਆ? ਹਾਂ ਠੀਕ ਸੀ ਖਰਾ ਜਿਹੜਾ ਦੱਸਿਆ ਸੌਦਾ। ਨਹੀਂ ਦੇਖੋ ਤਾਜੀ ਬੂੰਦੀ ਕੱਢੀ ਹੋਵੇ ਮੌਕੇ ਤੇ ਆਹੋ ਤਾਂ ਉਹ ਖਰੀ ਹੁੰਦੀ, ਉਹ ਨਹੀਂ ਦੇ ਖੜੀ ਸ਼ੱਕਰ ਪਾਰੇ ਹੁਣ। ਹਾਂ ਹੁਣ ਸੰਧਾਲੀਆ ਸਾਹਿਬ ਹੋਇਆ ਕੀ ਉੱਥੇ? ਗਹਿਲੋਤ ਸਾਹਿਬ ਮੁੱਖ ਮੰਤਰੀ ਨੇ, ਮੁੱਖ ਮੰਤਰੀ ਸਾਹਿਬ ਨੇ ਕਹਿਤਾ, ਕਹਿੰਦੇ ਜੀ ਗੈਸ ਸਿਲੰਡਰ ਤਾਂ ਬੀਬੀਆਂ ਨੂੰ ਮੁਫਤ ਚਾਹੀਦੇ ਹੀ ਨੇ। ਹਾਂ ਨਹੀਂ ਬਹੁਤ ਜ਼ਰੂਰੀ ਹੈ। ਫਿਰ ਹੋਰ ਸੁਣੋ, ਉਹ ਕਹਿੰਦੇ ਆਪਾਂ ਭਾਈ ਦੇਖੋ ਗੱਲ ਬੜੀ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਆ, ਕਈ ਵਾਰੀ ਧੀ ਨੂੰ ਦੋਤੇ ਨੂੰ ਫੋਨ ਕਰਨਾ ਹੁੰਦਾ, ਪੇਕਿਆਂ ਨਾਲ ਗੱਲ ਕਰਨੀ ਹੁੰਦੀ ਆ, ਔਰਤਾਂ ਨੂੰ ਮੋਬਾਈਲ ਦੇਾਂਗੇ। ਫਿਰ ਉਹ ਕਿਸੇ ਨੇ ਕਿਹਾ ਵੀ ਇੰਨੇ ਮੋਬਾਈਲ ਇੱਕ ਵਾਰੀ ਮੰਗਾਉਣੇ ਕਿੱਥੋਂ ਆ? ਉਹ ਕਹਿੰਦੇ ਕੋਈ ਗੱਲ ਨਹੀਂ, ਜਿੰਨਿਆਂ ਨੂੰ ਮੋਬਾਈਲ ਦੇ ਬਾਕੀਆਂ ਨੂੰ ਮੋਬਾਈਲ ਦੇ ਜਿੰਨੇ ਪੈਸੇ ਬਣਦੇ ਉਹਦੇ ਖਾਤੇ 'ਚ ਪਾ ਦਿਓ। ਨਹੀਂ ਬਹੁਤ ਵਧੀਆ ਗੱਲ। ਮੈਂ ਤੇ ਇਹ ਵੀ ਬੇਨਤੀ ਕਰਾਂਗਾ ਗਹਿਲੋਤ ਸਾਹਿਬ ਨੂੰ ਵੀ ਉਹ ਪੰਜਾਬ ਕਾਂਗਰਸ ਨੂੰ ਫੋਨ ਕਰ ਲੈਣਗੇ ਤੇ ਹਾਂਜੀ ਇਹਨਾਂ ਕੋਲ ਪੁਰਾਣੇ ਸਮਾਰਟਫੋਨ ਪਏ ਹੋਣੇ ਜਿਹੜੇ ਉਹਨਾਂ ਨੇ ਦੁੱਧ ਦਿੱਤੇ ਸੀ। ਮੈਂ ਕਹਿੰਦਾ ਹਰ ਪਿੰਡ 'ਚ 2 ਬੰਦਿਆਂ ਦੀ ਡਿਊਟੀ ਲਾਓ। ਕਈ ਬੀਬੀਆਂ ਨੂੰ ਹੋ ਸਕਦਾ ਨੰਬਰ ਡਾਇਲ ਕਰਨਾ ਨਾ ਆਵੇ, ਉਹ ਭੱਜ ਕੇ ਜਾ ਕੇ ਨੰਬਰ ਡਾਇਲ ਕਰਕੇ ਆਇਆ ਕਰਨ। ਜਾਂ ਉਹਨੂੰ ਕਹਿ ਦੇਣ ਚੌਂਕ 'ਚ ਬੈਠਾ ਹੋਊਗਾ ਬੰਦਾ, ਇੱਥੋਂ ਨੰਬਰ ਲਵਾ ਕੇ ਲੈ ਜਾ ਕਰੋ। ਇਹਨੂੰ ਪਤਾ ਵੀ ਅੱਜ ਮਾਸੀ ਨੂੰ ਗੱਲ ਫੋਨ ਕਰਨਾ ਗਿਆ, ਅੱਜ ਭੂਆ ਨੂੰ ਕਰਨਾ। ਇਹ ਬਹੁਤ ਜ਼ਰੂਰੀ ਸੀ। ਫਿਰ ਕੁਝ ਮੈਡੀਕਲ ਸਹੂਲਤਾਂ ਦਾ ਐਲਾਨ ਕਰਤਾ। ਉਧਰਲੇ ਪਾਸੇ ਭਾਰਤੀ ਜਨਤਾ ਪਾਰਟੀ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਕਿ ਜਿਹੜੇ ਪਿੰਡ ਜਿਹੜੇ ਵਾਰਡ ਦੇ ਵਿੱਚ ਨਵੇਂ ਵੋਟਰ ਬਣੇ ਆ ਉਹਨਾਂ ਦਾ ਸਨਮਾਨ ਕਰ ਰਿਹਾ, ਤੁਸੀਂ ਪਹਿਲੀ ਵਾਰੀ ਵੋਟ ਪਾਓਗੇ, ਤੁਸੀਂ ਐਂ ਕਰੋਗੇ। ਉਹਨਾਂ ਨੂੰ ਲੱਗਦਾ ਕਿ ਭਾਈ ਨਵੇਂ ਬੰਦੇ ਨਾਲ ਜੋੜ ਲਈਏ ਤਾਂ ਚੱਲਦਾ। ਪਰ ਏਡੀ ਵੱਡੀ ਦੁਚਿੱਤੀ ਹੈ ਸੰਧਾਲੀਆ ਸਾਹਿਬ, 2 ਹੀ ਪਾਰਟੀਆਂ ਨੇ, ਤੀਜੀ ਕੋਈ ਪਾਰਟੀ ਨਹੀਂ ਰਾਜਸਥਾਨ 'ਚ, ਇੱਕ ਕਾਂਗਰਸ ਇੱਕ ਭਾਜਪਾ। ਕਾਂਗਰਸ ਦੀ ਸਰਕਾਰ ਹੈ। ਗਹਿਲੋਤ ਸਾਹਿਬ ਨੂੰ ਲੱਗਦਾ ਮੈਂ ਮੁੱਖ ਮੰਤਰੀਆਂ ਤੋਂ ਦੁਬਾਰਾ ਬਣਨਾ ਜ਼ਰੂਰ ਹੈ। ਸਚਿਨ ਪਾਇਲਟ ਕਹਿੰਦਾ ਤੂੰ ਇੱਕ ਕਦਮ ਵੀ ਅੱਗੇ ਪੱਟ ਕੇ ਦੇਖੀ, ਭਾਵੇਂ ਇੱਕੋ ਹੀ ਪਾਰਟੀ ਦੇ ਵਿੱਚ ਤੈਨੂੰ ਨਹੀਂ ਮੈਂ ਬਣਨ ਦਿੰਦਾ, ਭਾਵੇਂ ਸਾਰੀ ਦੁਨੀਆ ਸਰਪੰਚ ਬਣ ਜਾਵੇ। ਤੇ ਉਧਰਲੇ ਪਾਸੇ ਹਾਲਾਤ ਭਾਜਪਾ 'ਚ ਵੀ ਬਹੁਤੇ ਠੀਕ ਨਹੀਂ। ਬੀਬੀ ਵਸੁੰਧਰਾ ਰਾਜੇ ਸਿੰਧੀਆ ਕਈ ਵਾਰ ਮੁੱਖ ਮੰਤਰੀ ਬਣੀ ਆ। ਬੀਜੇਪੀ ਦੀ ਹਾਈ ਕਮਾਂਡ ਦੇ ਬਹੁਤੇ ਬੰਦੇ ਉਹਨੂੰ ਬੀਬੀ ਨੂੰ ਪਸੰਦ ਨਹੀਂ ਕਰਦੇ, ਪਰ ਉਹਦਾ ਬਦਲ ਉੱਥੇ ਬਹੁਤਾ ਜ਼ਿਆਦਾ ਕੋਈ ਸਟੈਬਲਿਸ਼ ਕਰ ਨਹੀਂ ਪਾਏ।
ਹੁਣ ਵਸੁੰਧਰਾ ਰਾਜੇ ਸਿੰਧੀਆ ਨੂੰ ਉਹਨਾਂ ਨੇ ਕਈ ਵਾਰ ਕਿਹਾ ਉੱਥੇ ਹਾਈ ਕਮਾਂਡ 'ਚ ਆ ਜਾਓ, ਕੇਂਦਰ 'ਚ ਮਿਨਿਸਟਰ ਬਣਾਉਣੇ, ਬੀਬੀ ਕਹਿੰਦੀ ਮੈਂ ਨਹੀਂ, ਮੈਂ ਰਾਜਸਥਾਨ 'ਚ। ਹੁਣ ਬੀਜੇਪੀ ਦੇ ਅੰਦਰ ਇੱਕ ਹੋਰ ਵੀ ਚਰਚਾ ਚੱਲਦੀ ਹੈ, ਕਿਉਂਕਿ ਤੁਸੀਂ ਦੇਖਿਆ ਹੋਊਗਾ ਹਿਮਾਚਲ ਪ੍ਰਦੇਸ਼ ਹੈ, ਕਰਨਾਟਕ ਹੈ, ਗੁਜਰਾਤ ਹੈ, ਜਿੰਨੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਹਰ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਦਾ ਚਿਹਰਾ ਪੇਸ਼ ਕਰਦੀ ਹੁੰਦੀ ਹੈ ਕਿ ਅਸੀਂ ਮੋਦੀ ਸਾਹਿਬ ਦੇ ਚਿਹਰੇ ਦੇ ਉੱਤੇ ਚੋਣ ਲੜਾਂਗੇ। ਮੁੱਖ ਮੰਤਰੀ ਕਿਹਨੇ ਬਣਨਾ ਕਿਹਨੇ ਨਹੀਂ ਬਣਨਾ ਉਹ ਬਾਅਦ ਦੀ ਗੱਲ ਹੈ, ਪਰ ਜਿਸ ਤਰੀਕੇ ਹਿਮਾਚਲ 'ਚ ਹਾਰਿਆ ਹੈ, ਜਿਸ ਤਰੀਕੇ ਕਰਨਾਟਕ ਦੇ ਵਿੱਚ ਦੋਨੇ ਥਾਂ ਤੇ ਸਰਕਾਰਾਂ ਡਿੱਗ ਪਈਆਂ ਨਾ, ਹੁਣ ਭਾਰਤੀ ਜਨਤਾ ਪਾਰਟੀ ਇਹ ਵੀ ਸੋਚਣ ਵਿਚਾਰਨ ਦੇ ਵਿੱਚ ਲੱਗੀ ਹੋਈ ਹੈ ਕਿ ਕੀ ਸਾਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਸੇ ਹੋਰ ਸੂਬੇ ਦੀ ਚੋਣ ਮੋਦੀ ਸਾਹਿਬ ਦੇ ਚਿਹਰੇ ਦੇ ਉੱਤੇ ਲੜਨੀ ਵੀ ਚਾਹੀਦੀ ਹੈ ਜੇ ਕਿਸੇ ਸਥਾਨਕ ਆਗੂ ਨੂੰ ਅੱਗੇ ਕਰੀਏ। ਸੋ ਉਥਲ ਪੁਥਲ ਉਧਰ ਵੀ ਬੜੀ ਹੈ ਤੇ ਕਾਂਗਰਸ ਵੀ ਥੋੜੀ ਨਹੀਂ। ਦੇਖੋ ਮੋਦੀ ਸਾਹਿਬ ਦੇ ਚਿਹਰੇ ਬਾਰੇ ਤੇ ਮੇਰਾ ਖਿਆਲ ਉਹ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਰ ਵੀ ਚੱਲੀ ਜਾਂਦੀਆਂ, ਪਤਾ ਨਹੀਂ ਉਹ ਸੱਚ ਆ ਝੂਠ ਆ, RSS ਨੇ ਜੀ ਆਹ ਪੱਤਰ ਲਿਖਿਆ ਜੀ, RSS ਨੇ ਉਹ ਪੱਤਰ ਲਿਖਿਆ। ਉਹ ਮੈਨੂੰ ਲੱਗਦਾ ਹੁੰਦਾ ਕਿਸੇ ਵੇਲੇ ਪੱਤਰ ਕੋਈ ਹੋਰ ਹੁੰਦਾ, ਉਹ ਚੱਕਣ ਵਾਲੇ ਕੁਝ ਹੋਰ ਵੀ ਬਣਾ ਦਿੰਦੇ ਨੇ, ਕਿਉਂਕਿ ਅਜੇ ਦਿੱਲੀ ਬਹੁਤ ਦੂਰ ਆ। 2024 ਦੀ ਇਲੈਕਸ਼ਨ, ਉੱਥੇ ਕਿਹੜਾ ਚਿਹਰਾ ਹੋਊਗਾ ਕਿਹੜਾ ਨਹੀਂ ਹੋਊਗਾ। ਹੁਣ ਜਿਹੜੇ ਬੰਦੇ ਕਈ ਵਾਰ ਇੱਕ ਦੋ ਸੱਜਣ ਤੇ ਵੀ ਸੀ, ਉਹ ਕਹਿੰਦੇ ਵੀ ਆਹ ਦੇਖਿਆ ਹੁਣ ਉਹ ਮੋਦੀ ਸਾਹਿਬ ਦਾ ਕ੍ਰਿਸ਼ਮਾ ਨਹੀਂ ਰਹਿਣਾ। ਤੇ ਮੇਰੇ ਕੁਦਰਤੀ ਦਿਮਾਗ 'ਚ ਆਇਆ ਵੀ ਚਲੋ ਮੋਦੀ ਸਾਹਿਬ ਦਾ ਕ੍ਰਿਸ਼ਮਾ ਨਾ ਰਵੇ, ਉਹਨਾਂ ਦੇ ਸਾਹਮਣੇ ਕਿਹਨੂੰ ਖੜਾ ਕਰਨਾ, ਉਹ ਤੇ ਡਿਸਾਈਡ ਹੈ ਕੋਈ। ਫਿਰ ਚੁੱਪ ਹੋ ਜਾਂਦੇ ਨੇ ਬੰਦੇ ਵੀ ਯਾਰ ਗੱਲ ਤੇ ਸਹੀ ਹੈ ਵੀ ਹੋਰ ਸਿੰਪਲ ਜੀ ਗੱਲ ਆ ਵੀ ਰੇਸ ਭਾਵੇਂ 100 ਮੀਟਰ ਦੀ ਆ, ਭਾਵੇਂ 200 ਦੀ ਆ, ਤੇ ਭਾਵੇਂ ਰਿਲੇ ਰੇਸ ਆ, ਜਦੋਂ ਭੱਜਣ ਵਾਲਾ ਹੀ ਇੱਕ ਆ ਹੋਰ ਕੋਈ ਹੈ ਹੀ ਨਹੀਂ, ਤੇ ਉਹ ਤੇ ਪਹਿਲੇ ਤੇ ਹੈਗਾ ਹੀ ਹੈਗਾ। ਦੂਜੀ ਗੱਲ ਜਿਹੜੀ ਆ ਤੁਸੀਂ ਕਹੀ ਨਾ ਵੀ ਕਾਂਗਰਸ ਪਾਰਟੀ ਜਿਹੜੀ ਆ ਉਹਦੇ 'ਚ ਸਚਿਨ ਪਾਇਲਟ ਸਾਹਿਬ ਅਜੇ ਥੋੜ੍ਹਾ ਜਿਹਾ, ਮੈਨੂੰ ਲੱਗਦਾ ਜਿਹੜਾ ਆਪਾਂ ਇਹ ਹਿਸਾਬ ਲਾਉਂਦੇ ਹਾਂ ਵੀ ਰਾਜਸਥਾਨ ਦੇ ਵਿੱਚ BJP ਤੇ ਕਾਂਗਰਸ ਹੈ, ਕਿਤੇ BJP ਕਾਂਗਰਸ ਜਾਪੇ ਹੀ ਉਹਦੇ ਵਿੱਚ ਸਚਿਨ ਪਾਇਲਟ ਸਾਹਿਬ ਕਿੱਧਰ ਨੇ ਇਹ ਨਹੀਂ ਨਾ ਜੇ ਪਤਾ ਲੱਗਦਾ। ਨਹੀਂ ਪਤਾ ਤੇ ਇਹ ਵੀ ਲੱਗਿਆ ਕਿ ਉਹ ਨਵੀਂ ਪਾਰਟੀ ਬਣਾ ਲੈਣਗੇ, ਉਹ ਪਾਰਟੀ ਬਣਾ ਲੈਣਗੇ। ਗੱਲ ਇਹ ਵੀ ਹੁੰਦੀ ਨਾ ਵੀ ਉਹ ਕਹਿੰਦਾ ਵੀ ਯਾਰ ਉਹ ਗੱਡੀਆਂ ਤੇ ਆਪਣੀਆਂ ਹੀ ਨੇ ਪਰ ਉਹਨਾਂ ਤੇ ਸਟicker ਨਹੀਂ ਲਾਏ ਆਪਾਂ, ਹੈ ਨਾ। ਇਹ ਹੁਣ ਥੋੜਾ ਜਿਹਾ ਮੇਰਾ ਖਿਆਲ ਕਲੈਰਿਟੀ ਹੋਣ ਵਾਲੀ ਆ ਕਿ ਜੇ ਤੇ ਕਹਾਣੀ ਇਸੇ ਤਰ੍ਹਾਂ ਹੀ ਆ ਜਿੱਦਾਂ ਦਾ ਕਿ ਆਮ ਤੌਰ ਤੇ ਰੌਲਾ ਪੈਂਦਾ। ਤੁਹਾਨੂੰ ਲੱਗਦਾ ਕਿ ਉਹ ਪਹਿਲਾਂ ਚਲੇ ਜਾਣਗੇ ਕਿ ਬਾਅਦ ਚ ਜਾਣਗੇ? ਇੰਨਾ ਹੀ ਰੌਲਾ ਵੀ ਮਤਲਬ ਉਹ ਉਸ ਤੋਂ ਪਹਿਲਾਂ ਡਿਕਲੇਅਰ ਕਰਕੇ ਆਖਣਗੇ ਵੀ ਮੈਂ ਹੁਣ ਇਸ ਪਾਸੇ ਜੇ, ਜਾਂ ਫਿਰ ਉਹ ਪਹਿਲਾਂ ਆਖਣਗੇ ਨਹੀਂ 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 ਮੈਂ ਨਹੀਂ ਇਹਨਾਂ ਦੇ ਨਾਲ, ਆ ਵੀ ਮਾੜਾ ਉਹ ਵੀ ਮਾੜਾ, ਤੇ ਜਦੋਂ ਸੈੱਟ ਹੋ ਗਿਆ ਕੰਮ ਫਿਰ ਆਖਣਗੇ ਵੀ ਹਾਂਜੀ ਹੁਣ ਇੰਨੀਆਂ ਕੁ ਆਪਣੇ ਕੋਲ ਵੀ ਹੈਗੀਆਂ। ਜਾਣੀ ਸਚਿਨ ਪਾਇਲਟ ਦੇ ਹਾਲਾਤ ਉਦਾਂ ਹੀ ਆ ਕਿ ਪਿੰਡ ਦੇ ਵਿੱਚ ਪੰਚਾਇਤ ਹੋਵੇ, ਦੋ ਬੰਦਿਆਂ ਦਾ ਝਗੜਾ ਹੋਵੇ ਤੇ ਮੁੜ ਕੇ ਗੱਲ ਥਾਣੇ ਚਲੇ ਜਾਏ, ਤੇ ਤੁਹਾਡੇ ਵਰਗਾ ਸੱਜਣ ਰਲਿਆ ਮੇਰੇ ਨਾਲ ਲੈ ਕੇ ਦੂਜੇ ਪਾਸੇ ਵਾਲੇ ਗਿਆ, ਪਰ ਉੱਥੇ ਜਾ ਕੇ ਮੇਰੀ ਹੱਕ ਦੀ ਗੱਲ ਕਰ ਹੈ ਨਾ। ਆ ਵੀ ਉਹਦੇ ਨਹੀਂ ਆਪਾਂ ਤੇ ਹੁਣ ਫਿਰ ਭਾਈ ਉਹਨਾਂ ਦੇ ਨਾਲ ਕਰੀਏ ਕੀ ਜੀ, ਇਹਨਾਂ ਤੋਂ ਬਿਨਾਂ ਫਿਰ ਆਪਣਾ ਗੁਜ਼ਾਰਾ ਨਹੀਂ। ਆਪਾਂ ਨਹੀਂ ਆਖਣਾ ਆਪਾਂ ਗੱਲ ਕਰਨੀ ਆ ਜੀ, ਦੇਖੋ ਪਰਿਆ 'ਚ ਬੈਠੇ ਆ, ਸੱਚੀ ਗੱਲ ਕਰਨੀ ਆ, ਝੂਠ ਮਾਰਨਾ ਨਹੀਂ, ਨਾ ਕਦੀ ਝੂਠ ਬੋਲਿਆ ਹੀ ਤੇ ਕਹਿ ਨਿਹਰਾ ਹੀ ਝੂਠ ਬੋਲ ਦੇਣਾ। ਆਹੋ ਨਹੀਂ ਉਹ ਚਲੋ ਵੈਸੇ ਗੱਲ ਹੈ ਨਾ ਵੀ ਹੁਣ ਸਚਿਨ ਪਾਇਲਟ ਸਾਹਿਬ ਕੋਲੇ ਉਦਾਹਰਨਾਂ ਬਹੁਤ ਵਧੀਆ। ਜੇ ਹੁਣ ਮੰਨ ਲਓ ਵਸੁੰਧਰਾ ਰਾਜੇ ਆ ਤੇ ਉਧਰ ਵੀ ਜੋਤੀਰਾਦਿੱਤਿਆ ਸਿੰਧੀਆ ਸਾਹਿਬ ਦਾ ਉਹਨਾਂ ਦੇ ਕੋਲ ਰਿਕਾਰਡ ਬੋਲਦਾ। ਜੇ ਉਧਰ ਕੁਝ ਹੋਵੇ ਨਾ ਹੋਵੇ ਤੇ ਇੱਕ ਵੱਖਰਾ ਜਿਹਾ ਜਿੱਦਾਂ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਕਿਸੇ ਨੂੰ ਨਹੀਂ ਸਮਝ ਆਈ ਤੇ ਹਰਿਆਣੇ ਵਾਲੇ ਮਾਡਲ ਦੀ ਹੀ ਮੋਟੀ ਜੀ ਗੱਲ ਕਰਦੇ ਹਾਂ। ਉਹ ਚਟਾਲਿਆਂ ਦਾ ਜਿਹੜਾ ਗਾਂਹ ਵਾਲਾ ਮੁੰਡਾ JGP ਬਣਾ ਕੇ ਉਧਰ ਉਪ ਮੁੱਖ ਮੰਤਰੀ ਬਣਿਆ ਖੜਾ ਇੰਨੇ ਚਿਰ ਦਾ, ਉਹਨਾਂ ਨੂੰ ਤੇ ਸਮਝ ਲੱਗਦੀ ਹੈ ਨਾ। ਮੈਨੂੰ ਚੇਤਾ ਆ ਗਿਆ ਸਚਿਨ ਪਾਇਲਟ ਨੂੰ ਜਦੋਂ ਜਾਂਦੇ ਤੁਰੇ ਹਰਿਆਣੇ ਤੱਕ ਵੀ ਪਹੁੰਚੇ, ਉੱਥੇ ਰੁਕੇ ਮਹੀਨਾ, ਉੱਥੋਂ ਹੀ ਮੋੜ ਕੇ ਫਿਰ ਵਾਪਸ ਲੈਂਦਾ ਮਹੀਨਾ ਕੋ। ਉਹਨਾਂ ਨੂੰ ਲੱਗਦਾ ਸੇਫ ਪਲੇਸ ਆ, BJP ਦੀ ਸਰਕਾਰ ਸੀ ਨਾ ਉੱਥੇ। ਇਹਦਾ ਮਤਲਬ ਉੱਥੋਂ ਦੀਆਂ ਉਹਨਾਂ ਨੇ ਹਵਾਵਾਂ ਫਿਜ਼ਾਵਾਂ ਦੇਖੀਆਂ ਜੀ, ਅਸਰ ਹੋ ਸਕਦਾ। ਹੁਣ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦਾ ਪੰਗਾ ਜਿਹਾ ਫਿਰ ਪੈ ਗਿਆ। ਸੰਧਾਲੀਆ ਸਾਹਿਬ ਪਿਛਲੇ ਦਿਨ ਹੀ ਹੋਇਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕੋਆਪਰੇਟ ਨਹੀਂ ਕਰਦੇ, ਜੋ ਅਸੀਂ ਗੱਲ ਕਹਿੰਦੇ ਆ ਉਹਦੇ ਉੱਤੇ ਫੁੱਲ ਨਹੀਂ ਚਾੜਦੇ, ਸਾਡੀਆਂ ਫਾਈਲਾਂ ਦੱਬੀਆਂ। ਉਹ ਕਹਿਣ ਜੀ ਮੈਂ ਸਵਾਲ ਪੁੱਛਦਾ ਮੈਨੂੰ ਦੱਸੋ ਗੱਲ ਕੀ ਹੈ। ਇਹ ਕਹਿੰਦੇ ਜੀ ਤੁਸੀਂ ਆ ਸੈਸ਼ਨ ਸੱਦੋ, ਕਹਿੰਦੇ ਮੈਂ ਨਹੀਂ ਸੱਦਦਾ। ਕਈ ਕੁਛ ਹੋਇਆ। ਹੁਣ ਪਿਛਲੇ ਦਿਨ ਜਦੋਂ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਰੈਲੀ ਸੀ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਸਾਹਿਬ ਵੀ ਬੋਲੇ। ਉੱਥੇ ਕਿਤੇ ਕਹਿ ਦਿੱਤਾ ਹੋਊਗਾ ਕਿ ਦੇਖੋ ਜੀ ਜਦੋਂ ਬਜਟ ਸੈਸ਼ਨ ਦੇ ਵਿੱਚ ਭਾਸ਼ਣ ਪੜ੍ਹਨਾ ਸੀ ਤਾਂ ਉੱਥੇ ਮੇਰੀ ਸਰਕਾਰ ਕਹਿਣਾ ਹੁੰਦਾ, ਗਵਰਨਰ ਸਾਹਿਬ ਨੇ ਮੇਰੀ ਸਰਕਾਰ ਦਾ ਲਿਖਿਆ ਭਾਸ਼ਣ ਹੁੰਦਾ। ਉਹ ਕਹਿੰਦੇ ਜੀ ਗਵਰਨਰ ਸਾਹਿਬ ਮੇਰੀ ਸਰਕਾਰ ਨਹੀਂ ਸੀ ਕਹਿੰਦੇ। ਫਿਰ ਅਸੀਂ ਕੰਨ 'ਚ ਆ ਕੇ ਦੱਸਿਆ ਕਿ ਕਾਨੂੰਨ ਕਹਿੰਦਾ ਕਿ ਤੁਹਾਨੂੰ ਇੱਦਾਂ ਕਹਿਣਾ ਪੈਣਾ, ਕਹਿੰਦੇ ਫਿਰ ਕਹਿਣ ਲੱਗੇ। ਚਲੋ ਇਹ ਕਹਿਤਾ। ਇੱਧਰ ਗਵਰਨਰ ਸਾਹਿਬ ਬਨਵਾਰੀ ਲਾਲ ਪੁਰੋਹਿਤ ਕਿਉਂਕਿ ਪੱਤਰਕਾਰ ਰਹੇ ਆ, ਸੰਪਾਦਕ ਰਹੇ ਆ, ਮੀਡੀਆ ਦੇ ਵਿੱਚ ਰਹੇ, ਉਹ ਝੱਟ ਪ੍ਰੈਸ ਕਾਨਫਰੰਸ ਸੱਦ ਲੈਂਦੇ ਆ। ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦ ਲਈ। ਉਹ ਕਹਿੰਦੇ ਜੀ ਸਬੂਤ ਦਿਓ ਪਹਿਲਾਂ ਤਾਂ ਕਿ ਮੈਂ ਕਿੱਥੇ ਨਹੀਂ ਕਿਹਾ, ਤੇ ਉਹਦੇ ਤੋਂ ਬਾਅਦ ਮੇਰੇ ਕੰਨ ਦੇ ਵਿੱਚ ਆ ਕੇ ਫੂਕ ਕਿੰਨੇ ਮਾਰੀ, ਗੱਲੇ ਨਹੀਂ ਹੋਈ। ਕਹਿੰਦੇ ਮੇਰੀ ਕਹਿੰਦੇ ਸਰਕਾਰ ਆ, ਮੈਂ ਤਾਂ ਕਹਿਣਾ ਮੇਰੀ ਆ, ਮੈਂ ਤਾਂ ਜਿੰਨੀ ਦੇਰ ਰਾਜਪਾਲ ਰਹੂੰਗਾ ਮੈਂ ਕਹੂੰਗਾ ਮੇਰੀ ਸਰਕਾਰ ਹੈ, ਕਿਉਂਕਿ ਮੈਂ ਤਾਂ ਆਪ ਉਹਦਾ ਅੰਗ ਆ। ਨਾਲ ਦੀ ਨਾਲ ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਗਵਰਨਰ ਨੂੰ ਸਰਕਾਰ ਦੇ ਕੋਲੋਂ ਸਵਾਲ ਪੁੱਛਣ ਦਾ ਹੱਕ ਹੈ ਤੇ ਸਰਕਾਰ ਨੂੰ ਉਹਦਾ ਜਵਾਬ ਦੇਣਾ ਚਾਹੀਦਾ। ਉਹ ਕਹਿੰਦੇ ਮੈਂ 10 ਚਿੱਠੀਆਂ ਲਿਖੀਆਂ, 10 ਵੱਖਰੇ ਮੁੱਦਿਆਂ ਤੇ, ਮੈਨੂੰ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਨੇ ਇੱਕ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ। ਉਹ ਕਹਿੰਦੇ ਮੈਨੂੰ ਜੇ ਰਾਸ਼ਟਰਪਤੀ ਕੋ ਜਾਣਾ ਪਿਆ ਰਾਸ਼ਟਰਪਤੀ ਕੋ ਜਾਊਂ, ਸੁਪਰੀਮ ਕੋਰਟ 'ਚ ਜਾਣਾ ਪਿਆ ਸੁਪਰੀਮ ਕੋਰਟ 'ਚ ਜਾਊਂ, ਪਰ ਮੈਂ ਆਪਣੇ ਪੁੱਛੇ ਗਏ ਸਵਾਲਾਂ ਦਾ ਜਵਾਬ ਲੈ ਕੇ ਰਹੂੰ।
ਯਾਨੀ ਮੈਨੂੰ ਲੱਗਦਾ ਵੀ ਇਹਨਾਂ ਥੋੜ੍ਹੇ ਕੁ ਦਿਨਾਂ ਬਾਅਦ ਜਿੱਦਾਂ ਇਹ ਫਿਰ ਜਿੱਦਾਂ ਆਪਾਂ ਆਮ ਅੱਗੇ ਵੀ ਕਈ ਵਾਰ ਉਦਾਹਰਨ ਦਿੰਦੇ ਹੁੰਦੇ ਵੀ ਪਿੰਡ 'ਚ ਬੀਬੀਆਂ ਦਾ ਪੱਥਕਣ ਤਾਂ ਰੌਲਾ ਨਹੀਂ ਪੈ ਜਾਂਦਾ ਜਿੱਦਾਂ ਨੇ ਤੂੰ ਗੋਹੇ ਦਾ ਟੋਕਰਾ ਸੁੱਟਿਆ ਕਿੱਦਾਂ ਇੱਥੇ ਤੇਰਾ ਕਿੱਦਾਂ ਬਣਦਾ ਇੱਥੇ ਤੇ ਵੀ ਇੱਦਾਂ ਕਿੱਦਾਂ ਨਹੀਂ ਬਣਦਾ ਹੁਣ ਸਾਡੇ ਵੀ ਤੇ ਜੇ ਹੁਣ ਭਾਈਚਾਰੇ 'ਚ ਥਾਂ ਤੁਹਾਡੇ ਆਉਂਦੀ ਤੇ ਸਾਡੇ ਕਿਹੜਾ ਹਿੱਸੇ ਆਉਂਦੀ ਨਹੀਂ ਥਾਂ ਨਾਲੇ ਕਿੱਡੀ ਗੱਲਾਂ 'ਚ ਗੱਲ ਹੈ ਵੀ ਟੋਕਰਾ ਪੱਥ ਲਿਆ ਤੇ ਤੇਰੀਆਂ ਵੀ ਤੇ ਪਾਥੀਆਂ ਤੋਂ ਇੱਧਰ ਖਿਲਰੀਆਂ ਹੀ ਫਿਰਦੀਆਂ ਜਾਂ ਹੋਰ ਕੁਝ ਹੋਵੇ ਨਾ ਤੇ ਫਲਾਣੇ ਦੀ ਕੱਟੀ ਖੁੱਲ੍ਹ ਗਈ ਜਦੋਂ ਉਦੋਂ ਮਿੱਧ ਕੇ ਗਈ ਪਾਥੀਆਂ ਉਦੋਂ ਕਿਹਦੀਆਂ ਕਿੰਨੀਆਂ ਸੀ ਤੂੰ ਉਦੋਂ ਗਿਣੀਆਂ ਸੀ ਇਸ ਲੜਾਈ 'ਚੋਂ ਨਿਕਲਦਾ ਕੀ ਹੁੰਦਾ ਅਖੀਰ ਕੁਝ ਵੀ ਨਹੀਂ ਹੁਣ ਜੇ ਆਪਾਂ ਪਹਿਲੀ ਲੜਾਈ ਦੇਖ ਲਈਏ ਗਵਰਨਰ ਸਾਹਿਬ ਦੀ ਤੇ ਮੁੱਖ ਮੰਤਰੀ ਸਾਹਿਬ ਉਹਦੇ 'ਚੋਂ ਕੀ ਨਿਕਲਿਆ ਕੁਝ ਵੀ ਨਹੀਂ ਨਿਕਲਿਆ ਇੰਨਾ ਜ਼ਰੂਰ ਹੋਇਆ ਵੀ 4 ਦਿਨ ਖਬਰਾਂ ਬਣੀਆਂ ਸੀ 4 ਦਿਨ ਰੌਲਾ ਰੱਪਾ ਪਿਆ ਸੀ ਤੇ ਅਖੀਰ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਨੂੰ ਵੀ ਮੰਨਣਾ ਪਿਆ ਸੀ ਵੀ ਗਵਰਨਰ ਸਾਹਿਬ ਦਾ ਉਹਦਾ ਹੈਗਾ ਜੀ ਸਤਿਕਾਰਤ ਨੇ ਉਹਨਾਂ ਦੀ ਗੱਲ ਕਰਨੀ ਪੈਣੀ ਸੰਵਿਧਾਨਕ ਮੁਖੀ ਤੇ ਹੈਗੀ ਗਵਰਨਰ ਸਾਹਿਬ ਨੂੰ ਮੰਨਣਾ ਪਿਆ ਵੀ ਚਿੱਠੀਆਂ ਮੈਂ ਭਾਵੇਂ ਜਿੰਨੀਆਂ ਮਰਜ਼ੀ ਲਿਖੀਆਂ ਇਹ ਉੱਦਾਂ ਹੀ ਆ ਜਿੱਦਾਂ ਵੀ ਉਹ ਸਾਈਕਲ ਦੀਆਂ ਕਿਸੇ ਵੇਲੇ ਬ੍ਰੇਕਾਂ ਤੇ ਹੁੰਦੀਆਂ ਪਰ ਉਹ ਅਗਲੇ ਪਾਸੋਂ ਕੱਢੀਆਂ ਹੁੰਦੀਆਂ ਨਾ ਜੀ ਵੀ ਉਹ ਨੱਪ ਸਕਦੇ ਤੁਸੀਂ ਕਿੱਲੀ ਜੀ ਸਵਾਦ ਹੀ ਆ ਸਵਾਦ ਸਾਈਕਲ ਰੁਕਣਾ ਨਹੀਂ ਰੁਕਣਾ ਇਹਦਾ ਨਾ ਕੋਈ ਲੈਣਾ ਦੇਣਾ ਆ ਵੀ ਰੋਟੀ ਤੁਹਾਡੇ ਸਾਹਮਣੇ ਪਈ ਆ ਪਰ ਇਹ ਖਾ ਨਹੀਂ ਸਕਦੇ ਕਹਿੰਦੇ ਪਹਿਲਾਂ ਬਰਾਤ ਖਾਏਗੀ ਹਾਂ ਉਹ ਚੱਕਰ ਇਹ ਆ ਵੀ ਹੁਣ ਗਵਰਨਰ ਸਾਹਿਬ ਮੈਨੂੰ ਲੱਗਦਾ ਵੀ ਜਿੱਦਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਹੁਣ ਹੋ ਸਕਦਾ ਆਪਣੇ ਕਾਗਜ਼ਾਂ ਜਾਂ ਮੇਰਾ ਖਿਆਲ ਪੰਜਾਬ ਦੇ ਲੋਕਾਂ ਦੇ ਕਾਗਜ਼ਾਂ 'ਚ ਵੀ 4-5 ਚਿੱਠੀਆਂ ਸੀ ਇਹ 10 ਤੇ ਉਹਨਾਂ ਨੇ ਆਪ ਦੱਸਤੀਆਂ ਨੇ ਤੇ ਮੈਂ ਨਾ ਵੀ ਇਹਦੇ ਨਾਲੋਂ ਜੇ ਨਾ ਦੱਸਦੇ ਤਾਂ ਸਗੋਂ ਗੱਲ ਢੱਕੀ ਰਹਿ ਜਾਣੀ ਵੀ ਚਲੋ ਯਾਰ 3-4 ਚਿੱਠੀਆਂ ਸੀ ਉਹਨਾਂ ਦਾ ਜਵਾਬ ਨਹੀਂ ਦਿੱਤਾ ਕਿਤੇ ਹੁਣ 10 ਚਿੱਠੀਆਂ ਦੇ ਲੰਮੀ ਗੱਲਬਾਤ ਹੁੰਦੀ ਆ ਦੂਜੇ ਪਾਸੇ ਮੈਨੂੰ ਇਹ ਵੀ ਲੱਗਦਾ ਕਿ ਵੀ ਜਿੱਦਾਂ ਇਹ ਟਸਲ ਜੀ ਬਣ ਜਾਂਦੀ ਆ ਉਸ ਤੋਂ ਬਾਅਦ ਰਾਸ਼ਟਰਪਤੀ ਜੀ ਕੋਲ ਜਾਣਗੇ ਮੰਨ ਲਓ ਗਵਰਨਰ ਸਾਹਿਬ ਜਾਂ ਜੇ ਸੁਪਰੀਮ ਕੋਰਟ ਤੱਕ ਕੋਈ ਗੱਲ ਜਾਂਦੀ ਉੱਥੇ ਜਾ ਕੇ ਉਹਨਾਂ ਨੇ ਕਹਿਣਾ ਕੀ ਆ ਇਹ ਤਾਂ ਗੱਲ ਕਲੀਅਰ ਇਸ ਤੋਂ ਪਹਿਲਾਂ ਆਪਾਂ ਕਈ ਸਟੇਟਾਂ ਦੀਆਂ ਉਦਾਹਰਨਾਂ ਵੱਖ-ਵੱਖ ਕੇਸਾਂ 'ਚ ਸੁਣ ਹਟੇ ਹਾਂ ਦੇਖ ਹਟੇ ਹਾਂ ਜਿੱਥੇ ਅਖੀਰ ਉਹ ਕਹਿੰਦੇ ਹੁੰਦੇ ਆ ਵੀ ਨਿਆਂਪਾਲਿਕਾ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਦੇਖੋ ਜੀ ਜਿਹੜਾ ਜੋ ਸੰਵਿਧਾਨਕ ਤੌਰ ਦੇ ਉੱਪਰ ਜਿਹਦਾ ਜੋ ਅਹੁਦਾ ਹੈ ਉਹਦੀ ਗਰਿਮਾ ਬਣਾ ਕੇ ਰੱਖੀ ਜਾਣੀ ਚਾਹੀਦੀ ਹੈ ਗਵਰਨਰ ਸਵਾਲ ਪੁੱਛ ਸਕਦੇ ਨੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਚੰਗਾ ਜਾਓ ਖੇਡੋ ਇਹੋ ਹੁੰਦਾ ਨਾ ਵੀ ਨਿਆਣੇ ਦਾ ਇੱਕ ਦੂਜੇ ਨੇ ਉੱਧਰੋਂ ਵਾਲ ਫੜਿਆ ਦਾ ਪਾਪਾ ਇੱਦਾਂ ਨਹੀਂ ਕਰਦਾ ਬੀਬੀ ਇੱਦਾਂ ਨਹੀਂ ਕਰਦਾ ਨਾ ਚੱਲ ਕੋਈ ਨਹੀਂ ਪੁੱਤ ਲੜੀਦਾ ਨਹੀਂ ਹੁੰਦਾ ਖੇਡੋ ਮੇਰੇ ਪੁੱਤ ਜਾ ਦੇਖੋ ਗਵਰਨਰ ਸਾਹਿਬ ਨੇ ਆਪਣੀ ਤਨਖਾਹ ਲੈ ਲੈਣੀ ਆ ਮੁੱਖ ਮੰਤਰੀ ਸਾਹਿਬ ਨੂੰ ਤਨਖਾਹ ਆਪਣੀ ਮਿਲਦੀ ਹੈ ਰੌਲਾ ਤਾਂ ਪੰਜਾਬ ਦੇ ਲੋਕਾਂ ਦਾ ਕਿਉਂਕਿ ਕੇਂਦਰ ਸਰਕਾਰ ਨੇ ਜਦੋਂ ਵੀ ਕੋਈ ਰਿਪੋਰਟ ਲੈਣੀ ਆ ਗਵਰਨਰ ਸਾਹਿਬ ਤੋਂ ਲੈਣੀ ਆ ਰਿਪੋਰਟ ਉਹ ਕਿੱਦਾਂ ਦੀ ਦੇਣਗੇ ਫਿਰ ਹਿਸਾਬ ਲਾ ਲਓ ਫਾਈਲਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਾਈਨ ਉਹਨਾਂ ਨੇ ਕਰਨੀਆਂ ਜਿਹੜੀ ਕੰਮ ਇੱਕ ਦਿਨ 'ਚ ਹੁੰਦਾ ਫਿਰ ਤਿੰਨਾਂ ਦਿਨਾਂ 'ਚ ਹੋ ਜਾਣੀ ਇਹ ਤੁਸੀਂ ਇਹ ਦੇਖੋ ਕਿ 3.25 ਕਰੋੜ ਲੋਕਾਂ ਦਾ ਭਵਿੱਖ ਇਹਨਾਂ 2 ਲੋਕਾਂ ਦੇ ਹੱਥ 'ਚ ਹੈ ਤੁਹਾਡੀ ਦੋਹਾਂ ਦੀ ਨਹੀਂ ਬਣਦੀ ਤੁਸੀਂ ਸਾਨੂੰ ਏਕਤਾ ਦਾ ਸੱਦਾ ਦੇਣੇ ਰਹਿੰਦੇ ਆ ਤੁਸੀਂ ਰਲ ਕੇ ਰਿਹਾ ਕਰੋ ਇਹ ਐ ਨਾ ਕਰਿਆ ਉਹ ਚੀਜ਼ਾਂ ਜਿਹੜੀਆਂ ਨਾ ਨੁਕਸਾਨ ਕਿਉਂਕਿ ਦੇਖੋ ਇੱਕ ਪਾਸੇ ਰੌਲੇ ਪੰਜਾਬ ਦੇ ਕਿੰਨੇ ਆ ਰਾਜਪਾਲ ਸਾਹਿਬ ਆਪ ਕਹਿੰਦੇ ਹੁੰਦੇ ਬਾਰਡਰ ਸਟੇਟ ਹੈ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਹੁੰਦੇ ਕੰਮ ਬੜਾ ਕਰਨ ਵਾਲਾ ਫਿਰ ਆਹ ਲੜਾਈਆਂ ਨਾ ਲਓ ਜਦੋਂ ਇਹ ਲੜਾਈਆਂ ਲੈਂਦੀਆਂ ਲੋਕਾਂ ਨੂੰ ਦੁੱਖ ਲੱਗਦਾ ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿਸ ਥਾਂ ਤੇ ਖੜੇ ਆ ਮੈਂ ਨਹੀਂ ਕਹਿੰਦਾ ਕਿ ਪੰਜਾਬ ਰਹਿਣ ਯੋਗ ਨਹੀਂ ਪੰਜਾਬ ਵਧੀਆ ਪੰਜਾਬ 'ਚ ਲੋਕ ਰਹਿੰਦੇ ਆ ਸਾਰੇ ਹੱਸਦੇ ਖੇਡਦੇ ਆ ਪਰ ਕੁਝ ਇੱਕ ਘਟਨਾਵਾਂ ਨੇ ਜਿਨ੍ਹਾਂ ਦੇ ਉੱਤੇ ਰਾਜਪਾਲ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਰਲ ਕੇ ਕਾਬੂ ਪਾਉਣਾ ਚਾਹੀਦਾ ਆ ਲੁਧਿਆਣੇ ਦੇ ਵਿੱਚ ਉਹ ਵਾਰਦਾਤ ਹੋਈ ਸੀ 7 ਕਰੋੜ ਦੀ ਡਕੈਤੀ ਉਹ 8.5 ਕਰੋੜ ਤੋਂ ਟੱਪ ਗਈ ਹੈ ਬੰਦੇ ਨਹੀਂ ਅਜੇ ਤੱਕ ਫੜ ਹੋਏ ਫਿਰ ਆ ਖੰਨੇ ਦੇ ਵਿੱਚ ਦੁਪਹਿਰੇ ਦਿਨ ਦੇ 5 ਬੰਦੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਹਾਜ਼ਰ ਆ ਕਹਿੰਦੇ ਜੀ ਸੋਨਾ ਦਿਖਾ ਉਹ ਦਿਖਾਉਂਦਾ ਕਹਿੰਦੇ ਬਿੱਲ ਬਣਾ ਦੇ ਆ ਲੈਣਾ ਹੈ ਉਹ ਬਿੱਲ ਬਣਾਉਣ ਲੱਗਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਸੋਨਾ ਲੈ ਕੇ ਭੱਜ ਜਾਂਦੇ ਆ ਮਗਰੋਂ ਬਾਕੀ ਜਿਹੜੇ ਜਿਊਲਰ ਨੇ ਸੁਨਿਆਰੇ ਨੇ ਉਹ ਦਰੀ ਵਿਛਾ ਕੇ ਬਾਜ਼ਾਰ ਬੰਦ ਕਰੀ ਬੈਠੇ ਕਿ ਭਾਈ ਸਾਡੀ ਸੁਰੱਖਿਆ ਕਿੱਥੇ ਅਸੀਂ ਕਰੋੜਾਂ ਰੁਪਈਆਂ ਦਾ ਸੋਨਾ ਰੱਖ ਕੇ ਬੈਠੇ 100 ਤੋਂ ਵੱਧ ਦੁਕਾਨਾਂ ਨੇ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਕੰਪਨੀ ਵਾਲੇ ਕੰਮ ਹੀ ਇਹ ਕਰਦੇ ਆ ਕਿ ਵੱਖ-ਵੱਖ ਸ਼ੋਰੂਮਾਂ ਤੋਂ ਪੈਸੇ ਇਕੱਠੇ ਕਰਦੇ ਆ ਉਹਨਾਂ ਦੇ ਪੈਸੇ ਬੈਂਕ ਜਮ੍ਹਾਂ ਕਰਾਉਂਦੇ ਕੰਮ ਹੀ ਇੰਨਾ ਕਾ ਉਹ ਮੁੰਡੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ 10 ਲੱਖ ਰੁਪਈਆ ਖੋਹ ਕੇ ਲੈ ਗਏ ਸੰਧਾਲੀਆ ਸਾਹਿਬ ਚੇਨੀ ਲਾ ਕੇ ਭੱਜ ਜਾਣਾ ਮੋਬਾਈਲ ਖੋਹ ਲੈਣਾ ਚੋਰੀ ਕਰਨਾ ਉਹਦੇ ਪਿੱਛੇ ਡਰ ਹੁੰਦਾ ਹੈ ਤੁਸੀਂ ਮੋਟਰਸਾਈਕਲ ਤੇ ਜਾਂਦੇ ਹੋ ਇੱਕ ਬੰਦਾ ਤਿਆਰ ਖੜਾ ਦੂਜਾ ਬੰਦਾ ਮੂੰਹ ਬੰਨ ਕੇ ਐ ਚੇਨੀ ਲਾਉਂਦਾ ਇਹਦਾ ਮਤਲਬ ਹੈ ਕਿ ਉਹ ਪੈਸੇ ਚਾਹੁੰਦਾ ਹੈ ਸੋਨਾ ਚਾਹੁੰਦਾ ਪਰ ਉਹ ਡਰ ਬਹੁਤ ਹੈ ਪਰ ਜੋ ਤੁਸੀਂ ਡਾਕੇ ਮਾਰਨ ਲੱਗ ਜਾਂਦੇ ਆ ਮੋਗੇ ਵਾਲੀ ਘਟਨਾ ਇਹਦੇ ਕਹਿੰਦੇ ਮੂੰਹ ਵੀ ਨਹੀਂ ਲਪੇਟਿਆ CCTV ਕੈਮਰਿਆਂ ਦੇ ਵਿੱਚ ਸਾਰੇ ਚਿਹਰੇ ਜਿਹੜੇ ਨੇ ਉਹ ਬੜੇ ਵਧੀਆ ਆਰਾਮ ਦੇ ਨਾਲ ਨਜ਼ਰ ਆਉਂਦੇ ਕਿ ਕੌਣ ਲੋਕ ਨੇ ਹੁਣ ਇਹਦੇ ਪਿੱਛੇ ਮੈਨੂੰ ਲੱਗਦਾ ਕਿ ਨਸ਼ਾ ਸਭ ਤੋਂ ਵੱਡਾ ਕਾਰਨ ਹੈ ਕਿਸੇ ਦਾ ਹੀਆ ਨਹੀਂ ਪੈਂਦਾ ਪਰ ਨਸ਼ੇ ਵਾਲਾ ਕੰਮ ਗੈਂਗਸਟਰਾਂ ਵਾਲਾ ਕੰਮ ਡਾਕੇ ਡੁਕੇ ਵਾਲਾ ਕੰਮ ਪੰਜਾਬ ਸਰਕਾਰ ਨੂੰ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਨੱਪਣਾ ਚਾਹੀਦਾ ਦੋਵਾਂ ਦੀ ਇੱਕੋ ਜਿਹੀ ਜ਼ਿੰਮੇਵਾਰੀ ਆ ਹੁਣ ਜੇ ਮੰਨ ਲਓ ਵੀ ਉਹ ਗਵਰਨਰ ਸਾਹਿਬ ਕਹਿੰਦੇ ਵੀ ਮੈਂ ਤੇ ਕਹਿਣਾ ਮੇਰੀ ਸਰਕਾਰ ਹੈ ਵੀ ਮੇਰੇ ਦਸਤਖਤਾਂ ਬਿਨਾਂ ਕੋਈ ਗੱਲ ਹੁੰਦੀ ਨਹੀਂ ਜਾਂ ਤਾਂ ਕੋਈ ਵੀ ਨਹੀਂ ਹੁੰਦੀ ਹੈ ਮੈਨੂੰ ਕਰਨੇ ਪੈਂਦੇ ਨੇ ਦਸਤਖਤ ਫਿਰ ਗੱਲ ਜਾ ਕੇ ਗੱਲ ਹੁੰਦੀ ਹੈ ਵੀ ਜੇ ਦਸਤਖਤਾਂ ਦੇ ਵਿੱਚ ਇੰਨੀ ਪਾਵਰ ਹੈ ਤਾਂ ਮੇਰਾ ਖਿਆਲ ਕੁਛ ਇਹੋ ਜਿਹਾ ਵੀ ਕਰ ਲੈਣਾ ਚਾਹੀਦਾ ਵੀ ਮਹਾਰਾਜ ਜੇ ਸਰਕਾਰ ਨਹੀਂ ਧਿਆਨ ਦੇ ਰਹੀ ਤੇ ਤੁਸੀਂ ਆਪਣੇ ਤੌਰ ਤੇ ਕੁਛ ਕਰ ਲਓ ਜੀ ਤੇ ਜੇ ਆਪਾਂ ਸਰਕਾਰ ਦੀ ਗੱਲ ਕਰਦੇ ਉਹ ਕਹਿੰਦੇ ਵੀ ਯਾਰ ਸਰਕਾਰ ਤੇ ਸਾਡੀ ਹੈ ਇਹ ਤਾਂ ਲੋਕਾਂ ਨੇ ਚੁਣ ਕੇ ਦਿੱਤੀ ਹੈ ਅਸੀਂ ਲੋਕਾਂ ਨੂੰ ਜਵਾਬ ਦੇ ਹਾਂ ਜਿੱਦਾਂ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਬਾਕੀ ਲੀਡਰ ਸਾਹਿਬਾਨ ਵੀ ਕਹਿੰਦੇ ਵੀ 3.25 ਕਰੋੜ ਪੰਜਾਬੀਆਂ ਨੂੰ ਅਸੀਂ ਜਵਾਬ ਦੇਣਾ ਜੀ ਹੁਣ ਆਹ ਜਿਹੜੀਆਂ ਘਟਨਾਵਾਂ ਘਟਦੀਆਂ ਵੀ ਤੇ 3.25 ਕਰੋੜ ਪੰਜਾਬੀਆਂ ਦੇ ਨਾਲ ਹੀ ਘਟ ਰਹੀਆਂ ਇਹ ਕਿਹੜਾ ਵੀ ਕਿਤੇ ਬਾਹਰ ਘਟ ਰਹੀਆਂ
ਸੋ ਗੱਲ ਬਿਲਕੁਲ ਠੀਕ ਆ ਤੁਹਾਡੀ ਵੀ ਜੇ ਤੇ ਆਪਾਂ ਇੱਥੇ ਵਜ਼ਾਰਤ ਨੂੰ ਵਜ਼ਾਰਤ ਦੇ ਹਿਸਾਬ ਨਾਲ ਚਲਾ ਲਾਂਗੇ, ਲੋਕ ਥੋੜ੍ਹੇ ਜਿਹੇ ਸੌਖੇ ਹੋਣਗੇ, ਡਰ ਭੈ ਨਹੀਂ ਹੋਊਗਾ, ਉੱਪਰ ਆਪਣੇ ਆਪ ਹੀ ਕਲੈਰਿਟੀ ਹੋ ਜਾਣੀ ਹੈ ਵੀ ਕਿੱਥੇ ਭਾਈ ਸਾਹਿਬ ਲੋਕਾਂ ਦੀ ਗੱਲ ਹੈ ਤੇ ਕਿੱਥੇ ਸਿਰਫ ਲੀਡਰੀ ਦੀ ਗੱਲ ਹੈ ਜੀ। ਤੇ ਜੇ ਲੀਡਰਾਂ ਨੇ ਆਪਸ ਲੜੀ ਲੁੜੀ ਜਾਣਾ ਵੀ ਕਿਹਦੀ ਸਰਕਾਰ ਆ ਕਿਹਦੀ ਨਹੀਂ ਸਰਕਾਰ ਆ, ਹੁਣ ਤੁਸੀਂ ਦੇਖੋ ਵੀ ਰੌਲਾ ਕਿਸੇ ਹੋਰ ਚੱਕਰ ਦਾ, ਆਰਡੀਨੈਂਸ ਕਿਤੇ ਹੁੰਦਾ, ਮਹਾ ਰੈਲੀ ਕਿਤੇ ਹੋਈ, ਬਿਆਨ ਕਿਤੇ ਦਿੱਤਾ, ਗਵਰਨਰ ਸਾਹਿਬ ਪ੍ਰੈਸ ਕਾਨਫਰੰਸ ਪੰਜਾਬ ਦੇ ਹਿਸਾਬ ਨਾਲ ਕਰੀ ਜਾਂਦੇ ਆ। ਇਹ ਸਾਰੇ ਕੁਛ ਦੇ ਵਿੱਚ ਜਿਹੜਾ ਬੰਦਾ ਮੰਨ ਲਓ ਅੱਜ ਹੋ ਸਕਦਾ ਵੀ ਕੋਈ ਬਿਮਾਰ ਸ਼ਮਾਰ ਹੋਵੇ, ਢਿੱਲ ਮੱਠ ਹੋਵੇ, ਡਾਕਟਰ ਨੇ ਕਿਹਾ ਪੈਸੇ ਹੀ ਨੇ ਜਮ੍ਹਾਂ ਕਰਾਓ ਫਿਰ ਤੁਹਾਡਾ ਆਪਰੇਸ਼ਨ ਕਰਨਾ, ਉਹਦਾ ਆਪਰੇਸ਼ਨ ਹੋ ਗਿਆ ਇਹ ਸਾਰੀ ਕਵਾਇਦ ਦੇ ਨਾਲ। ਸਿੰਪਲ ਜੀ ਗੱਲ ਹੈ ਨਾ। ਸੋ ਬੰਦੇ ਬਾਰੇ ਸੋਚਣਾ ਚਾਹੀਦਾ ਵੀ ਜਿਹੜੀ ਸਟੇਟ ਤੇ ਰਾਜ ਕਿਹਦਾ ਕਿਹਦਾ ਨਹੀਂ, ਆਪਾਂ ਉਹਦੇ ਲਈ ਲੜ ਰਹੇ ਹਾਂ, ਉਹਨਾਂ ਦਾ ਕੀ ਹਾਲ ਹੈ ਅਸਲ 'ਚ। IGP ਨੇ ਸੁਖਚੈਨ ਸਿੰਘ ਗਿੱਲ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਮੈਂ ਅੰਕੜਾ ਤਾਂ ਦੱਸਣ ਲੱਗਿਆ ਸੀ ਕਿ ਸਰਕਾਰ ਆਪਣੇ ਵੱਲੋਂ ਦਾਅਵਾ ਕਰਦੀ ਹੈ ਕਿ ਅਸੀਂ ਵਧੀਆ ਕੰਮ ਕਰ ਰਹੇ ਹਾਂ। ਉਹ ਕਹਿੰਦੇ ਜੀ ਪਿਛਲੇ 11 ਮਹੀਨਿਆਂ 'ਚ ਅਸੀਂ 11,000 ਤੋਂ ਵੱਧ ਪਰਚੇ ਦਰਜ ਕੀਤੇ ਨਸ਼ੇ ਦੇ, ਯਾਨੀ ਇੱਕ ਮਹੀਨੇ 'ਚ 1000 ਪਰਚਾ, ਮਹੀਨੇ 'ਚ ਦਿਨ ਹੁੰਦੇ ਆ 30। ਇਹਦਾ ਮਤਲਬ ਕੀ ਹੈ ਕਿ ਜੇ 30 ਦਿਨ ਆ 1000 ਪਰਚਾ ਤੇ 3 ਤੇ 10 ਕਿੱਧਰਲੇ ਪਾਸੇ ਨੂੰ ਗਏ, ਰੋਜ਼ ਦੇ ਕਿੰਨੇ ਨੇ? 13,000 ਤੋਂ ਵੱਧ ਬੰਦੇ ਅਸੀਂ ਕਹਿੰਦੇ ਜੀ ਫੜ ਕੇ ਅੰਦਰ ਦਿੱਤੇ ਆ। 13,000 11 ਮਹੀਨਿਆਂ 'ਚ, ਇਹਦਾ ਮਤਲਬ ਹਰ ਮਹੀਨੇ 1000 ਤੋਂ ਵੀ ਵੱਧ ਬੰਦਾ ਫੜ ਕੇ ਅੰਦਰ ਦਿੱਤੇ। ਰੋਜ਼ ਦੇ ਕਿੰਨੇ ਘੰਟਿਆਂ 'ਚ ਇੱਕ ਬੰਦਾ ਫੜਦੇ ਸੀ। ਹੁਣ ਵਧੀਆ ਗੱਲ ਹੈ ਜੇ ਤੁਸੀਂ ਇਮਾਨਦਾਰੀ ਦੇ ਨਾਲ ਇਹ ਸਾਰਾ ਕੁਝ ਕੀਤਾ, ਜੇ ਇੰਨੇ ਬੰਦੇ ਜੈਨੂਅਨ ਫੜੇ ਆ, ਕਿਉਂਕਿ ਉਹਨਾਂ ਨੇ ਤਾਂ 1100 ਕਿਲੋ ਤੋਂ ਉੱਪਰ ਹੈਰੋਇਨ ਵੀ ਦੱਸਤੀ ਕਿ ਅਸੀਂ ਇੰਨੀ ਬਰਾਮਦ ਕੀਤੀ ਹੈ ਤੇ ਬਹੁਤੀ ਪੰਜਾਬ ਦੇ ਵਿੱਚੋਂ ਕੀਤੀ ਹੈ। ਜੇ ਤੁਸੀਂ ਨਸ਼ਾ ਬਰਾਮਦ ਕਰਨ ਦੇ ਵਿੱਚ ਕਾਮਯਾਬ ਹੋਏ ਹੋ ਸਰਕਾਰ ਵਾਲੇ, ਉਹ ਤਾਂ ਵਧੀਆ ਹੈ। ਜੇ ਤੁਸੀਂ ਸੱਚੇ ਮੁੱਚੀ 13,000 ਬੰਦਾ ਇਮਾਨਦਾਰੀ ਨਾਲ ਫੜ ਕੇ ਅੰਦਰ ਦਿੱਤਾ ਤਾਂ ਵਧੀਆ, ਪਰ ਅਜੇ ਮੈਨੂੰ ਲੱਗਦਾ 11,000 ਹੋਰ ਫੜਨ ਵਾਲਾ। ਜੇ ਇਸ ਤਰੀਕੇ ਦੇ ਨਾਲ ਉਹ ਨਸ਼ੇ ਦੀ ਓਵਰਡੋਜ਼ ਦੇ ਕਰਕੇ ਮਰਨ ਵਾਲੇ ਦੀ ਖਬਰ ਆਉਂਦੀ ਹੈ ਜਾਂ ਕੁਛ ਹੋਰ ਆਉਂਦਾ ਹੈ, ਅਜੇ ਕੰਮ ਹੋਇਆ ਥੋੜ੍ਹਾ ਬਹੁਤਾ ਅਜੇ ਹੋਣ ਵਾਲਾ ਪਿਆ, ਉਹਨੂੰ ਧਿਆਨ ਨਾਲ ਕੀਤਾ ਜਾਵੇ ਤਾਂ ਫੇਰ ਸੂਤ ਆਉਣਾ। ਕਿਉਂਕਿ ਤੁਸੀਂ ਸੜਕ ਬਣਾ ਦਿਓ, ਤੁਸੀਂ ਪੁਲ ਬਣਾ ਦਿਓ, ਤੁਸੀਂ ਰੁਜ਼ਗਾਰ ਦੇ ਦਿਓ, ਪਰ ਜੇ ਆਮ ਲੋਕਾਂ ਨੂੰ ਇਹ ਲੱਗੂਗਾ ਕਿ ਮੈਂ ਦੁਕਾਨ ਤੇ ਬੈਠਾ ਵੀ ਸੁਰੱਖਿਅਤ ਨਹੀਂ, ਮੈਂ ਪੰਪ ਤੇ ਬੈਠਾ ਵੀ ਸੁਰੱਖਿਅਤ ਨਹੀਂ, ਮੈਂ ਹੋਟਲ ਤੇ ਬੈਠਾ ਵੀ ਸੁਰੱਖਿਅਤ ਨਹੀਂ, ਮੈਂ ਸੜਕ ਤੇ ਤੁਰਿਆ ਜਾਂਦਾ ਵੀ ਸੁਰੱਖਿਅਤ ਨਹੀਂ, ਫਿਰ ਉਹ ਸਾਰੀਆਂ ਬਾਕੀ ਚੀਜ਼ਾਂ ਡਿਵੈਲਪਮੈਂਟ ਦੀਆਂ ਬੇਈਮਾਨੀਆਂ ਹੋ ਜਾਂਦੀਆਂ। ਇਹਦੇ 'ਚ ਆਪਾਂ ਇੱਕ ਬੇਨਤੀ ਹੋਰ ਕਰ ਦਿੰਦੇ ਹਾਂ, ਕਈ ਵਾਰ ਅੰਕੜੇ ਦਿੱਤੇ ਜਾਂਦੇ ਆ ਬਾਅਦ ਦੇ ਵਿੱਚ ਨਾ ਜੀ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟੀਆਂ, ਫਿਰ ਕਿਉਂਕਿ ਜੇ ਅੰਕੜੇ ਕੱਢ ਕੇ ਦਿਖਾਉਣੇ ਹੋਣ ਤਾਂ ਮੇਰੇ ਖਿਆਲ ਨਾਲ ਬੜਾ ਸੌਖਾ ਹੁੰਦਾ ਜੀ, ਇਹ ਫਲਾਨੀ ਸਟੇਟ 'ਚ ਇੰਨੀਆਂ ਘਟਨਾਵਾਂ ਘਟਦੀਆਂ ਨੇ, ਫਲਾਨੀ 'ਚ ਇੰਨੀਆਂ ਘਟਦੀਆਂ ਨੇ, ਪੰਜਾਬ 'ਚ ਸਾਲ ਇੰਨੇ ਤੋਂ ਇੰਨੇ 'ਚ ਇੰਨੀਆਂ ਘਟਨਾਵਾਂ ਘਟੀਆਂ, ਐਤਕੀ ਸਿਰਫ ਇੰਨੀਆਂ ਕੀ ਘਟਨਾਵਾਂ ਘਟੀਆਂ ਜੀ, ਪਹਿਲਾਂ ਨਾਲੋਂ ਕੰਟਰੋਲ ਆ, ਪਹਿਲਾਂ ਨਾਲੋਂ ਬੜਾ ਫਰਕ ਆ। ਹੁਣ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਮੰਨ ਲਓ ਵੀ ਕਿਸੇ ਨੇ ਰੰਜਿਸ਼ਨ ਕਿਸੇ ਦਾ ਕਤਲ ਕਰ ਦਿੱਤਾ, ਉਹ ਤਾਂ ਪਤਾ ਨਹੀਂ ਸੀ ਨਾ ਵੀ ਉਹ ਬੰਦਾ ਉਹਨੇ ਮਾਰ ਦੇਣਾ ਜਾਂ ਉਹਨੇ ਕੁਛ ਇਹੋ ਜਿਹਾ ਕਰ ਦੇਣਾ। ਠੀਕ ਆ, ਇਹ ਗੱਲ ਕਿਸੇ ਹੱਦ ਤੱਕ ਮੰਨੀ ਜਾ ਸਕਦੀ ਵੀ ਕ੍ਰਾਈਮ ਤਾਂ ਹਰ ਥਾਂ ਦੇ ਕ੍ਰਾਈਮ, ਆਪਾਂ ਇੱਥੇ ਈਵਨ ਕੈਨੇਡਾ 'ਚ ਵੀ ਦੇਖ ਲੈਂਦੇ ਵੀ ਇੱਥੇ ਵੀ ਯਾਰ ਫਲਾਣੇ ਨੂੰ ਮਾਰਤਾ, ਪਤਾ ਲੱਗਦਾ ਵੀ ਕੋਈ ਨਿੱਜੀ ਰੰਜਿਸ਼ ਸੀਗੀ। ਪਰ ਕਾਰਨ ਇਹ ਆ ਵੀ ਇਹ ਜਿਹੜੇ ਸਵਾਲ ਨੇ ਇਹ ਬਾਅਦ ਦੇ ਵਿੱਚ ਜਦੋਂ ਵਿਰੋਧੀ ਧਿਰਾਂ ਚੁੱਕ ਲੈਂਦੀਆਂ ਨੇ ਤੇ ਉਹ ਇਸ ਤਰ੍ਹਾਂ ਪੁੱਛਦੀਆਂ ਨੇ ਵੀ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਵੀ ਬਿਲਕੁਲ ਹੀ ਸੈੱਟ ਹੋ ਜੂ, ਵੀ ਜੇ ਤੁਹਾਡੇ ਕੋਲੋਂ ਨਹੀਂ ਹੋਇਆ ਸਾਡੇ ਵਾਰੀ ਵੀ ਸੀਗਾ ਤੇ ਫਿਰ ਉਦੋਂ ਤੁਸੀਂ ਸਾਨੂੰ ਨਿੰਦਦੇ ਸੀ, ਹੁਣ ਤੁਸੀਂ ਆਪਣੀ ਵਾਰਾਂ ਕਿਉਂ ਨਹੀਂ ਕੁਛ ਕਰਦੇ। ਇਹਦਾ ਮੈਂ ਨਹੀਂ ਕਹਿੰਦਾ ਸਾਰਿਆਂ 'ਤੇ, ਪਰ ਕੁਛ % ਵੋਟਰਸ ਦੇ ਉੱਪਰ ਅਸਰ ਤਾਂ ਪੈਂਦਾ ਹੀ ਹੈ ਨਾ। ਹੁਣ ਜੇ ਮੰਨ ਲਓ ਕਿਸੇ ਦੇ ਨੇੜੇ ਉਹ ਘਟਨਾ, ਆਪਾਂ ਜੋ ਸੁਨਿਆਰੇ ਵਾਲੀ ਘਟਨਾ ਦੀ ਗੱਲ ਕਰਦੇ, ਹੁਣ ਜਿਹੜੇ ਬੰਦੇ ਆ ਵੀ ਇਹ ਕੰਮ ਕਰਦਾ ਹੋਊਗਾ, ਉਹਨੇ ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ, ਉਹਨੂੰ ਉਸ ਖਬਰ ਦਾ ਪਤਾ ਹੋਊਗਾ ਯਾਰ ਵੀ ਇਹੋ ਜਿਹਾ ਕੁਛ ਹੋਣ ਲੱਗ ਜੀ। ਉਹ ਕਿੰਨੇ ਨੇ ਪੰਜਾਬ ਦੇ ਵਿੱਚ ਆਪਾਂ ਇਹ ਦੇਖੀਏ, ਫਿਰ ਗਾਂ ਉਹਨਾਂ ਦੇ ਨਾਲ ਪਰਿਵਾਰ ਜੁੜੇ ਹੋਏ ਨੇ, ਉਹ ਸਾਰਿਆਂ ਦੇ ਵਿੱਚ ਜਿਹੜਾ ਇੱਕ ਨੈਗੇਟਿਵ ਪ੍ਰਭਾਵ ਪੈਂਦਾ ਉਹ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ। ਜੇ ਆਪਾਂ ਅੰਕੜਿਆਂ ਦੇ ਨਾਲ ਇੱਕ ਖਬਰ ਦਾ ਕਾਊਂਟਰ ਖਬਰ ਮੰਨ ਲਓ ਦੇ ਦਿਆਂਗੇ, ਉਹਦੇ ਨਾਲ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਇਹ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ ਗੱਲ। ਹੁਣ ਆਪਾਂ ਕੁਰੂਕਸ਼ੇਤਰ ਪਿਪਲੀ ਦੇ ਕੋਲ ਆਉਣਾ, ਉੱਥੇ ਕਿਸਾਨਾਂ ਦਾ ਅੰਦੋਲਨ ਦੁਬਾਰਾ ਸ਼ੁਰੂ ਹੋ ਗਿਆ ਪਿਛਲੇ ਦਿਨੀ, ਕਿਉਂਕਿ MSP ਦਾ ਮੁੱਦਾ ਬਹੁਤ ਵੱਡੀ ਚਰਚਾ ਦੇ ਵਿੱਚ ਰਿਹਾ ਕਿ ਘੱਟੋ ਘੱਟ ਸਮਰਥਨ ਮੁੱਲ, ਘੱਟੋ ਘੱਟ ਫਸਲ ਦੀ ਕੀਮਤ ਕਿਸਾਨ ਨੂੰ ਮਿਲੇ ਜ਼ਰੂਰ। ਉਹ ਅਗਲੀ ਫਸਲ ਤਾਂ ਹੀ ਬੀਜੂਗਾ, ਉਹ ਰੋਟੀ ਤਾਂ ਹੀ ਖਾਊਗਾ ਜੇ ਉਹਨੂੰ ਫਸਲ ਦਾ ਮੁੱਲ ਮਿਲੂਗਾ। ਗੁਰਨਾਮ ਸਿੰਘ ਚੜੂਨੀ ਦੀ ਹੁਣਾਂ ਦੀ ਜਥੇਬੰਦੀ ਨੇ ਕਹਿਤਾ ਸੀ ਕਿ ਸੂਰਜਮੁਖੀ ਪੰਜਾਬ 'ਚ ਤਾਂ ਹੁਣ ਘੱਟ ਬੀਜਦੇ ਲੋਕ, ਇਹ ਨਹੀਂ ਕਿ ਅਸੀਂ ਬੀਜਣਾ ਨਹੀਂ ਚਾਹੁੰਦੇ ਜਾਂ ਸਾਡੀ ਧਰਤੀ ਦੇ ਵਿੱਚੋਂ ਪੰਜਾਬ ਵਾਲੀ ਦੇ ਵਿੱਚੋਂ ਸੂਰਜਮੁਖੀ ਹੁੰਦੀ ਨਹੀਂ। ਸੂਰਜਮੁਖੀ ਵਿਕਦੀ ਨਹੀਂ ਸੀ, ਸੂਰਜਮੁਖੀ ਰੁਲਦੀ ਸੀ, ਮੰਡੀਆਂ ਦੇ ਵਿੱਚ ਕਿਸਾਨ ਲੈ ਕੇ ਜਾਂਦਾ ਸੀ ਤਾਂ ਖਰਚ ਵੀ ਪੂਰਾ ਨਹੀਂ ਸੀ ਹੁੰਦਾ, ਇਹਨਾਂ ਨੇ ਛੱਡਤੀ। ਹਰਿਆਣੇ ਦੇ ਵਿੱਚ ਲੋਕ ਬੀਜਦੇ ਆ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਕਿਹਾ ਸੀ ਕਿ MSP ਦਿਓ, ਉਹ ਕਹਿੰਦੇ ਸੀ ਭਾਵ-ਅੰਤਰ ਸਕੀਮ ਨਾਲ ਜੁਗਾੜ ਕਰ ਦਿੰਦੇ। ਉਹ ਕਹਿੰਦੇ ਨਾ ਤੁਸੀਂ ਸਕੀਮ ਅੰਦਰ ਲਾਓ ਜਿਹੜੀ ਲਾਉਣੀ ਆ, ਸਾਨੂੰ ਘੱਟੋ ਘੱਟ ਸਮਰਥਨ ਮੁੱਲ ਚਾਹੀਦਾ, ਸਾਨੂੰ ਸਰਕਾਰੀ ਖਰੀਦ ਯਕੀਨੀ ਚਾਹੀਦੀ ਹੈ, ਸਾਡੇ ਬੰਦੇ ਜਾਣ ਕਿਸਾਨ ਮੰਡੀ ਦੇ ਵਿੱਚ ਫਸਲ ਢੇਰੀ ਕਰਨ, ਤੁਸੀਂ ਉਹਨੂੰ ਤੋਲੋ, ਮਿਆਰ ਦੇ ਉੱਤੇ ਪੂਰਾ ਕੱਢੋ, ਉਹਦੇ ਤੋਂ ਬਾਅਦ ਕਿਸਾਨ ਆਪਣੇ ਘਰੇ ਜਾਵੇ, ਤੁਸੀਂ ਉਹਨੂੰ ਪੈਸੇ ਪੂਰੇ ਦਿਓ। ਉਹਨਾਂ ਨੇ ਮੰਨਿਆ ਨਾ, ਇਹ GT ਰੋਡ ਤੇ ਜਾ ਕੇ ਬਹਿ ਗਿਆ ਸੀ, ਉਹਨਾਂ ਨੇ ਚੜੂਨੀ ਸਾਹਿਬ ਵੀ ਚੱਕ ਲਿਆ ਤਾਂ ਨਾਲ ਦੇ ਬੰਦੇ ਵੀ 25 ਮਿੰਟ ਲਾਠੀ ਚਾਰਜ ਹੋਇਆ, ਜੇਲ੍ਹ ਭੇਜਤੇ। ਰਾਕੇਸ਼ ਟਕੈਤ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਸੀ ਕਿ ਚੜੂਨੀ ਨੂੰ ਛੱਡ ਦਿਓ ਤੇ MSP ਦੇ ਦਿਓ, ਨਹੀਂ ਤਾਂ ਅਸੀਂ ਅੰਦੋਲਨ ਕਰਨਾ। ਉਹਨਾਂ ਨੇ ਛੱਡਿਆ ਨਾ।
ਸੋ ਸਾਰਾ ਦਿਨ ਮਹਾਂ ਪੰਚਾਇਤ ਹੁੰਦੀ ਰਹੀ, ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਯੂਪੀ ਤੋਂ, ਹਰਿਆਣੇ ਤੋਂ, ਪੰਜਾਬ ਤੋਂ, ਰਾਜਸਥਾਨ ਤੋਂ, ਮੱਧ ਪ੍ਰਦੇਸ਼ ਤੋਂ ਨੁਮਾਇੰਦੇ ਆਏ। ਫਿਰ ਉਹ ਪਿਪਲੀ ਕੁਰਕਸ਼ੇਤਰ ਦੇ ਵਿਚਾਲੇ ਜਾਂ ਜੀਟੀ ਰੋਡ ਤੇ ਬਹਿ ਗਿਆ, ਟਰੈਕਟਰ ਲਾਤੇ, ਡਾਂਗਾ ਕੋਲ ਫੜ ਲਈਆਂ। ਹੁਣ ਸਰਕਾਰ ਦੇ ਨਾਲ ਆਖਰ ਤੱਕ ਗੱਲਬਾਤ ਹੋਣੀ ਹੈ। ਉਹ ਜਾਮ ਲਾ ਕੇ ਇਹਨਾਂ ਨੇ ਕਲੀਅਰ ਕਰ ਦਿੱਤਾ, ਸਾਰੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਸੁਨੇਹੇ ਲਾਤੇ ਕਿ ਭਾਈ ਤਿਆਰ ਰਹੋ, ਜੇ ਅੱਜ ਸੂਰਜਮੁਖੀ ਦੀ MSP ਨਾ ਮਿਲੀ ਤਾਂ ਆਪਾਂ ਨੂੰ ਮਿਲਣੀ ਕੋਈ ਨਹੀਂ। ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਛੱਡਣ ਦੀ ਮੰਗ ਰੱਖਤੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ MSP ਦਾ ਮੁੱਦਾ ਜਿਹੜਾ ਉਹਨੂੰ ਸਾਹਮਣੇ ਰੱਖ ਕੇ ਚਰਚਾ ਚੱਲਣ ਲੱਗ ਪਈ ਹੈ। ਸਰਕਾਰਾਂ ਥੋੜਾ ਜਿਹਾ ਧਿਆਨ ਦੇ ਦੇਣ, ਕਿਸਾਨ ਦਾ ਪੱਖ ਰੱਖ ਲੈਣ, ਨਹੀਂ ਤਾਂ ਸੂਬਾ ਤੇ ਕੇਂਦਰ ਸਰਕਾਰਾਂ ਦੇ ਲਈ ਆਉਣ ਵਾਲੀ ਸਥਿਤੀ ਫਿਰ ਔਖੀ ਹੋ ਚੁੱਕੀ। ਹੋ ਸਕਦਾ ਕਈ ਬੰਦੇ ਇਹ ਸੋਚਦੇ ਹੁਣ ਵੀ ਯਾਰ ਇਹ ਕਣਕ ਝੋਨੇ ਦਾ ਤੇ ਮੰਗਦੇ ਸੀ, MSP ਹੋਣੇ ਸੂਰਜਮੁਖੀ ਦੇ ਜਾਵੜੇ, ਇੱਦਾਂ ਕਿੱਦਾਂ। ਆਪਾਂ ਜ਼ਰੂਰ ਕਲੀਅਰ ਕਰ ਦਈਏ ਵੀ ਪੂਰੇ ਦੇਸ਼ 'ਚ 22 ਤੋਂ ਸ਼ਾਇਦ 23 ਫਸਲਾਂ ਨੇ ਜਿਨ੍ਹਾਂ ਦਾ ਸਰਕਾਰ MSP ਐਲਾਨਦੀ ਹੈ, ਬਾਕਾਇਦਾ ਐਲਾਨਿਆ ਜਾਂਦਾ ਵੀ ਇਸ ਫਸਲ ਦਾ ਇਸ ਵਾਰ ਇੰਨਾ MSP ਹੋਊਗਾ, ਮਿਨੀਮਮ ਸਪੋਰਟ ਪ੍ਰਾਈਸ ਸਰਕਾਰੀ ਤੌਰ ਤੇ ਇਹਦਾ ਆਹ ਮੁੱਲ ਆ ਜੀ। ਪਰ ਮੁਸ਼ਕਲ ਇਹ ਆਉਂਦੀ ਆ ਵੀ ਸਿਰਫ ਕਣਕ ਤੇ ਝੋਨਾ ਜ਼ਰੂਰ ਚੁੱਕਿਆ ਜਾਂਦਾ, ਜਿਹੜੀਆਂ ਬਾਕੀ ਦੀਆਂ ਫਸਲਾਂ ਨੇ ਉਹ ਆਪਾਂ ਦੇਖਦੇ ਰਹੇ ਹਾਂ ਵੀ ਉਹ ਕੋਈ ਚੁੱਕ ਕੇ ਰਾਜ਼ੀ ਨਹੀਂ ਹੈਗਾ। ਹੁਣ ਮੈਨੂੰ ਯਾਦ ਆਉਂਦਾ ਸੀ ਵੀ ਮੱਕੀ ਤੇ ਸੂਰਜਮੁਖੀ ਦੀ ਲੜਾਈ ਪੰਜਾਬ 'ਚ ਵੀ ਚੱਲੀ ਸੀ, ਇਹ ਪਿਛਲੇ ਸਮੇਂ 'ਚ ਮੇਰਾ ਖਿਆਲ ਸ਼ਾਇਦ ਕੈਪਟਨ ਸਰਕਾਰ ਵੇਲੇ ਦੀ ਗੱਲ ਸੀ, ਉਦੋਂ ਅਦਾਲਤ ਤੱਕ ਵੀ ਗੱਲ ਹੋਈ ਸੀ ਵੀ ਉੱਥੇ ਜਾ ਕੇ ਉਹ ਕਹਿੰਦੇ ਵੀ ਆਹ ਦੇਖੋ ਮਹਾਰਾਜ ਤੁਸੀਂ ਆਖੀ ਜਾਂਦੇ ਵੀ ਇਹ ਸਰਕਾਰ ਨੇ 23 ਫਸਲਾਂ ਦੀ MSP ਚਲਾ ਦੀ, ਦਾ ਜਵਾਬ ਦਿਓ ਜੀ। ਉੱਥੇ ਜਾ ਕੇ ਵੀ ਅਦਾਲਤ ਦੇ ਵਿੱਚ ਵੀ ਸਰਕਾਰ ਨੇ ਕਹਿ ਦਿੱਤਾ ਵੀ ਮਹਾਰਾਜ ਇਹ ਤਾਂ ਕੇਂਦਰ ਸਰਕਾਰ ਨੇ ਐਲਾਨੀ ਹੈ, ਉਹਨਾਂ ਦੀਆਂ ਏਜੰਸੀਆਂ ਚੁੱਕਦੀਆਂ ਨੇ ਵੀ ਅਸੀਂ ਦੱਸੋ ਕਿੱਥੋਂ ਖਰੀਦ ਕੇ ਕਿਹਨੂੰ ਦੇ ਦਈਏ, ਵੀ MSP ਦਈਏ ਕਿਹਨੂੰ, ਕਿਉਂਕਿ ਕਣਕ ਤੇ ਝੋਨਾ ਕੇਂਦਰ ਸਰਕਾਰ ਦੀ ਏਜੰਸੀ ਚੁੱਕਦੀ ਹੈ, ਉੱਧਰੋਂ ਆਉਂਦੇ ਨੇ, ਉਹ ਖਰੀਦ ਹੋ ਜਾਂਦੀ ਹੈ, ਅਸੀਂ ਖਰੀਦ ਕੇ ਉਹਨਾਂ ਨੂੰ ਦੇ ਦਿੰਦੇ ਹਾਂ। ਇੱਥੇ ਕੋਈ ਖਰੀਦ ਕੇ ਰਾਜ਼ੀ ਨਹੀਂ ਤੇ ਅਸੀਂ MSP ਦਈਏ ਕਿੱਥੋਂ। ਇਹਦਾ ਮਤਲਬ ਅਦਾਲਤੀ ਚੱਕਰ 'ਚ ਵੀ ਜਾ ਚੁੱਕੀ ਕਹਾਣੀ, ਕੇਂਦਰ ਸਰਕਾਰ ਵਾਲੇ ਪਾਸਿਓਂ ਵੀ ਉਹ ਸਾਰੀਆਂ ਗੱਲਾਂ ਹੋ ਚੁੱਕੀਆਂ। ਹੁਣ ਇਹ ਜਿੱਥੇ ਆ ਕੇ ਗਰਾਰੀ ਫਸ ਗਈ ਆ ਸੜਕ ਤੇ ਅੰਦੋਲਨ ਟਾਈਪ, ਮੈਨੂੰ ਲੱਗਦਾ ਵੀ ਇਹਦਾ ਕੋਈ ਨਾ ਕੋਈ ਵਿਚਲਾ ਰਾਹ ਤੇ ਕੱਢਣਾ ਪੈਣਾ। ਹੁਣ ਭਾਵੰਤਰ ਭਰਪਾਈ ਯੋਜਨਾ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਵੀ ਹਰਿਆਣਾ ਦਿੰਦਾ, ਹੋਰ ਕਈ ਸਟੇਟਾਂ ਦਿੰਦੀਆਂ ਨੇ, ਵੀ ਕੇਂਦਰ ਸਰਕਾਰ ਦੀ ਸਕੀਮ ਆ। ਮੋਟਾ ਜਿਹਾ ਸਮਝਾ ਦਈਏ ਵੀ ਮੰਨ ਲਓ ਕੇਂਦਰ ਸਰਕਾਰ ਕਹਿੰਦਾ ਵੀ 100 ਰੁਪਏ ਇਸ ਫਸਲ ਦੀ MSP, ਤੁਹਾਡੀ ਫਸਲ ਵਿਕੀ 90 ਦੀ, ਵਿਚਲੇ 10 ਰੁਪਈਆਂ ਦਾ ਫਰਕ ਅਸੀਂ ਦੇ ਦਿਆਂਗੇ, ਰਾਜ ਸਰਕਾਰ ਦੇ ਦੂਗੀ। ਇਹਦਾ ਮਤਲਬ ਇਹ ਹੋ ਗਿਆ ਵੀ ਤੁਹਾਨੂੰ 100 ਦਾ 100 ਮਿਲ ਜੂਗਾ, ਪਰ ਇੰਨਾ ਵੀ ਉਹ 90 ਵਾਲਾ ਵਪਾਰੀ ਦੇ ਦੇਵੇ, ਜਿਹੜੇ ਵਿਚਲੇ 10 ਸੀ ਉਹ ਸਰਕਾਰ ਦੇ ਦੂਗੀ। ਹੁਣ ਮੇਰਾ ਖਿਆਲ ਵੀ ਜੇ ਆਪਾਂ ਉਹ 10 ਦਿੰਨੇ ਹੀ ਆ, ਵਪਾਰੀ 90 ਦਾ ਲੈਂਦਾ, ਤੇ ਉਹ ਮੇਰਾ ਖਿਆਲ ਹਰ ਵਾਰ ਕਰ ਲੈਣਾ ਚਾਹੀਦਾ। ਵੀ ਰੌਲਾ ਤੇ ਇਹਦੇ 'ਚ ਇਹ ਪੈਂਦਾ ਨਾ ਵੀ ਜੀ ਦੇਖੋ ਕਿਉਂਕਿ ਅੰਤਰਰਾਸ਼ਟਰੀ ਮਾਰਕੀਟ 'ਚ ਐਤਕੀ ਦਾਲ ਦਾ ਮੁੱਲ ਆਹ ਹੋ ਗਿਆ ਜੀ, ਐਤਕੀ ਆਹ ਹੋ ਗਿਆ ਜੀ, ਐਤਕੀ ਰੇਟ ਘਟ ਗਿਆ ਜੀ, ਇਹ ਘਟ ਕੇ ਤੇ ਰੌਲਾ ਪੈਂਦਾ। ਆਪਾਂ ਅੱਗੇ ਵੀ ਬੇਨਤੀ ਕੀਤੀ ਹੈ, ਪਿਛਲੀ ਵਾਰ ਕਣਕ ਦਾ ਰੇਟ ਵਧਿਆ ਜੀ, ਲੈ ਵੀ ਕਿੰਨੇ ਕੁ ਲੋਕਾਂ ਨੂੰ ਤੁਸੀਂ ਅੰਤਰਰਾਸ਼ਟਰੀ ਮੰਡੀ ਦੇ ਹਿਸਾਬ ਨਾਲ ਕਣਕ ਦਾ ਮੁੱਲ ਦੇਤਾ। ਜਦੋਂ ਵੱਧਦਾ ਉਦੋਂ ਤੇ ਵਪਾਰੀ ਦੇ ਕੇ ਰਾਜੀ ਨਹੀਂ, ਤੇ ਜਦੋਂ ਘਟਦਾ ਉਦੋਂ ਅਗਲਾ ਆਉਂਦਾ ਵੀ ਤੂੰ ਸੁੱਟ ਜਾ, ਮੈਂ ਆਪੇ ਦੇਖ ਲੂੰਗਾ, ਤੇ ਸਰਕਾਰ ਨੂੰ ਕਹਿੰਦਾ ਵੀ ਤੂੰ ਹੁਣ ਬਾਕੀ ਦੇ ਪੈਸੇ ਦੇਈ ਜਾ। ਇਹ ਜਿਹੜਾ ਵਿਚਲਾ ਰੌਲਾ ਵੀ 10-20 ਰੁਪਈਏ ਬਾਅਦ ਦੇ ਵਿੱਚ ਸਰਕਾਰ ਦਿੰਦੀ ਪਾਉਂਦੀ ਵੀ ਆ, ਉਹ ਪਹਿਲਾਂ ਨਜਿੱਠ ਲਓ ਵੀ ਐਤਕੀ ਭਾਈ ਅੰਤਰਰਾਸ਼ਟਰੀ ਮੰਡੀ 'ਚ ਆ ਵਪਾਰੀ ਇੰਨੇ ਕੁ ਦੇਣ ਨੂੰ ਰਾਜ਼ੀ ਆ, ਵਪਾਰੀ ਨਾਲ ਗੱਲ ਕਰ ਲਓ ਵੀ ਵੀਰ ਮੇਰਾ ਅੱਜ ਤੋਂ ਬਾਅਦ ਤੂੰ ਫਿਰ 90 ਦੇ ਹਿਸਾਬ ਨਾਲ ਚੁੱਕ ਲਈ, 100 ਸਾਡਾ ਮੁੱਲ ਹੀ 10 ਅਸੀਂ ਦੇ ਦਿਆਂਗੇ। ਉਹ ਪਹਿਲਾਂ ਹੀ ਨਜਿੱਠ ਲਓ ਤਾਂ ਜੋ ਅਗਲੇ ਨੂੰ ਵੀ ਨਾ ਚੱਕਰ ਪਵੇ, ਤੇ ਆ ਜਿਹੜਾ ਰੌਲਾ ਇਹ ਵੀ ਨਾ ਰਵੇ। ਜੇ ਦੇਣੇ ਹੀ ਆ ਪੈਸੇ ਤੇ ਉਹ ਪਹਿਲਾਂ ਗੱਲ ਕਰਕੇ ਵੀ ਦੱਸੇ ਜਾ ਸਕਦੇ। ਫੰਡ ਨਹੀਂ ਨਾ ਦਿੰਦਾ ਕਿਸਾਨ ਦੇ ਕੋਲੇ, ਇਲੈਕਸ਼ਨ ਫੰਡ ਨਹੀਂ ਹੁੰਦਾ ਸੰਧਾਲੀਆ, ਸਭ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਤੇ ਅੰਦਰਲੀਆਂ ਗੱਲਾਂ ਨਾ ਕਰਿਆ ਕਰੋ, ਨਹੀਂ ਕਰਦੇ। ਅਸੀਂ ਤੁਹਾਨੂੰ ਨਾਲ ਰੱਖਿਆ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਸਾਡੇ ਪੋਤੜੇ ਫਰੋਲੋ। ਪਹਿਲਵਾਨਾਂ ਨੇ ਗੱਲ ਕੱਢ ਕੇ ਬਾਹਰ ਲਿਆਂਦੀ ਸੀ, ਆਪਾਂ ਉੱਥੇ ਮੁਕਾਵਾਂਗੇ। ਹੁਣ ਰੌਲਾ ਸੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਹਟਾਉਣ ਦਾ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨਗੀ ਤੋਂ ਲਾਓ। ਉਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ ਪਹਿਲੇ ਲਾਂਭੇ ਕਰ ਦਿੱਤੇ ਸੀ, ਤੇ ਹੁਣ 4 ਜੁਲਾਈ ਨੂੰ ਚੋਣ ਰੱਖ ਦਿੱਤੀ ਕਿ ਭਾਈ ਨਵੀਂ ਬਾਡੀ ਚੁਣਨੀ ਹੈ। ਕਿਸੇ ਬੰਦੇ ਨੂੰ ਇਹ ਭੁਲੇਖਾ ਨਾ ਰਹੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਲੈਕਸ਼ਨ ਨਹੀਂ ਲੜ ਰਿਹਾ, ਕਿਉਂਕਿ ਵੱਧ ਤੋਂ ਵੱਧ 3 ਵਾਰੀ ਕੋਈ ਪ੍ਰਧਾਨ ਬਣ ਸਕਦਾ ਤੇ ਉਹ ਬਣ ਗਿਆ ਸੀ। ਪਹਿਲਵਾਨਾਂ ਦੀ ਮੰਗ ਸੀ ਕਿ ਭਾਈ ਉਹਦੇ ਟੱਬਰ ਦਾ ਵੀ ਕੋਈ ਹੋਰ ਮੈਂਬਰ ਅਹੁਦੇਦਾਰ ਨਹੀਂ ਹੋਣਾ ਚਾਹੀਦਾ, ਉਹ ਦੇਖਦੇ ਆ ਹੁੰਦਾ ਕਿ ਨਹੀਂ ਹੁੰਦਾ। ਵਿੱਚ ਹੀ 3 ਔਰਤ ਪਹਿਲਵਾਨਾਂ ਨੇ, ਸਾਡੀਆਂ ਕੁੜੀਆਂ ਮੁਟਿਆਰਾਂ ਨੇ, ਦਿੱਲੀ ਪੁਲਿਸ ਨੂੰ ਆਡੀਓ ਵੀਡੀਓ ਸਬੂਤ ਕਹਿੰਦੇ ਦੇ ਦਿੱਤੇ ਆ ਕਿ ਜਿਹੜਾ ਉਹਨਾਂ ਦੇ ਨਾਲ ਧੱਕਾ ਹੋਇਆ, ਜੋ ਵੀ ਉਹਨਾਂ ਨੇ ਦਿੱਤਾ ਹੋਊਗਾ, ਉਹ ਸਬੂਤ ਕਿੰਨੇ ਕੁ ਮਜ਼ਬੂਤ ਨੇ, ਕਿੰਨੇ ਕੁ ਹਲਕੇ ਨੇ, ਉਹ ਬਾਅਦ ਵਿੱਚ ਪਤਾ ਲੱਗੂ। ਦਿੱਲੀ ਪੁਲਿਸ ਨੇ 3 ਵੱਖ-ਵੱਖ ਦੇਸ਼ਾਂ ਤੋਂ ਮਦਦ ਮੰਗੀ ਆ ਕਿ ਭਾਈ ਤੁਹਾਡੇ ਦੇਸ਼ਾਂ ਦੇ ਵਿੱਚ ਵੀ ਧੱਕਾ ਹੋਣ ਦੇ ਦੋਸ਼ ਲੱਗੇ, CCTV ਫੁਟੇਜ ਹੈਗੀ ਤਾਂ ਦੇ ਦਿਓ। ਇਹਦੇ ਤੋਂ ਇਲਾਵਾ ਹੁਣ 14 ਤਰੀਕ ਦਾ ਦਿਨ ਨੇੜੇ ਆ ਰਿਹਾ ਜਿੱਦਣ ਹਰਿਆਣਾ ਬੰਦ ਹੋਣਾ, ਤੇ ਉਹ ਕਹਿੰਦੇ ਸੀ ਅਸੀਂ ਦਿੱਲੀ ਨੂੰ ਦੁੱਧ, ਸਬਜ਼ੀਆਂ ਤੇ ਫਲਾਂ ਦੀ ਸਪਲਾਈ ਰੋਕਣੀ ਹੈ ਕਿਉਂਕਿ ਤੁਸੀਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਦੇ। ਇਹਦੇ ਨਾਲ ਇਹ ਵੀ ਪਤਾ ਲੱਗਿਆ ਕਿ ਇੱਕ ਮੰਤਰੀ ਸਾਹਿਬ ਦੇ ਨਾਲ ਜਦੋਂ ਪਹਿਲਵਾਨਾਂ ਦੀ ਮੀਟਿੰਗ ਹੋਈ ਸੀ ਤਾਂ ਉਹ ਇੱਕ ਪਹਿਲਵਾਨ ਕੁੜੀ ਨੂੰ ਦੱਸਿਆ, ਕਹਿੰਦੇ ਮੈਂ ਗੱਲ ਦੱਸ ਰਹੀ ਸੀ ਮੇਰੇ ਨਾਲ ਕੀ ਹੋਇਆ, ਮੰਤਰੀ ਸਾਹਿਬ ਮੋਬਾਈਲ ਤੇ ਲੱਗੇ ਹੋ ਸੀ। ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਨੇ ਕਿਉਂਕਿ 15 ਤਰੀਕ ਤੱਕ ਚਾਰਜਸ਼ੀਟ ਪੇਸ਼ ਹੋਣੀ ਆ, ਘੰਟੇ ਕੁਝ ਰਹਿ ਗਏ। ਖਾਪਾਂ ਨੇ ਹਰਿਆਣਾ ਬੰਦ ਕਰਨਾ, ਦਿੱਲੀ ਦੀ ਸਪਲਾਈ ਬੰਦ ਕਰਨੀ ਹੈ। ਉਧਰਲੇ ਪਾਸੇ ਹੁਣ ਜੇ ਸਰਕਾਰ ਦੇ ਉੱਤੇ ਦਬਾਅ ਪੈ ਰਿਹਾ ਵੱਖ-ਵੱਖ ਪਾਸਿਆਂ ਤੋਂ, ਕਿਉਂਕਿ ਕਿਸਾਨਾਂ ਨੇ ਵੀ ਕਹਿਤਾ ਕਿ ਅਸੀਂ ਤਿਆਰ ਖੜੇ ਹਾਂ ਪਹਿਲਵਾਨ ਸਾਨੂੰ ਹਾਕ ਮਾਰਨ, ਤਾਂ ਫਿਰ
ਲੱਗਦਾ ਕਿ ਮਾਮਲਾ ਨੇੜੇ ਤੇੜੇ ਆਜੂ। ਬਾਕੀ 4 ਜੁਲਾਈ ਨੂੰ ਪ੍ਰਧਾਨ ਕੌਣ ਬਣਦਾ, ਉਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਿੰਨਾ ਕੁ ਨੇੜਲਾ ਬੰਦਾ ਹੁੰਦਾ, ਇਹ ਵੀ ਪਤਾ ਲੱਗ ਜੂ। ਮੈਨੂੰ ਲੱਗਦਾ ਵੀ ਅਚਾਨਕ ਚੋਣ ਦਾ ਐਲਾਨ ਹੋ ਜਾਣਾ, ਉਹਦੇ ਵਿੱਚ ਹੁਣ ਬ੍ਰਿਜ ਭੂਸ਼ਣ ਸ਼ਰਨ ਸਿੰਘ ਬਾਰੇ ਇਹ ਵੀ ਪਤਾ ਲੱਗ ਜਾਣਾ ਵੀ ਹੁਣ ਉਹ ਚੋਣ ਲੜ ਨਹੀਂ ਸਕਦਾ ਜੀ। ਹੋ ਸਕਦਾ ਵੀ ਸਰਕਾਰੀ ਤੌਰ ਤੇ ਵੀ ਉਹਨਾਂ ਨੇ ਵਿਚਲਾ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਹੋਈ ਵੀ ਯਾਰ ਚੱਲ ਉਹ ਜਾਣੇ ਉਹਨਾਂ ਦਾ ਵੀ ਅਰਖ ਮੱਠਾ ਹੋ ਜਾਊਗਾ ਤੇ ਆਪਣਾ ਬੰਦਾ ਵੀ ਲਾਂਭੇ ਕਰਦੀ। ਕਿਉਂਕਿ ਜੇ ਆਪਾਂ ਦੇਖੀਏ ਤਾਂ ਬਿਜਲੀ ਮੰਗ ਤੇ ਉਹਨਾਂ ਦੀ ਇਹ ਸੀ ਨਾ ਵੀ ਬੰਦਾ ਇਸ ਅਹੁਦੇ ਤੋਂ ਪਾਸੇ ਕਰੋ, ਇਹਨੂੰ ਗ੍ਰਿਫਤਾਰ ਕਰ ਲਓ। ਹੁਣ ਸਿੱਧਾ ਜੇ ਉਹ ਪਾਸੇ ਕਰਦੇ ਸੀ ਫਿਰ ਵੀ ਅਗਲੇ ਹੇਠੀ ਮੰਨਦੇ ਵੀ ਯਾਰ ਹੁਣ ਇਹਨਾਂ ਦੇ ਕਹਿਣ ਦੇ ਆਪਣਾ ਬੰਦਾ ਲਾਂਭੇ ਕਰ ਲਾਂਗੇ। ਹੁਣ ਚਲੋ ਭਾਵੇਂ ਇਲੈਕਸ਼ਨ ਦੇ ਬਹਾਨੇ ਸੀ, ਬੰਦਾ ਪਾਸੇ ਤੇ ਹੋ ਜਾਊਗਾ। ਹਾਂ ਇਹ ਗੱਲ ਤੁਹਾਡੀ ਠੀਕ ਹੈ ਵੀ ਹੁਣ ਉਹ ਆਪਣਾ ਜਿਹੜਾ ਅਗਲਾ ਬੰਦਾ ਲਾਉਂਦੇ ਨੇ ਉਹ ਵੀ ਘਰ ਦਾ ਹੀ ਲਾ ਲੈਂਦੇ ਨੇ ਕੋਈ, ਜਾਂ ਫਿਰ ਕੋਈ ਹੋਰ ਪਾਸਿਓਂ ਲੱਗਦਾ, ਉਹਦੇ ਤੇ ਨਜ਼ਰ ਰਹਿਣੀ ਆ। ਇੱਕ ਨਜ਼ਰ ਮੇਰਾ ਖਿਆਲ SC ST ਕਮਿਸ਼ਨ ਵਾਲੀ ਉਹ ਜਿਹੜੀ ਆਖਰੀ ਦਿਨਾਂ ਵਾਲੀ ਚਿੱਠੀ ਸੀਗੀ ਵੀ ਹਾਂਜੀ ਇੰਨੀ ਤਰੀਕ ਤੱਕ ਤੁਸੀਂ ਮੰਤਰੀ ਸਾਹਿਬ ਇੱਕ ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਬਾਰੇ 'ਚ ਸੁਖਪਾਲ ਸਿੰਘ ਖਹਿਰਾ ਸਾਹਿਬ ਗਵਰਨਰ ਸਾਹਿਬ ਨੂੰ ਦੇ ਕੇ ਆਏ ਸੀ ਸੀੜੀਆਂ ਸੂੜੀਆਂ, ਉਹਨਾਂ ਬਾਰੇ ਉਹਨਾਂ ਨੇ ਕਿਹਾ ਸੀ। ਮੈਨੂੰ ਲੱਗਦਾ ਉਹ ਵੀ ਦਿਨ ਹੁਣ ਪੂਰੇ ਹੋ ਗਏ, ਦਿਨ ਪੂਰੇ ਹੋ ਗਏ। ਸਾਡੇ ਕੋਲੇ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਟਾਰੂ ਚੱਕ ਸਾਹਿਬ ਦੇ ਬਾਰੇ ਜੋ ਪੁੱਛਿਆ ਸੀ SC ST ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਕਿ ਉਹ ਉਹਨਾਂ ਨੂੰ ਦੱਸਿਆ ਕਿ ਨਹੀਂ ਦੱਸਿਆ, ਕਿਉਂਕਿ ਪਹਿਲੇ 2 ਨੋਟਿਸ ਵੀ ਉਹ ਕਹਿੰਦੇ ਸੀ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਨੋਟਿਸ ਦਾ ਕੋਈ ਜਵਾਬ ਮਿਲਦਾ ਕਿ ਨਹੀਂ ਮਿਲਦਾ, ਜੇ ਮਿਲਦਾ ਤਾਂ ਕੀ ਮਿਲਦਾ, ਸਿੱਧਾ ਮਿਲਦਾ, ਗੋਲਮੋਲ ਮਿਲਦਾ, ਉਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਲੋਕ ਜਿਗਿਆਸੂ ਨੇ ਕਿ ਪਤਾ ਲੱਗਣਾ ਚਾਹੀਦਾ ਕਿ ਮਾਮਲਾ ਗਿਆ ਕਿੱਥੇ। ਇਹ ਬੜਾ ਜ਼ਰੂਰੀ ਆ। ਬਾਕੀ ਹੁਣ ਆਪਣੇ ਵੀ ਜਾਣ ਦਾ ਵੇਲਾ ਹੋ ਗਿਆ, ਮਿੰਟ ਬਚਿਆ ਜੀ ਇੱਕ ਕੋਈ ਜਾਂਦੇ ਨਹੀਂ ਜਾਂਦੇ ਕੁਛ ਨਹੀਂ। ਅਸੀਂ ਤਾਂ ਸਿਰਫ ਇਹੀ ਬੇਨਤੀ ਕਰਨੀ ਆ ਕਿ ਲੋਕ ਸਭਾ ਚੋਣ ਆਉਣੀ ਹੈ, ਬਹੁਤ ਕੁਛ ਆਉਣਾ, ਰਲ ਕੇ ਰਹਿਣ ਬਸ। ਪੰਜਾਬ ਦੇ ਲੋਕ ਆ ਨਸ਼ੇ ਪੱਤੇ ਦਾ, ਡਕੈਤੀਆਂ ਡਕੂਤੀਆਂ ਵਾਲਾ ਦਾ ਮੁਕਾਬਲਾ ਵੀ ਰਲ ਕੇ ਹੀ ਕਰਨਾ ਪੈਣਾ। ਬਾਕੀਆਂ ਤੇ ਆਸ ਕਿੰਨੀ ਕੁ ਰੱਖੀ ਹੈ। ਚਲੀਏ ਜੀ ਫਿਰ। ਬਹੁਤ ਸ਼ੁਕਰੀਆ ਜੀ। ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਇੱਕ ਤਾਂ ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੂਜਾ ਤੁਸੀਂ ਜ਼ਰੂਰ ਟਿੱਪਣੀਆਂ ਕਰਦਿਆ ਕਰੋ, ਜੋ ਵੀ ਜਿਹੜੇ ਵੀ ਵਿਸ਼ੇ ਦੇ ਉੱਪਰ ਆਪਾਂ ਗੱਲ ਕਰਦੇ ਹੁੰਦੇ ਕਿ ਤੁਹਾਡਾ ਪੁਆਇੰਟ ਆਫ ਵਿਊ ਉਹਦੇ ਤੇ ਕੀ ਆ। ਉਹਦੇ ਨਾਲ ਸਾਨੂੰ ਵੀ ਬਾਅਦ ਦੇ ਵਿੱਚ ਪੜ੍ਹ ਕੇ ਪਤਾ ਲੱਗ ਜਾਂਦਾ, ਜਾਂ ਜਿਹੜੇ ਪਰਿਵਾਰ ਦੇ ਮੈਂਬਰ ਹੋਰ ਦੇਖਦੇ ਪੜ੍ਹਦੇ ਹੋਣਗੇ ਉਹਨਾਂ ਨੂੰ ਵੀ ਆਈਡੀਆ ਹੋ ਜਾਂਦਾ ਕਿ ਉਹ ਉਹਦੇ ਤੇ ਕੀ ਸੋਚਦੇ ਨੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।